ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:12 ਹੋਏ ਨੇ। 4 ਫਰਵਰੀ ਵਰ੍ਹਾ 2021 ਦਾ ਤੇ ਵੀਰਵਾਰ ਹੈ। ਤੇਈ ਮਾਘ ਨਾਨਕ ਸੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। 4 ਫਰਵਰੀ 1986 ਨੂੰ ਨਕੋਦਰ ਕਾਂਡ ਦੇ ਵਿੱਚ 4 ਯੋਧਿਆਂ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਹੈ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਰਨ ਸਿੰਘ ਪੱਤੀ ਆਉਣਗੇ। ਫਿਰ ਨਕੋਦਰ ਦੇ ਵਿੱਚ ਵਾਪਰੇ ਕਾਂਡ ਨੂੰ ਅੱਜ 25 ਵਰ੍ਹੇ ਹੋ ਗਏ। 4 ਫਰਵਰੀ 1986 ਦੇ ਉਹਨਾਂ ਯੋਧਿਆਂ ਨੂੰ ਯਾਦ ਕੀਤਾ ਜਾਏਗਾ ਜਦ 5 ਸਰੂਪ ਗੁਰੂ ਮਹਾਰਾਜ ਦੇ ਨਕੋਦਰ ਚ ਅਗਨ ਭੇਂਟ ਹੋਏ। 2 ਤਰੀਕ ਨੂੰ ਕਾਲਜਾਂ ਦੇ ਵਿੱਚ ਪੜ੍ਹਦੇ ਚੜ੍ਹਦੀ ਵਰੇਸ ਦੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ, ਭਾਈ ਸਾਹਿਬ ਭਾਈ ਹਰਮਿੰਦਰ ਸਿੰਘ, ਭਾਈ ਸਾਹਿਬ ਭਾਈ ਬਲਤੀਰ ਸਿੰਘ ਤੇ ਭਾਈ ਸਾਹਿਬ ਭਾਈ ਝਿਲਮਣ ਸਿੰਘ ਉਹਨਾਂ ਨੇ ਸ਼ਹੀਦੀ ਪਾਈ। DSP ਸਵਰਨ ਘੋਟਰੇ ਤੇ ਜਸਕੀਰਤ SHO ਨੇ, ਜਿਨ੍ਹਾਂ ਦਾ ਮੁੰਡੇ ਨੇ ਪਿਛਲੇ ਦਿਨੀ ਆਪਣੇ ਆਪ ਨੂੰ ਗੋਲੀ ਮਾਰੀ ਹੈ, ਉਹਨੇ ਹਰਮਿੰਦਰ ਸਿੰਘ ਪ੍ਰਧਾਨ ਖਾਲਸਾ ਕਾਲਜ ਜਲੰਧਰ ਨੂੰ ਫੜ ਕੇ ਉਹਦੇ ਮੂੰਹ ਦੇ ਵਿੱਚ ਗੋਲੀਆਂ ਮਾਰੀਆਂ ਸੀ। ਇਸ ਤੇ ਅੱਜ ਉਹਨਾਂ ਨੂੰ ਯਾਦ ਕਰਾਂਗੇ। ਤੁਸੀਂ ਵੀ ਸ਼ਾਮਲ ਹੋਣਾ ਤੇ ਆਪਣੀ ਗੱਲਬਾਤ ਕਰਨੀ। ਦੂਸਰੇ ਹਿੱਸੇ 'ਚ 10:10 ਤੇ ਰੋਮਨਪ੍ਰੀਤ ਦੇ ਨਾਲ ਵੀਰਵਾਰ, ਰੋਮਨਪ੍ਰੀਤ ਕੌਰ ਦੇ ਨਾਲ ਵੀਰਵਾਰ ਦੀ ਅਗਲੀ ਸੈਗਮੈਂਟ ਹੈ ਜਿਹੜੀ ਉਹ ਦਿਖਾਈ ਜਾਵੇਗੀ, ਤੁਹਾਡੇ ਸਨਮੁਖ ਕੀਤੀ ਜਾਏਗੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਮੁਸ਼ਕਿਲ ਕੀ ਹੈ ਉਸ ਦੇ ਬਾਰੇ ਰੋਮਨਪ੍ਰੀਤ ਗੱਲਬਾਤ ਕਰੇਗੀ। ਸ਼ੇਰੇ ਪੰਜਾਬ radio.ca ਤੇ ਸਿੱਧਾ ਜਿਹੜਾ ਪ੍ਰਸਾਰਨ ਚੱਲ ਰਿਹਾ ਤੇ ਉਸ ਤੋਂ ਬਿਨਾਂ ਤੁਸੀਂ 604 204 0600 ਤੇ ਗੱਲਬਾਤ ਕਰ ਸਕਦੇ ਹੋ। 604 729 1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ, ਜਿੱਥੇ ਤੁਸੀਂ ਕੋਈ ਵੀ ਕਿਸੇ ਵੀ ਕੁਝ ਵੀ ਹੋਇਆ ਉਸ ਦੀ ਖਬਰ ਪਹੁੰਚਦੀ ਕਰਿਓ। ਕਿਤੇ ਵਿਘਨ ਪਿਆ ਆਵਾਜਾਈ 'ਚ ਉਹ ਵੀ ਦੱਸ ਸਕਦੇ ਹੋ। ਨਿਊਜ਼ ਰੂਮ ਦੇ ਵਿੱਚ 604 204 0600 ਜਾਂ 604 729 1224। ਜਿਵੇਂ ਸ਼ਹਿਰ ਅਨਾਇਤ ਦਾ ਮਾਰਨਾ, ਕਿਤੇ ਮਿਲੇਗਾ ਜਿਗਰ ਦਾ ਯਾਰ ਨਾ। ਬੁੱਲੇ ਸ਼ਾਹ ਦੀ ਬਦ ਦੁਆ ਭੈੜੀ, ਸਿਰ ਸਿਖਰ ਅਸਮਾਨ ਦਾ ਪਾੜਨਾ। ਰਣਸੀਸ ਸ਼ਹੀਦਾਂ ਦਾ ਖੂਨ ਲਾਵੀ, ਤੂੰ ਇਹ ਰਣ ਦਾ ਸ਼ਾਹ ਸਵਾਰਨਾ। ਗਾਜ਼ੀ ਆਮਦੇ ਰਣਾ ਵਿੱਚ ਗਾਮਦੇ, ਰੱਬੀ ਰਹਿਮਤ ਦਾ ਗੀਤ ਵੰਗਾਰਨਾ। ਆਖੇ ਦੂਤੀਆਂ ਲੱਗ ਨਾ ਯਾਰ ਵੇ, ਲੰਮੇ ਦੇਸ ਵਿੱਚ ਜਿੰਦੜੀ ਵਾਰਨਾ। ਗਜ਼ਬ ਲੱਖ ਦਰਿਆਵਾਂ ਦਾ ਤੋੜਦਾ ਤੂੰ, ਦਿਲ ਦੇ ਗਜ਼ਬ ਨੂੰ ਕਰੀ ਤੂੰ ਪਾਰਨਾ। ਇਸ ਖਾਕ ਵਿੱਚ ਖੂਨ ਦੇ ਕੋਟ ਤੇਰੇ, ਦੂਤੀ ਜਾਣ ਦੇ ਸਿਦਕ ਦੀ ਵਾਰ ਨਾ। ਇਸ ਖਾਕ ਵਿੱਚ ਖੂਨ ਦੇ ਕੋਟ ਤੇਰੇ, ਦੂਤੀ ਜਾਣ ਦੇ ਸਿਦਕ ਦੀ ਵਾਰ ਨਾ। ਸਿਰਲਥ ਸਿਪਾਹੀ ਨੂੰ ਸਰਦਾਰ ਹਰਿੰਦਰ ਸਿੰਘ ਮਹਿਬੂਬ ਲਿਖਦੇ ਨੇ। ਸਰਦਾਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਧੰਨਵਾਦ ਜੀ। ਦਿੱਲੀ ਤੋਂ ਹੀ ਤੁਰੀਏ। ਦਿੱਲੀ ਦੇ ਉਸ ਸੰਘਰਸ਼ ਨੂੰ, ਦਿੱਲੀ ਦੇ ਉਸ ਮੋਰਚੇ ਨੂੰ ਅੱਜ ਦੁਨੀਆ ਦੇ ਵਿੱਚ ਟਵੀਟ ਦੇ ਰਾਹੀਂ ਯਾਦ ਕਰ ਰਹੇ। ਰਿਆਨਾ ਦੇ ਟਵੀਟ ਤੋਂ ਬਾਅਦ $10,000 ਪਲੇਅਰ ਜੂਜੂ ਵੱਲੋਂ ਦੇਣਾ ਤੇ ਉਸ ਦੀ ਗੱਲਬਾਤ ਬਹੁਤ ਚੱਲ ਰਹੀ ਹੈ, ਵਿਰੋਧ ਬਹੁਤ ਹੋ ਰਿਹਾ ਭਾਰਤ ਦੇ ਵਿੱਚੋਂ। IT ਸੈੱਲ ਭਾਜਪਾ ਦਾ ਉਹਨੇ ਵੀ ਜ਼ੋਰ ਲਾਇਆ ਹੋਇਆ। ਉਹ ਕਹਿ ਰਹੇ ਨੇ ਤੁਸੀਂ ਬਾਹਰਲੇ ਬੰਦੇ ਕਿਉਂ ਕਰ ਰਹੇ ਹੋ। ਗ੍ਰੇਟਾ ਥੁਨਬਰਗ ਦਾ ਜਿਹੜੇ ਪੁਤਲੇ ਸਾੜੇ ਗਏ, ਉਹਦੀ ਫੋਟੋ ਸਾੜੀ ਗਈ। ਕੀ ਮਾਹੌਲ ਕੀ ਆ, ਕੀ ਹੋ ਰਿਹਾ ਜੀ? ਗਿੱਲ ਸਾਹਿਬ ਸੰਤਰਾ ਉਦਾਸੀ ਨੇ ਲਿਖਿਆ ਸੀ, ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਬੰਨ ਲਾਇਆ ਵੀ ਮੁੱਕਣੀ ਨਹੀਂ, ਇੰਨੀ ਲੰਮੀ ਆ ਸਾਡੀ ਕਤਾਰ ਲੋਕੋ। ਸੋ ਅਸਲ ਦੇ ਵਿੱਚ ਗਿੱਲ ਸਾਹਿਬ ਇਹ ਕਤਾਰ ਜਿਹੜੀ ਆ ਬੜੀ ਲੰਬੀ ਹੋ ਚੁੱਕੀ ਆ। ਹੁਣ ਇਹ ਅੰਦੋਲਨ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਰਾਹੀਂ ਹੁੰਦਾ ਹੋਇਆ ਸਾਨ ਫਰਾਂਸਿਸਕੋ, ਅਮਰੀਕਾ, ਪੂਰੀ ਦੁਨੀਆ ਦੇ ਵਿੱਚ ਜਾ ਪਹੁੰਚਿਆ। ਔਰ ਇਸ ਅੰਦੋਲਨ ਦੀਆਂ ਗੱਲਾਂ ਹੋਣ ਲੱਗ ਗਈਆਂ ਨੇ ਦੁਨੀਆ ਦੇ ਵਿੱਚ। ਇਹਨਾਂ ਨੇ 26 ਜਨਵਰੀ ਤੋਂ ਬਾਅਦ ਸੋਚਿਆ ਸੀ ਕਿ ਅੰਦੋਲਨ ਹੈਗਾ ਜਿਹੜਾ
ਉਹਨੂੰ ਅਸੀਂ ਤਾਰ ਪੀਟੋ ਕਰ ਦਿਆਂਗੇ, ਅਸੀਂ ਇਸ ਅੰਦੋਲਨ ਨੂੰ ਭਰਾ ਮਾਰ ਜੰਗ 'ਚ ਬਦਲ ਦਿਆਂਗੇ। ਲੇਕਿਨ ਹਕੂਮਤ ਦੀਆਂ ਇਹ ਚਾਲਾਂ ਨੇ ਜਿਹੜੀਆਂ ਉਹ ਚੱਲ ਨਹੀਂ ਪਾਈਆਂ। ਔਰ ਅੱਜ ਤੁਸੀਂ ਇਹ ਦੇਖੋ ਕਿ ਰਿਹਾਨਾ ਜਿਹੜੀ ਟੌਪ ਮੋਸਟ ਸਿੰਗਰ ਹੈ, ਉਹਨੇ ਟਵੀਟ ਕੀਤਾ, ਉਸ ਤੋਂ ਬਾਅਦ ਮੀਨਾ ਹੈਰਿਸ ਨੇ ਕੀਤਾ, ਅਮਾਂਡਾ ਸ਼ੇਰਨੀ ਨੇ ਕੀਤਾ, ਜੇ ਕੈਨ ਨੇ ਕੀਤਾ, ਡਾਕਟਰ ਜੂਸ ਨੇ ਕੀਤਾ। ਔਰ ਉਸ ਤੋਂ ਬਾਅਦ ਜਿਵੇਂ ਤੁਸੀਂ ਗੱਲ ਕੀਤੀ ਕਿ ਅਮਰੀਕਨ ਫੁੱਟਬਾਲਰ ਸਟਾਰ ਜੂਜੂ, ਉਹਨੇ $10,000 ਇੱਥੇ ਮੈਡੀਸਨ ਦੇ ਲਈ ਭੇਜਤਾ। ਉਸ ਤੋਂ ਬਾਅਦ ਬਾਸਕਟਬਾਲਰ ਹੈ ਕਜਾਮਾ, ਉਹਨੇ ਇਸ ਵਿਸ਼ੇ ਦੇ ਉੱਤੇ ਹੱਕ ਚਾਹ ਦਾ ਨਾਅਰਾ ਮਾਰਿਆ। ਔਰ ਭਾਰਤ ਦੀ ਹਕੂਮਤ, ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ, ਇੱਕ 18 ਸਾਲਾਂ ਦੀ ਕੁੜੀ ਨੇ ਡਰਾ ਕੇ ਧਰਤੀ। ਔਰ ਗਿੱਲ ਸਾਹਿਬ 18 ਸਾਲ ਦੀ ਉਮਰ ਹੈ ਗ੍ਰੇਟਾ ਥਨਬਰਗ ਦੀ, ਜਿਹੜੀ ਕਿ ਵਾਤਾਵਰਨ ਪ੍ਰੇਮੀ ਦੇ ਤੌਰ ਦੇ ਉੱਤੇ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਆ। ਔਰ ਉਸ ਕੁੜੀ ਦੇ ਇੱਥੇ ਤਸਵੀਰਾਂ ਫੂਕੀਆਂ ਜਾ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਭਗਤਾਂ ਦੇ ਵੱਲੋਂ। ਔਰ ਉਸ ਕੁੜੀ ਦੇ ਉੱਤੇ ਅਮਿਤ ਸ਼ਾਹ ਨੂੰ ਮੀਟਿੰਗਾਂ ਕਰਨੀਆਂ ਪੈ ਰਹੀਆਂ ਨੇ ਕਿ ਉਹਨੇ ਜਿਹੜੇ ਟਵੀਟ ਕੀਤੇ ਨੇ। ਤਾਂ ਇਹ ਜਿਹੜਾ ਘਟਨਾਕ੍ਰਮ ਚੱਲ ਰਿਹਾ, ਇੱਕ ਘੰਟਾ ਕੁ ਪਹਿਲਾਂ ਖਬਰ ਆਈ ਸੀ ਕਿ ਗ੍ਰੇਟਾ ਥਨਬਰਗ ਦੇ ਖਿਲਾਫ ਦਿੱਲੀ 'ਚ ਕੇਸ ਦਰਜ ਹੋ ਗਿਆ, ਲੇਕਿਨ ਉਸ ਤੋਂ ਬਾਅਦ ਦਿੱਲੀ ਪੁਲਿਸ ਦੇ ਮੁਖੀ ਨੇ ਕਿਹਾ ਕਿ ਨਹੀਂ, ਅਸੀਂ ਬਾਏ ਨੇਮ ਨਹੀਂ ਕੀਤਾ, ਅਸੀਂ ਤਾਂ ਵਿਦਆਊਟ ਨੇਮ FIR ਦਰਜ ਹੈ ਜਿਹੜੀ ਉਹ ਕੀਤੀ ਹੈ ਇੱਕ ਟੂਲ ਨੂੰ ਲੈ ਕੇ। ਤਾਂ ਇਹ ਜਿਹੜਾ ਪੂਰੇ ਦਾ ਪੂਰਾ ਘਟਨਾਕ੍ਰਮ ਹੈ, ਬਾਲੀਵੁੱਡ ਦੇ ਵਿੱਚ ਇਹਦਾ ਸੇਕ ਪਹੁੰਚਿਆ। ਅਕਸ਼ੇ ਕੁਮਾਰ, ਅਜੇ ਦੇਵਗਨ ਉਹ ਬਚਾਅ ਕਰਦੇ ਨਜ਼ਰ ਆਏ ਸਰਕਾਰ ਦਾ। ਤਾਂ ਨਾਲ ਦੀ ਨਾਲ ਤਾਪਸੀ ਪੰਨੂ, ਫਿਲਮ ਨਿਰਮਾਤਾ ਓਨਰ, ਔਰ ਅਰਜੁਨ ਮਾਥੁਰ ਵਰਗੇ ਨੇ ਜਿਹੜੇ, ਉਹਨਾਂ ਨੇ ਅਕਸ਼ੇ ਕੁਮਾਰ, ਅਜੇ ਦੇਵਗਨ ਵਰਗੇ ਨੂੰ ਘੇਰਿਆ। ਕੰਗਨਾ ਰਣੌਤ ਘਿਰਦੀ ਨਜ਼ਰ ਆ ਰਹੀ ਆ। ਕੱਲ ਤੱਕ ਇਹ ਟਵਿੱਟਰ ਦੇ ਉੱਤੇ ਜਿਹੜੇ ਕਿਸਾਨ ਮੋਰਚੇ ਦੇ ਪੇਜ ਸੀ, ਟਵੀਟ ਸੀ, ਉਹਨਾਂ ਨੂੰ ਬਲੌਕ ਕਰਾਉਣ ਨੂੰ ਫਿਰਦੇ ਸੀ, ਲੇਕਿਨ ਟਵਿੱਟਰ ਨੇ 2 ਟਵੀਟ ਨੇ ਜਿਹੜੇ ਉਹ ਕੰਗਨਾ ਰਣੌਤ ਦੇ ਡਿਲੀਟ ਕੀਤੇ ਨੇ। ਤਾਂ ਇਹ ਜਿਹੜਾ ਪੂਰੇ ਦਾ ਪੂਰਾ ਘਟਨਾਕ੍ਰਮ ਆ ਗਿੱਲ ਸਾਹਿਬ, ਇਸ ਘਟਨਾਕ੍ਰਮ ਦੀ ਗੂੰਜ ਆ ਜਿਹੜੀ ਉਹ 4 ਤਰਫੋਂ ਪੈ ਰਹੀ ਆ। ਔਰ ਸਰਕਾਰ ਡਰੀ ਕਿੰਨੀ ਹੋਈ ਆ, ਇਸ ਗੱਲ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਇੱਕ 18 ਸਾਲਾ ਕੁੜੀ ਦੇ ਟਵੀਟ ਨੇ ਇਹ ਪੂਰੀ ਦੀ ਪੂਰੀ ਜਿਹੜੀ 130 ਕਰੋੜ ਲੋਕਾਂ ਦੀ ਜਮਹੂਰੀਅਤ ਹੈ, ਜਿਹੜੀ ਐਡੀ ਵੱਡੀ ਸਰਕਾਰ, ਜਿਹਦੇ ਕੋਲ ਐਡੀ ਵੱਡੀ ਫੌਜ, ਐਡਾ ਵੱਡਾ ਇਨਫਰਾਸਟਰਕਚਰ, ਉਹ ਡਰਾ ਕੇ ਧਰ ਦਿੱਤੀ ਹੈ ਜੀ। ਇੱਕ ਇੱਥੇ ਮੰਗ ਅਕਸ਼ੇ ਕੁਮਾਰ ਦੇ ਬਾਰੇ ਸ਼ੁਰੂ ਹੋਈ ਹੈ ਜੀ। ਉਹਨੂੰ ਇੱਥੇ ਦੀ ਆਨਰੇਰੀ ਸਿਟੀਜ਼ਨਸ਼ਿਪ ਦਿੱਤੀ ਹੋਈ ਹੈ, ਸਿਟੀਜ਼ਨ ਕੈਨੇਡਾ ਦੀ, ਅਤੇ ਉਹਦਾ ਸਪੈਸ਼ਲ ਐਨਵੋਏ ਦਾ ਸਟੇਟਸ ਹੈ। ਉਹਦੇ ਖਿਲਾਫ ਹੁਣ ਗੱਲਬਾਤ ਇੱਥੇ ਚੱਲ ਰਹੀ ਹੈ, ਜਿਵੇਂ ਉਹ ਹਿੰਦੂਤਵਾ ਦਾ ਮੋਹਰਾ ਬਣ ਕੇ ਉੱਥੇ ਗੱਲਾਂ ਕਰ ਰਿਹਾ ਹੈ। ਕੈਨੇਡੀਅਨ ਲੋਕ ਉਸ 'ਤੇ ਗੱਲਬਾਤ ਇੱਥੇ ਉਹਨਾਂ ਨੇ ਸ਼ੁਰੂ ਕੀਤੀ ਹੈ ਕਿ ਉਸ ਦੀ ਜਿਹੜੀ ਹੈ ਸਿਟੀਜ਼ਨਸ਼ਿਪ ਹੈ ਜਿਹੜੀ ਉਹ ਰਿਵੋਕ ਕਰਾਈ ਜਾਵੇ। ਜਸਟਿਨ ਟਰੂਡੋ ਨੂੰ ਪੱਤਰ ਲੋਕ ਲਿਖ ਰਹੇ ਨੇ। ਅੱਛਾ, ਇਹ ਦੱਸੋ ਕਿ ਸਰਾਜ ਡਿਵਡਿਵਾ ਦੇ ਪੋਤੇ ਦਾ ਜਿਹੜਾ ਸ਼ਹੀਦ ਹੋਇਆ 26 ਜਨਵਰੀ ਨੂੰ, ਉਸ ਦੀ ਅਰਦਾਸ ਤੇ ਭੋਗ ਤੇ ਕਿਹਨਾਂ ਨੇ ਹਾਜ਼ਰੀ ਲਵਾਈ ਤੇ ਕੀ ਸੁਨੇਹੇ ਦਿੱਤੇ ਗਏ ਜੀ? ਜੀ ਗਿੱਲ ਸਾਹਿਬ, ਦੇਖੋ ਬਹੁਤ ਮੰਦਭਾਗੀ ਘਟਨਾ 26 ਜਨਵਰੀ ਨੂੰ ਵਾਪਰੀ ਸੀਗੀ। ਇਹ ਜਦੋਂ ਮੈਂ ਉਸ ਪਰੇਡ ਦੇ ਵਿੱਚ ਜਿਹੜਾ ਸ਼ਾਮਲ ਸੀ, ਤਾਂ ਇੱਕ ਟਰੈਕਟਰ ਹਾਦਸੇ ਦੇ ਵਿੱਚ ਨੌਜਵਾਨ ਦੀ ਸ਼ਹਾਦਤ ਹੋਈ ਸੀ। ਹਾਲਾਂਕਿ ਇਹ ਇੱਕ ਵਿਸ਼ਾ ਹੈਗਾ ਕਿ ਉਹਦੀ ਮੌਤ ਦਾ ਕਾਰਨ ਕੀ ਹੈ, ਕਿਉਂਕਿ ਮ੍ਰਿਤਕ ਨੌਜਵਾਨ ਜਿਹੜੇ ਸ਼ਹੀਦ ਹੋਏ ਨੇ ਨਵਰੀਤ ਸਿੰਘ, ਉਹਨਾਂ ਦੇ ਦਾਦਾ ਜੀ ਦਾ ਕਹਿਣਾ ਇਹ ਹੈਗਾ ਕਿ ਪੋਸਟਮਾਰਟਮ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੋਈ ਤਿੱਖੀ ਚੀਜ਼, ਕੋਈ ਨਕੀਲੀ ਚੀਜ਼ ਆ ਜਿਹੜੀ ਉਹ ਸਿਰ ਦੇ ਇੱਕ ਪਾਸੇ ਦੀ ਐਂਟਰ ਹੋਈ ਆ ਔਰ ਦਿਮਾਗ ਦੇ ਵਿੱਚੋਂ ਦੀ ਕ੍ਰਾਸ ਕਰਦੀ ਹੋਈ ਦੂਸਰੇ ਪਾਸੇ ਨਿਕਲੀ ਆ। ਉਹ ਕੀ ਹੈ? ਪੋਸਟਮਾਰਟਮ ਦੀ ਰਿਪੋਰਟ ਮੁੱਢਲੇ ਤੌਰ ਦੇ ਉੱਤੇ ਆਈ ਆ। ਆਉਣ ਵਾਲੇ ਦਿਨਾਂ ਦੇ ਵਿੱਚ ਪੋਸਟਮਾਰਟਮ ਦੀ ਪੂਰੀ ਰਿਪੋਰਟ ਸਾਹਮਣੇ ਆਊ, ਉਹਦੇ ਤੋਂ ਪਤਾ ਲੱਗੂ। ਪਰ ਉਹਦੇ ਦਾਦਾ ਜੀ ਇਸ ਗੱਲ ਦਾ ਖਦਸ਼ਾ ਜਤਾ ਰਹੇ ਨੇ ਕਿ ਇਹ ਪੁਲਿਸ ਦੀ ਗੋਲੀ ਦੇ ਨਾਲ ਜਿਹੜੀ ਸ਼ਹਾਦਤ ਆ ਉਹ ਹੋ ਸਕਦੀ ਆ। ਖੈਰ, ਪੁਲਿਸ ਇਸ ਗੱਲ ਤੋਂ ਪੱਲਾ ਝਾੜ ਰਹੀ ਆ। ਤਾਂ ਇਹ ਨੌਜਵਾਨ ਦੀ ਉਮਰ ਸਿਰਫ 25 ਸਾਲ ਦੀ ਉਮਰ ਹੈ ਔਰ ਬਹੁਤ ਮੰਦਭਾਗੀ ਘਟਨਾ ਇਹ ਵਾਪਰੀ ਸੀਗੀ। ਪਰਿਵਾਰ ਦੇ ਉੱਤੇ ਬਹੁਤ ਬੋਝ ਪਿਆ, ਲੇਕਿਨ ਫਿਰ ਵੀ ਪਰਿਵਾਰ ਨੇ ਜਿਸ ਤਰੀਕੇ ਨਾਲ ਸ਼ਹਾਦਤ ਨੂੰ ਜਰਿਆ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਅੱਜ ਸ਼ਰਧਾਂਜਲੀ ਸਮਾਗਮ ਹੋਇਆ। ਅੱਜ ਅੰਤਿਮ ਅਰਦਾਸ ਆ ਜਿਹੜੀ ਉਹ ਉੱਤਰ ਪ੍ਰਦੇਸ਼ ਦੇ ਰਾਮਪੁਰ ਨੇੜੇ ਡਿਵਡਿਵਾ ਪਿੰਡ ਦੇ ਵਿੱਚ ਹੋਈ। ਅੰਤਿਮ ਅਰਦਾਸ ਦੇ ਵਿੱਚ ਕਾਂਗਰਸ ਪਾਰਟੀ ਦੀ ਪ੍ਰਿਯੰਕਾ ਗਾਂਧੀ, ਇੱਧਰੋਂ ਸੁਖਪਾਲ ਸਿੰਘ ਖਹਿਰਾ, ਮਨਜਿੰਦਰ ਸਿੰਘ ਸਿਰਸਾ, ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ, ਜੈਅੰਤ ਚੌਧਰੀ, ਉਹ ਪਹੁੰਚੇ। ਇਸ ਤੋਂ ਇਲਾਵਾ ਕਿਸਾਨ ਆਗੂ ਵੱਡੀ ਗਿਣਤੀ ਦੇ ਵਿੱਚ ਪਹੁੰਚੇ, ਜਿਨ੍ਹਾਂ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ, ਨਿਰਭੈ ਸਿੰਘ ਢੁੱਡੀ ਕੇ, ਬਲਦੇਵ ਸਿੰਘ ਸਿਰਸਾ ਤੇ ਹੋਰ ਕਾਫੀ ਗਿਣਤੀ ਦੇ ਵਿੱਚ ਸੰਯੁਕਤ ਮੋਰਚੇ ਦੇ ਜਿਹੜੇ ਆਗੂ ਨੇ ਲਗਭਗ ਸਾਰੇ ਉਹ ਉੱਥੇ ਹਾਜ਼ਰ ਹੋਏ ਔਰ ਪੂਰੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਆ ਉਹ ਸਾਂਝਾ ਕੀਤਾ ਗਿਆ। ਜੀ ਗਿੱਲ ਸਾਹਿਬ। ਅੱਛਾ, ਜਿੰਨੇ ਲਾਪਤਾ ਨੇ ਉਹਨਾਂ ਦੀ ਲਿਸਟ ਕਿੱਡੀ ਹੈ ਤੇ
ਮੈਨੂੰ ਇਹ ਪਤਾ ਲੱਗਾ ਕਿ ਗਾਜ਼ੀਪੁਰ ਨੂੰ ਬਾਰਡਰ ਨੂੰ ਜਾਂਦੇ ਕੁਝ ਵਿਰੋਧੀ ਰਾਜਨੀਤਿਕ ਬੰਦਿਆਂ ਨੂੰ ਪੁਲਿਸ ਨੇ ਰੋਕਿਆ। ਇਹਦੇ ਨਾਲ ਹੀ ਕਿੱਲਾਂ ਵੀ ਨੇ ਜਿਹੜੀਆਂ ਸੜਕ ਤੋਂ ਉਹ ਵੀ ਪੱਟ ਲੀਆਂ ਦੁਆਰਾ ਪੁਲਿਸ ਨੇ। ਕੀ ਹੋ ਰਿਹਾ ਜੀ? ਜੀ ਗਿੱਲ ਸਾਹਿਬ, ਜੇ ਦੇਖੋ ਇਹ ਪੂਰੇ ਮਾਮਲੇ ਦੀ ਗੱਲਬਾਤ ਕਰੀਏ, ਇੱਕ ਤਾਂ ਇਹ ਕਿ ਜਿਹੜੇ ਲਾਪਤਾ ਹੋਏ ਨੇ ਵਿਅਕਤੀ 26 ਜਨਵਰੀ ਤੋਂ ਬਾਅਦ, ਉਹਨਾਂ ਦੀ ਗਿਣਤੀ 25 ਦੱਸੀ ਜਾ ਰਹੀ ਹੈ। ਕਿਉਂਕਿ ਪਹਿਲਾਂ ਪੁਲਿਸ ਨੇ ਜਿਹੜੀ FIR ਦਰਜ ਕੀਤੀ ਸੀ, ਉਸ FIR ਦੇ ਵਿੱਚ ਵੱਖ-ਵੱਖ FIRਾਂ ਦਰਜ ਕੀਤੀਆਂ ਸੀ, ਜਿਹਦੇ ਵਿੱਚ ਪੁਲਿਸ ਨੇ ਦਾਅਵਾ ਕੀਤਾ ਸੀਗਾ ਕਿ 120 ਵਿਅਕਤੀ ਨੇ ਜਿਹੜੇ ਉਹ ਅਸੀਂ ਅਰੈਸਟ ਕੀਤੇ ਨੇ। ਉਸ ਤੋਂ ਬਾਅਦ ਜਿਹੜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਲਿਸਟ ਦਿੱਤੀ ਸੀ, ਉਹਦੇ ਵਿੱਚ 115 ਵਿਅਕਤੀ ਸੀ। ਲੇਕਿਨ ਅੱਜ ਜਿਹੜੀ ਨਵੀਂ ਲਿਸਟ ਆਈ ਆ, ਉਹਦੇ ਵਿੱਚ ਪਤਾ ਲੱਗਾ ਕਿ 125 ਵਿਅਕਤੀਆਂ ਦੇ ਉੱਤੇ FIR ਦਰਜ ਹੈ ਤੇ 21 ਕਿਸਾਨ 21 ਕਿਸਾਨ ਨੇ ਜਿਹੜੇ ਉਹ ਲਾਪਤਾ ਹੈਗੇ ਨੇ। ਉਹਨਾਂ ਦੇ ਵਿੱਚੋਂ 21 ਤੋਂ ਬਗੈਰ ਇੱਕ ਧਰਮੀ ਫੌਜੀ ਜਿਹੜੇ ਫਤਿਹਗੜ੍ਹ ਸਾਹਿਬ ਨਾਲ ਸੰਬੰਧਿਤ ਨੇ, ਉਹਨਾਂ ਦਾ ਅੱਜ ਦੱਸਿਆ ਪੁਲਿਸ ਨੇ ਕਿ ਉਹ ਸਾਡੇ ਕੋਲ ਕਸਟਡੀ ਦੇ ਵਿੱਚ ਹੈਗੇ ਨੇ। ਤਾਂ 21 ਨੌਜਵਾਨ 21 ਕਿਸਾਨ ਨੇ ਜਿਹੜੇ ਉਹ ਲਾਪਤਾ ਨੇ। 21 ਦੀ ਗਿਣਤੀ ਗੱਲ ਸਾਹਿਬ ਬਹੁਤ ਹੈ। ਤਾਂ ਉਹ ਸਾਡੇ ਨੌਜਵਾਨ, ਉਹ ਸਾਡੇ ਕਿਸਾਨ, ਉਹ ਸਾਡੇ ਖੇਤਾਂ ਦੇ ਪੁੱਤ ਪੁਲਿਸ ਨੇ ਕਿੱਥੇ ਰੱਖੇ ਨੇ, ਉਹ ਕਿਸ ਹਾਲਤ ਦੇ ਵਿੱਚ ਨੇ, ਇਹ ਪੁਲਿਸ ਦੇ ਉੱਤੇ ਦਬਾਅ ਬਣਾਉਣਾ ਬਹੁਤ ਜ਼ਰੂਰੀ ਹੈ। ਅੰਤਰਰਾਸ਼ਟਰੀ ਲੈਵਲ ਦੇ ਉੱਤੇ ਇਹ ਮਸਲਾ ਵੀ ਉੱਠਣਾ ਚਾਹੀਦਾ ਕਿ ਉਹ 21 ਜਾਣਿਆਂ ਦੇ ਬਾਰੇ ਪੁਲਿਸ ਆ ਜਿਹੜਾ ਉਹ ਜ਼ਰੂਰ ਹੀ ਦੱਸੇ। CCTV ਕੈਮਰੇ ਥਾਂ ਲੱਗੇ ਹੋਏ ਨੇ, ਕਿੱਥੋਂ ਕਿਸ ਥਾਂ ਦੇ ਉੱਤੇ ਪੁਲਿਸ ਉਹਨਾਂ ਨੂੰ ਲੈ ਕੇ ਗਈ ਆ, ਜਾਂ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਹੈਗੇ ਵੀ ਨੇ ਜਾਂ ਨਹੀਂ, ਪੁਲਿਸ ਨੇ ਸਪਸ਼ਟ ਹੈਗਾ ਜਿਹੜਾ ਫੌਰੀ ਕਰਨਾ ਚਾਹੀਦਾ। ਇਸ ਤੋਂ ਇਲਾਵਾ ਗਿੱਲ ਸਾਹਿਬ, ਅੱਜ ਗਾਜ਼ੀਪੁਰ ਬਾਰਡਰ ਦੇ ਉੱਤੇ 10 ਰਾਜਨੀਤਿਕ ਪਾਰਟੀਆਂ ਦੇ 15 ਸੰਸਦ ਮੈਂਬਰ ਗਏ ਸੀਗੇ, ਲੇਕਿਨ ਉਹਨਾਂ ਨੂੰ ਕਿਸਾਨਾਂ ਨਾਲ ਮਿਲਣ ਨਹੀਂ ਦਿੱਤਾ ਗਿਆ। 45 ਮਿੰਟ ਦੇ ਲਗਭਗ ਉੱਥੇ ਪੁਲਿਸ ਦੇ ਨਾਲ ਬਹਿਸਦੇ ਰਹੇ ਕਿ ਅਸੀਂ ਕਿਸਾਨਾਂ ਨੂੰ ਮਿਲਣਾ ਹੈ, ਪਰ ਪੁਲਿਸ ਨੇ ਬਗੈਰ ਕਿਸਾਨਾਂ ਨੂੰ ਮਿਲੇ ਉਹਨਾਂ ਨੂੰ ਵਾਪਸ ਮੋੜ ਦਿੱਤਾ, ਜਿਹਦੇ 'ਚ ਸਾਊਥ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ, ਪੰਜਾਬ ਦੀ ਹਰਸਿਮਰਤ ਕੌਰ ਬਾਦਲ, ਨੈਸ਼ਨਲ ਕਾਂਗਰਸ ਪਾਰਟੀ ਦੇ, ਇਸ ਤੋਂ ਇਲਾਵਾ ਹੋਰ ਵੱਖ-ਵੱਖ 10 ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਜਿਹੜੇ ਉਹ ਮਿਲਣ ਪਹੁੰਚੇ ਸੀ। ਇਸ ਤੋਂ ਇਲਾਵਾ ਗਿੱਲ ਸਾਹਿਬ ਜੇ ਗੱਲਬਾਤ ਕਰੀਏ ਤਾਂ ਇਹ ਪੂਰੇ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਗੱਲ ਚੱਲ ਰਹੀ ਸੀਗੀ ਕਿ ਪੁਲਿਸ ਨੇ ਗਾਜ਼ੀਪੁਰ ਬਾਰਡਰ ਤੋਂ ਮੇਖਾਂ ਪੱਟ ਦਿੱਤੀਆਂ ਨੇ, ਕਿੱਲ ਪੱਟ ਦਿੱਤੇ ਨੇ, ਤਾਂ ਉਹ ਪੱਟੇ ਨਹੀਂ ਹੈਗੇ, ਉੱਥੋਂ ਪੱਟ ਕੇ ਹੋਰ ਥਾਂ ਲਾਤੇ। ਇਹ ਨਹੀਂ ਹੈ ਕਿ ਉੱਥੋਂ ਪੱਟ ਦਿੱਤੇ ਨੇ, ਉਹ ਪੱਟ ਕੇ ਹੋਰ ਥਾਂ ਜਿਹੜੇ ਪੁਲਿਸ ਨੇ ਉਹ ਲਾਏ ਨੇ। ਤਾਂ ਇਹ ਜਿਹੜਾ ਪੁਲਿਸ ਦਾ ਰਵੱਈਆ ਸਾਹਮਣੇ ਆ ਰਿਹਾ ਕਿ ਖੁੱਲੀ ਜੇਲ੍ਹ ਬਣਾਇਆ ਜਾ ਰਿਹਾ, ਓਪਨ ਜੇਲ੍ਹ ਦੀ ਤਰ੍ਹਾਂ ਜਿਹੜਾ ਟਰੀਟ ਆ ਉਹ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ, ਇਹ ਬਹੁਤ ਮੰਦਭਾਗੀ ਗੱਲ ਹੈ। ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਵਿਦੇਸ਼ੀਆਂ ਦੀ ਤਰ੍ਹਾਂ ਸਲੂਕ ਕੀਤਾ ਜਾ ਰਿਹਾ। ਇਹ ਸਾਰੇ ਲੋਕ ਉਹ ਨੇ ਜਿਨ੍ਹਾਂ ਨੇ ਇੱਥੋਂ ਦੇ ਅਨਾਜ ਭੰਡਾਰ ਭਰੇ ਨੇ, ਇਹ ਸਾਰੇ ਲੋਕ ਉਹ ਨੇ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਪਿਛਲੇ 4 ਮਹੀਨਿਆਂ ਤੋਂ ਸੰਘਰਸ਼ ਲੜਦੇ ਆ ਰਹੇ ਨੇ। ਲੇਕਿਨ ਹੁਣ ਸਰਕਾਰ ਜਿਸ ਤਰੀਕੇ ਦਾ ਰਵੱਈਆ ਇਹਨਾਂ ਕਿਸਾਨਾਂ ਪ੍ਰਤੀ ਅਪਣਾ ਰਹੀ ਆ, ਉਹ ਸਰਕਾਰ ਦਾ ਰਵੱਈਆ ਗਾ ਜਿਹੜਾ ਉਹ ਇਸ ਅੰਦੋਲਨ ਨੂੰ ਢਾਹ ਲਾਉਣ ਵਾਲਾ, ਇਸ ਅੰਦੋਲਨ ਨੂੰ ਖੁਦ ਸਰਕਾਰ ਹਿੰਸਾ ਕਰ ਰਹੀ ਆ। ਇੰਟਰਨੈਟ ਬੰਦ ਕਰਨਾ, ਪਾਣੀ ਬੰਦ ਕਰਨਾ, ਰਾਹ ਬੰਦ ਕਰਦੇ ਨੇ। ਜੇ ਉੱਥੇ ਕੋਈ ਹੁਣ ਬਿਮਾਰ ਹੋ ਜਾਏ, ਐਮਰਜੈਂਸੀ ਲੋੜ ਪੈ ਜਾਏ, ਐਂਬੂਲੈਂਸ ਲੰਘਣ ਦਾ ਵੀ ਰਾਹ ਨਹੀਂ ਹੈ। 7 ਪਰਤਾਂ ਦੀ ਸੁਰੱਖਿਆ ਜਿਹੜੀ ਉਹ ਬਣਾ ਦਿੱਤੀ ਗਈ ਆ। ਤਾਂ ਇਹ ਮਤਲਬ ਜਿਹੜਾ ਪੂਰੇ ਦਾ ਪੂਰਾ ਰਵੱਈਆ ਸਰਕਾਰ ਦਾ ਉਹ ਇੱਕ ਹਿੰਸਕ ਰਵੱਈਆ, ਸਰਕਾਰ ਹਿੰਸਾ ਦੇ ਉੱਤੇ ਤਾਰੂ ਹੈ ਜੀ। ਅੱਛਾ, ਹੁਣ ਇਹ ਦੱਸਿਓ ਕਿ ਰਾਜ ਸਭਾ 'ਚ ਜਸਟਿਨ ਟਰੂਡੋ ਬਾਰੇ, ਸਾਡੇ ਪ੍ਰਧਾਨ ਮੰਤਰੀ ਸਾਹਿਬ ਬਾਰੇ ਗੱਲ ਹੋਈ ਆ, ਕੀ ਹੋਈ ਆ ਜੀ? ਜੀ ਗਿੱਲ ਸਾਹਿਬ, ਦੇਖੋ ਰਾਜ ਸਭਾ ਦੇ ਵਿੱਚ ਜਸਟਿਨ ਟਰੂਡੋ ਬਾਰੇ ਜਿਹੜੀ ਚਰਚਾ ਗਈ ਉਹ ਚੱਲੀ ਹੈਗੀ, ਔਰ ਰਾਜ ਸਭਾ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਨੇ ਸਵਾਲ ਪੁੱਛਿਆ ਸੀ ਜਸਟਿਨ ਟਰੂਡੋ ਨੂੰ ਲੈ ਕੇ। ਰਾਜ ਸਭਾ ਮੈਂਬਰ ਨੇ ਅਨਿਲ ਦੇਸਾਈ, ਉਹਨਾਂ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਸੀ ਕਿ ਕੀ ਭਾਰਤ ਸਰਕਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੇ ਵਿੱਚ ਜਾਰੀ ਕਿਸਾਨ ਅੰਦੋਲਨ ਬਾਰੇ ਬਿਆਨ ਬਾਰੇ ਜਾਣਕਾਰੀ ਹੈ। ਜੇ ਹੈ ਤਾਂ ਉਹਨਾਂ ਨੇ ਇਸ ਬਾਰੇ ਕੈਨੇਡਾ ਦੀ ਸਰਕਾਰ ਕੋਲੇ ਇਤਰਾਜ਼ ਦਰਜ ਕਰਾਇਆ। ਉਹਨੇ ਸਵਾਲ ਆ ਜਿਹੜਾ ਪੁੱਛਿਆ, ਇਹ ਸਵਾਲ ਦਾ ਜਵਾਬ ਜਿਹੜਾ ਭਾਰਤ ਸਰਕਾਰ ਦੀ ਤਰਫੋਂ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਦਿੱਤਾ ਹੈ, ਔਰ ਉਹਨੇ ਕਿਹਾ ਕਿ ਅਸੀਂ ਇਹ ਮੁੱਦਾ ਓਟਾਵਾ ਤੇ ਦਿੱਲੀ ਦੋਨਾਂ ਥਾਵਾਂ ਦੇ ਉੱਤੇ ਕੈਨੇਡਾ ਸਰਕਾਰ ਦੇ ਸਾਹਮਣੇ ਚੁੱਕਿਆ। ਕੈਨੇਡਾ ਸਰਕਾਰ ਨੂੰ ਭਾਰਤ ਸਰਕਾਰ ਨੇ ਦੱਸ ਦਿੱਤਾ ਕਿ ਅਜਿਹਾ ਬਿਆਨ ਆ ਜਿਹੜਾ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਕੈਨੇਡਾ ਦਾ ਸਿੱਧਾ ਦਾਖਲ ਹੈ, ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਔਰ ਇਹਦੇ ਨਾਲ ਭਾਰਤ ਦੇ ਕੈਨੇਡਾ ਦੇ ਨਾਲ ਜਿਹੜੇ ਦੋਨਾਂ ਮੁਲਕਾਂ ਦੇ ਰਿਸ਼ਤੇ ਨੇ ਉਹਨਾਂ ਦੇ ਉੱਤੇ ਮਾੜਾ ਅਸਰ ਪਊਗਾ। ਤਾਂ ਇਹ ਰਾਜ ਸਭਾ ਦੇ ਵਿੱਚ ਵੀ ਗਿੱਲ ਸਾਹਿਬ ਜਸਟਿਨ ਟਰੂਡੋ ਦਾ ਨਾਂ ਗਾ ਜਿਹੜਾ ਉਹ ਵਾਰ-ਵਾਰ ਗੂੰਜਿਆ, ਔਰ ਇਹਦੇ ਉੱਤੇ ਸਫਾਈ ਆ ਜਿਹੜੀ ਭਾਰਤ ਸਰਕਾਰ ਨੂੰ ਦੇਣੀ ਪਈ। ਲੇਕਿਨ ਅਮਰੀਕਾ ਜਿਹੜਾ ਹੁਣ ਤੱਕ ਭਾਰਤ ਸਰਕਾਰ ਦੀ ਪਿੱਠ ਦੇ ਉੱਤੇ ਖੜਾ ਦੱਸਿਆ ਜਾ ਰਿਹਾ ਸੀ, ਅੱਜ ਅਮਰੀਕਾ ਨੇ ਵੀ ਕੁਝ ਸਮਾਂ ਪਹਿਲਾਂ ਭਾਰਤ ਸਰਕਾਰ ਨੂੰ ਕਿਹਾ ਗਾ ਕਿ ਕਿਸਾਨ ਅੰਦੋਲਨ ਦਾ ਹੱਲ ਆ ਜਿਹੜਾ ਉਹ ਗੱਲਬਾਤ ਰਾਹੀਂ ਕੱਢਿਆ ਜਾਵੇ। ਕਿਸਾਨ ਲਗਾਤਾਰ ਐਜੀਟੇਸ਼ਨ ਕਰ ਰਹੇ ਨੇ, ਤਾਂ ਤੁਸੀਂ ਇਹਦਾ ਗੱਲਬਾਤ ਰਾਹੀਂ ਹੱਲ ਕੱਢੋ ਜੀ। ਨਵਕਿੰਦਰ ਸਿੰਘ ਪੱਤੀ ਮੇਰੇ ਨਾਲ ਸਟੈਂਡ ਬਾਈ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਛਾ ਪੱਤੀ ਸਾਹਿਬ, ਇਹ ਦੱਸਿਓ 6 ਫਰਵਰੀ ਦਾ
ਜਿਹੜਾ ਇੱਕ ਹੋਰ ਸੱਦਾ ਹੈ ਪੈਦਲ ਮਾਰਚ ਦਾ, ਉਹਦੇ ਬਾਰੇ ਕੀ ਹੰਗਾਰਾ ਤੇ ਤਿੰਨੇ ਬਾਰਡਰਾਂ ਤੇ ਕਿਹੋ ਜਿਹੀ ਸਿਚੁਏਸ਼ਨ ਹੈ? ਟਕੈਤ ਉਹਨਾਂ ਨੂੰ ਰਾਜਨੀਤਿਕ ਬੰਦੇ ਮਿਲ ਰਹੇ ਨੇ, ਸਿੰਘੂ ਬਾਰਡਰ ਦੀਆਂ ਕੁਝ ਖਬਰਾਂ ਘੱਟ ਆ ਰਹੀਆਂ ਨੇ, ਅਪਡੇਟ ਕਰੋ ਤੇ 6 ਫਰਵਰੀ ਦੇ ਬਾਰੇ ਅਖੀਰ 'ਚ ਦੱਸ ਕੇ ਜਾਓ ਕਿ ਕੀ ਹੋ ਸਕਦਾ। ਜੀ ਗਿੱਲ ਸਾਹਿਬ, ਦੇਖੋ ਜਿਹੜੀ ਕਿਸਾਨ ਐਜੀਟੇਸ਼ਨ ਹੈ, ਕਿਸਾਨ ਐਜੀਟੇਸ਼ਨ ਲਗਾਤਾਰ ਅੱਗੇ ਵਧ ਰਹੀ ਆ ਔਰ ਇਸ ਐਜੀਟੇਸ਼ਨ ਦੇ ਵਿੱਚ ਜਿਵੇਂ ਪਹਿਲਾਂ ਸਿੰਘੂ ਬਾਰਡਰ ਮੇਨ ਕੇਂਦਰ ਬਣਿਆ ਹੋਇਆ ਸੀ ਸੰਘਰਸ਼ ਦਾ, ਹੁਣ ਸਿੰਘੂ ਬਾਰਡਰ ਕੇਂਦਰ ਹੈਗਾ, ਉਹਦੇ ਨਾਲ ਨਾਲ ਜਿਹੜਾ ਗਾਜੀਪੁਰ ਵਾਲਾ ਬਾਰਡਰ ਆ ਉਹ ਵੀ ਸੰਘਰਸ਼ ਦਾ ਕੇਂਦਰ ਬਣਿਆ ਹੋਇਆ ਹੈਗਾ। ਸੰਯੁਕਤ ਕਿਸਾਨ ਮੋਰਚੇ ਦੀ ਇਹ ਸਮਝ ਸੀ ਤੇ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਮੰਚ ਤੋਂ ਨਹੀਂ ਬੋਲਣ ਦੇਣਾ ਔਰ ਰਾਜਨੀਤਿਕ ਪਾਰਟੀਆਂ ਨੂੰ ਮੰਚ ਤੋਂ ਦੂਰ ਰੱਖਣਾ ਹੈ। ਲੇਕਿਨ ਰਾਕੇਸ਼ ਟਕੈਤ, ਕਿਉਂਕਿ ਯੂਪੀ ਦੀ ਸਿਆਸਤ ਹੋਰ ਰੂਪ ਦੇ ਵਿੱਚ ਚੱਲਦੀ ਆਈ ਹੈ, ਪੰਜਾਬ ਦੀ ਹੋਰ ਰੂਪ ਦੇ ਵਿੱਚ ਚੱਲਦੀ ਆਈ ਆ, ਜਦੋਂ ਚੌਧਰੀ ਚਰਨ ਸਿੰਘ ਤੋਂ ਬਾਅਦ ਮਹਿੰਦਰ ਸਿੰਘ ਟਕੈਤ ਇੱਕ ਵੱਡੇ ਕਿਸਾਨ ਆਗੂ ਦੇ ਤੌਰ ਦੇ ਉੱਤੇ ਉੱਭਰੇ ਸੀ, ਤਾਂ ਉਦੋਂ ਬਾਅਦ ਵੀ ਉੱਤਰ ਪ੍ਰਦੇਸ਼ ਦੇ ਵਿੱਚ ਉਹ ਰਾਜਨੀਤੀ ਦੇ ਵਿੱਚ ਐਂਟਰ ਕਰਦੇ ਰਹੇ। ਇੱਕ ਵਾਰ ਉਹਨਾਂ ਦੀ ਪਾਰਟੀ ਦੇ ਦਰਜਨ ਦੇ ਲਗਭਗ MLA ਵੀ ਜਿੱਤੇ। ਉਸ ਤੋਂ ਬਾਅਦ ਰਾਕੇਸ਼ ਟਕੈਤ ਵੀ ਹਰ ਵਾਰ ਰਾਜਨੀਤੀ ਦੇ ਵਿੱਚ ਆਪਣਾ ਜ਼ੋਰ ਜਮਾਈ ਹੈ ਜਿਹੜੀ ਉਹ ਕਰਦੇ ਆ ਰਹੇ। ਤਾਂ ਅਜਿਹੇ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਗਾਜੀਪੁਰ ਵਾਲੇ ਬਾਰਡਰ ਵਾਲੇ ਪਾਸੇ ਨੂੰ ਰੁੱਖ ਹੋਣਾ, ਉਹਦਾ ਮੀਡੀਆ ਦੇ ਵਿੱਚ ਵੱਧ ਸੁਰਖੀ ਦਾ ਵਿਸ਼ਾ ਬਣਨਾ ਇੱਕ ਕਾਰਨ ਬਣਿਆ ਹੋਇਆ। ਸੰਯੁਕਤ ਕਿਸਾਨ ਮੋਰਚਾ ਅੱਜ ਵੀ ਇਸੇ ਸਮਝ ਦੇ ਉੱਤੇ ਖੜਾ। ਉਹਨਾਂ ਨੇ ਅੱਜ ਫਿਰ ਮੀਟਿੰਗ ਕੀਤੀ ਹੈ ਕਿ ਰਾਜਨੀਤਿਕ ਆਗੂਆਂ ਨੂੰ ਇਸ ਮੋਰਚੇ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਮੋਰਚਾ ਰਾਜਨੀਤੀ ਵਾਲੇ ਪਾਸੇ ਨੂੰ ਨਾ ਜਾਵੇ। ਗਿੱਲ ਸਾਹਿਬ, ਜੇ ਗਾਜੀਪੁਰ ਵਾਲੇ ਬਾਰਡਰ ਤੋਂ ਆਪਾਂ ਦੇਖੀਏ, ਜੋ ਕੰਡੇਲਾ ਖਾਪ ਪੰਚਾਇਤਾਂ ਦਾ ਇਕੱਠ ਹੋਇਆ, ਉਹਦੇ ਤੋਂ ਕਿਤੇ ਨਾ ਕਿਤੇ ਜਿਹੜਾ ਕਿਸਾਨ ਅੰਦੋਲਨ ਆ ਉਹ ਹੁਣ ਕਿਸਾਨੀ ਮਸਲਿਆਂ ਤੋਂ ਅੱਗੇ ਹੋ ਕੇ JP ਅੰਦੋਲਨ ਦੀ ਤਰ੍ਹਾਂ ਇੱਕ ਸਿਆਸੀ ਅੰਦੋਲਨ ਵਾਲੇ ਪਾਸੇ ਨੂੰ ਜਾਊਗਾ। ਔਰ ਜਿਹੜੇ ਗੱਲ ਰਾਕੇਸ਼ ਟਕੈਤ ਵੀ ਕੱਲ ਬੋਲਿਆ ਕਿ ਹੁਣ ਜੇ ਤੁਸੀਂ ਕਾਨੂੰਨ ਵਾਪਸ ਲੈਣੇ ਆ ਲੈ ਲਓ, ਜੇ ਕਾਨੂੰਨ ਵਾਪਸ ਨਾ ਲੈ ਤਾਂ ਗੱਦੀ ਵੀ ਵਾਪਸ ਲਈ ਜਾ ਸਕਦੀ ਆ, ਤਾਂ ਕਿਤੇ ਨਾ ਕਿਤੇ ਰਾਕੇਸ਼ ਟਕੈਤ ਦਾ ਇਸ਼ਾਰਾ ਗਾ ਜਿਹੜਾ ਉਹ ਇਸ ਪਾਸੇ ਨੂੰ ਨਜ਼ਰ ਆ ਰਿਹਾ ਹੈ। ਲੇਕਿਨ ਜੇ ਸਿੰਘੂ ਬਾਰਡਰ ਤੋਂ ਖੜ ਕੇ ਦੇਖੀਏ ਤਾਂ ਉੱਥੋਂ ਖੜ ਕੇ ਅੰਦੋਲਨ ਆ ਜਿਹੜਾ ਉਹ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਹੀ ਨਜ਼ਰ ਆ ਰਿਹਾ ਹੈਗਾ। ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੱਕ ਹੀ ਅੰਦੋਲਨ ਨੂੰ ਉਹ ਸੀਮਤ ਆ ਜਿਹੜਾ ਉਹ ਰੱਖਣਾ ਚਾਹੁੰਦੇ ਨੇ। ਤਾਂ ਹੁਣ ਜਿਹੜਾ ਇਹ ਅੰਦੋਲਨ ਆ ਕਿਤੇ ਨਾ ਕਿਤੇ ਇਹ ਅੱਡੋ ਅੱਡੀ ਫਰਕਾਂ ਦੇ ਰੂਪ ਦੇ ਵਿੱਚ ਵੀ ਦਿਸੂਗਾ। ਇੱਕ ਗੱਲ ਮੈਨੂੰ ਇਹ ਵੀ ਨਜ਼ਰ ਆ ਰਹੀ ਆ ਕਿ ਸਾਡੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਦੁਨੀਆ ਭਰ ਦੇ ਵਿੱਚ ਤਾਂ ਰੌਲਾ ਪੈ ਰਿਹਾ। 18 ਸਾਲਾਂ ਦੀ ਗ੍ਰੇਟਾ ਨੇ ਪੂਰੀ ਭਾਰਤ ਦੀ ਹਕੂਮਤ ਹਿਲਾ ਕੇ ਰੱਖ ਦਿੱਤੀ ਆ ਔਰ ਦੁਨੀਆ ਭਰ 'ਚ ਹੋ ਰਿਹਾ ਟਵੀਟ, ਸੋਸ਼ਲ ਮੀਡੀਆ ਦੇ ਰਾਹੀਂ ਹੋ ਰਿਹਾ ਪ੍ਰਚਾਰ ਇਸ ਅੰਦੋਲਨ ਦੇ ਪੱਖ ਦੇ ਵਿੱਚ ਖੜਾ ਦਿਖਾਈ ਦੇ ਰਿਹਾ। ਲੇਕਿਨ ਅਸੀਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਅਜੇ ਤੱਕ ਇੱਕ ਦੂਜੇ ਨੂੰ ਸਰਟੀਫਿਕੇਟ ਵੰਡਣ ਲੱਗੇ ਹੋਏ ਆ। ਸੋਸ਼ਲ ਮੀਡੀਆ ਦੇ ਉੱਤੇ ਅਸੀਂ ਪੰਜਾਬ ਵਾਲੇ ਕਿਤੇ ਨਾ ਕਿਤੇ ਵੀ ਤੂੰ ਭਾਈ ਕਿਹਦੇ ਪੱਖ 'ਚ ਆ, ਤੂੰ ਕਿਹਦੇ ਪੱਖ 'ਚ ਆ, ਅਸੀਂ ਇਸ ਗੱਲ ਦੇ ਉੱਤੇ ਲੱਗੇ ਹੋਏ ਆ। ਸੋ ਜਿਹੜਾ ਸਾਥੋਂ ਅੰਦੋਲਨ ਕਿਤੇ ਨਾ ਕਿਤੇ ਪੰਜਾਬ ਵਾਲੇ ਜਿਹੜੇ ਕੇਂਦਰ ਬਿੰਦੂ ਬਣੇ ਹੋਏ ਸੀ, ਪੂਰੀ ਦੁਨੀਆ ਦੇ ਵਿੱਚ ਜਿਹੜੀ ਇਹ ਚਰਚਾ ਚੱਲੀ ਰਹੀ ਸੀ ਕਿ ਪੰਜਾਬੀ ਕੌਮ ਇਸ ਐਜੀਟੇਸ਼ਨ ਦੀ ਅਗਵਾਈ ਕਰ ਰਹੀ ਆ, ਅੱਜ ਕਿਤੇ ਨਾ ਕਿਤੇ ਉਹ ਅੰਦੋਲਨ ਆ ਜਿਹੜਾ ਸਾਡੀਆਂ ਆਪਦੀਆਂ ਗਲਤੀਆਂ, ਸਾਡੀਆਂ ਆਪਦੀਆਂ ਕਮਜ਼ੋਰੀਆਂ ਕਰਕੇ ਉਹ ਅੰਦੋਲਨ, ਇਹ ਤਾਂ ਚੰਗੀ ਗੱਲ ਹੈ ਭਾਰਤ ਪੱਧਰ ਦਾ ਬਣਨਾ ਵੀ ਚਾਹੀਦਾ, ਇਸ ਗੱਲ ਦੇ ਉੱਤੇ ਕੋਈ ਦੋ ਰਾਮਾ ਨਹੀਂ। ਲੇਕਿਨ ਉਹ ਸਿਆਸੀ ਪਾਸੇ ਨੂੰ ਜਾ ਰਿਹਾ, ਸਿਆਸਤ ਵਾਲੇ ਪਾਸੇ ਨੂੰ ਜਾ ਰਿਹਾ, ਇਹ ਸਾਡੇ ਹੱਥਾਂ ਦੇ ਵਿੱਚੋਂ ਜਿਹੜਾ ਉਹ ਕਿਤੇ ਨਾ ਕਿਤੇ ਅਗਵਾਈ ਜਾਣ ਦਾ ਇੱਕ ਕਾਰਨ ਬਣਿਆ ਹੋਇਆ ਹੈਗਾ। ਹੁਣ ਇਸ ਅੰਦੋਲਨ ਦਾ ਅਗਲਾ ਪੜਾਅ ਗਾ ਜਿਹੜਾ ਉਹ 6 ਫਰਵਰੀ ਆ। 6 ਫਰਵਰੀ ਨੂੰ ਪਰ ਤੋਲਣੇ ਨੇ ਕਿਸਾਨ ਜਥੇਬੰਦੀਆਂ ਨੇ ਆਪਣੇ। ਸੰਯੁਕਤ ਕਿਸਾਨ ਮੋਰਚੇ ਨੇ 3 ਘੰਟੇ ਦੇ ਚੱਕਾ ਜਾਮ ਦਾ ਸੱਦਾ ਦਿੱਤਾ। ਬਹੁਤ ਸਾਰੇ ਲੋਕਾਂ ਦੇ ਇਹਦੇ ਤੇ ਇਤਰਾਜ਼ ਵੀ ਆਏ ਸੀ ਕਿ ਇਹ ਐਜੀਟੇਸ਼ਨ ਆ ਜਿਹੜੀ ਉਹ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਤੋਂ ਬਾਅਦ, ਸੰਸਦ ਵੱਲ ਮਾਰਚ 1 ਫਰਵਰੀ ਦਾ ਵਾਪਸ ਲੈਣ ਤੋਂ ਬਾਅਦ ਅੱਗੇ ਨੂੰ ਜਾਣੀ ਚਾਹੀਦੀ ਸੀ, ਪਰ ਇਹ ਜਿਹੜਾ ਭੁੱਖ ਹੜਤਾਲ ਤੋਂ ਬਾਅਦ 3 ਘੰਟੇ ਦੇ ਜਾਮ ਤੇ ਕਿਉਂ ਆਈ? ਇਹਦੇ ਤੇ ਸੰਯੁਕਤ ਕਿਸਾਨ ਮੋਰਚੇ ਦਾ ਸਪਸ਼ਟ ਸੀ ਕਿ ਦੁਬਾਰੇ ਤੋਂ ਇਸ ਐਜੀਟੇਸ਼ਨ ਨੂੰ 26 ਤੋਂ ਬਾਅਦ ਜਿਹੜਾ ਪੈਰਾਂ ਸਿਰ ਕਰਨ ਦੀ ਲੋੜ ਆ। ਤਾਂ ਹੁਣ ਗਿੱਲ ਸਾਹਿਬ 26 ਤੋਂ ਬਾਅਦ 6 ਫਰਵਰੀ ਦਾ ਜਿਹੜਾ ਦਿਨ ਹੈ ਉਹ ਕਿਤੇ ਨਾ ਕਿਤੇ ਇੱਕ ਦੁਬਾਰੇ ਫੇਰ ਜਿਹੜਾ ਉਹ ਇਸ ਐਜੀਟੇਸ਼ਨ ਦਾ ਇਮਤਿਹਾਨ ਹੈ, ਇਸ ਐਜੀਟੇਸ਼ਨ ਦੇ ਪਰ ਤੋਲਣ ਦਾ ਸਵਾਲ ਹੈ। ਇੱਕ ਤਾਂ ਇਹ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਬਾਹਰ 6 ਫਰਵਰੀ ਨੂੰ ਜਿਹੜਾ 3 ਘੰਟੇ ਦਾ ਚੱਕਾ ਜਾਮ ਉਹ ਸਾਊਥ ਦੇ ਵਿੱਚ ਕਿੰਨਾ ਹੁੰਦਾ, ਤਾਮਿਲਨਾਡੂ, ਬੰਗਾਲ, ਇਹਨਾਂ ਸੂਬਿਆਂ ਦੇ ਵਿੱਚ ਕਿਸ ਰੂਪ ਦਾ। ਔਰ ਇਸ ਤੋਂ ਇਲਾਵਾ ਜਿਹੜਾ ਇਸ ਅੰਦੋਲਨ ਦੀ ਹੂਕ ਆ ਜਿਹੜੀ ਉਹਦੇ ਵਿੱਚ ਮਿਡਲ ਕਲਾਸ ਜਾਂ ਨੌਨ ਕਿਸਾਨ ਲੋਕ ਨੇ ਜਿਹੜੇ ਉਹ ਕਿੰਨੇ ਆਉਂਦੇ ਨੇ, ਸਿਆਸੀ ਪਾਰਟੀਆਂ ਕਿਸ ਰੂਪ ਦਾ। ਔਰ 6 ਫਰਵਰੀ ਦਾ ਇਹ 3 ਘੰਟੇ ਦਾ ਚੱਕਾ ਜਾਮ ਸਰਕਾਰ ਦੇ ਲਈ ਵੀ ਇੱਕ ਸਵਾਲ ਹੋਊਗਾ ਔਰ ਕਿਸਾਨ ਆਗੂਆਂ ਦੇ ਲਈ ਉਹਨਾਂ ਦੀ ਜ਼ੋਰ ਜਮਾਈ ਦਿਖਾਉਣ ਦਾ ਵੀ ਇੱਕ ਜਿਹੜਾ ਪ੍ਰੈਸ਼ਰ ਬਿਲਡ ਕਰਨ ਦਾ ਵੀ ਇੱਕ ਵੱਡਾ ਜਿਹੜਾ ਉਹ ਕਾਰਕ ਬਣੂਗਾ। ਤਾਂ ਹੁਣ 6 ਫਰਵਰੀ ਦੇ ਉੱਤੇ ਕਿਸਾਨਾਂ ਦੀਆਂ ਪੂਰੀਆਂ ਨਿਗਾਹਾਂ ਲੱਗੀਆਂ ਹੋਈਆਂ, ਪੂਰੀ ਤਿਆਰੀ ਦੇ ਨਾਲ ਉਹ 6 ਫਰਵਰੀ ਦੇ 3 ਘੰਟੇ ਦੇ ਚੱਕਾ ਜਾਮ ਨੂੰ ਜਿਹੜਾ ਕਾਮਯਾਬ ਕਰਨ ਦੇ ਲਈ ਲੱਗੇ ਹੋਏ ਨੇ।
ਜੀ ਗਿੱਲ ਸਾਹਿਬ। ਧੰਨਵਾਦ ਬਹੁਤ ਬਹੁਤ। ਚਲੋ ਗਰਦ ਥੋੜੀ ਜਿਹੜੀ ਥੱਲੇ ਹੋ ਗਈ, ਦੀਪ ਸਿੱਧੂ ਨੂੰ ਬੋਲਣ ਵਾਲੇ ਗਲਤੀ ਵੀ ਮੰਨ ਰਹੇ ਨੇ, ਮੱਟ ਨੇ ਵੀ ਤੇ ਗੁਰਵਿੰਦਰ ਬਰਾੜ ਨੇ ਵੀ ਮੰਨੀ ਹੈ, ਪੱਤਰਕਾਰ ਵੀ ਮੰਨੂ ਜਿਹੜਾ ਉਹਦੇ ਪਿਤਾ ਜੀ ਦੇ ਬਾਰੇ ਉਂਗਲਾਂ ਕੱਢਦਾ ਸੀ, ਉਹਦੇ ਵੀ ਚਿੱਠੇ ਛਾਪ ਤੇ ਵੀ ਕਿਵੇਂ ਸੈਣੀ ਦਾ ਯਾਰ ਰਿਹਾ ਤੇ ਸੈਣੀ ਨਾਲ ਉਹਦਾ ਪਿਆਲਾ ਸਾਂਝਾ ਰਿਹਾ ਆਉਣ ਵਾਲੇ ਦਿਨਾਂ 'ਚ। ਧੰਨਵਾਦ ਬਹੁਤ ਬਹੁਤ, ਤੇ ਕੱਲ੍ਹ ਨੂੰ ਫੇਰ ਗੱਲਬਾਤ ਕਰਦੇ ਹਾਂ ਜੀ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਇਸ ਨਵਕਿਰਨ ਸਿੰਘ ਪੱਤੀ। ਵਪਾਰਕ ਸੰਦੇਸ਼ ਤੋਂ ਬਾਅਦ ਤੁਹਾਡੀਆਂ ਕਾਲਸ ਅੱਜ ਦੇ ਇਸ ਸੈਗਮੈਂਟ ਦੇ ਬਾਰੇ 604 204 0600 ਤੁਹਾਡੀਆਂ ਕਾਲਸ ਨਵਕਿਰਨ ਸਿੰਘ ਪੱਤੀ ਤੇ ਮੋਰਚੇ ਦੇ ਬਾਰੇ। ਸਰਾਇੰਦਰਜੀਤ ਸਿੰਘ ਦਿਓਲ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਗ੍ਰੇਟਾ ਤੇ ਹਰਿਆਣਾ ਦੇ ਇੱਕ ਟਵੀਟ ਨੇ ਜਾਨੀ ਸਰਕਾਰ ਹਿਲਾ ਕੇ ਰੱਖਤੀ ਬਈ ਕਿੱਡੀ ਹੱਦ ਤੋਂ ਜਾਨੀ ਸਥਿਤੀ ਬਣ ਗਈ ਬਈ ਇੱਕ ਵਿਅਕਤੀ ਦੀ ਪਰਸਨਲ ਰੈਲੀ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਲੈਟਰ ਲਿਖ ਰਹੀ ਆ। ਉਦੋਂ ਬਾਅਦ ਦੇਖੋ ਜੀ, ਫਿਰ ਗਵਰਨਮੈਂਟ ਸਪਾਂਸਰਡ ਸੈਲੀਬ੍ਰਿਟੀਜ਼ ਦੇ ਟਵੀਟ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੈਂ ਤੁਹਾਨੂੰ ਕੱਲ ਰਾਤ ਫੋਟੋ ਵੀ ਭੇਜੀਆਂ ਸੀ। ਉਹ ਦੇਖੋ, ਅਕਸ਼ੇ ਕੁਮਾਰ ਤੇ ਉਹ ਕੁੜੀ ਸੈਨਾ ਨੇਹਵਾਲ, ਉਹਦਾ ਜਮਾ ਹੀ ਸੇਮ ਟੂ ਸੇਮ ਟਵੀਟ। ਜਿਹੜੇ ਹੋਰ 4-5 ਟਵੀਟ ਆਏ ਆ ਵਿਰਾਟ ਕੋਹਲੀ ਜਾਂ ਨਿਲ ਕੁੰਬਲੇ, ਉਹਨਾਂ 'ਚ ਦੇਖੋ 1-2-3 ਸ਼ਬਦ ਸੇਮ, ਇੰਪੈਕੇਬਲ ਸੋਲਿਊਸ਼ਨ, ਹੈ ਨਾ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੱਧਰ ਨੂੰ ਗੱਲ ਜਾ ਰਹੀ ਆ। ਜੇ ਹੁਣ ਆਪਾਂ ਉਹ ਜਿਹੜੇ ਚੱਲ ਰਿਹਾ ਟ੍ਰੈਂਡ ਵੀ ਇੰਡੀਆ ਅਗੇਂਸਟ ਪ੍ਰੋਪੋਗੈਂਡਾ, ਇੰਡੀਆ ਟੂਗੈਦਰ, ਜੇ ਹੁਣ ਆਪਾਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਲੈਟਰ ਦੇਖੀਏ ਜੀ, ਪਹਿਲੀਆਂ 2 ਲਾਈਨਾਂ 'ਚ ਏਡਾ ਵੱਡਾ ਪ੍ਰੋਪੋਗੈਂਡਾ ਵਾ। ਕਹਿੰਦੇ ਅਸੀਂ ਬਿੱਲ ਪਾਸ ਕੀਤੇ ਵੀ ਪੂਰੀ ਡਿਸਕਸ਼ਨ, ਸਾਰਿਆਂ ਨੂੰ ਪਤਾ ਜੀ ਰਾਜ ਸਭਾ 'ਚ ਬਿੱਲ ਪਾਸ ਕਿਵੇਂ ਹੋਏ, ਕੋਈ ਐਡਵਾਈਜ਼ਰੀ ਕਮੇਟੀ ਲਈ ਨਹੀਂ ਭੇਜਿਆ ਗਿਆ, ਕਿਸੇ MP ਨੂੰ ਨਹੀਂ ਬੋਲਣ ਦਿੱਤਾ ਗਿਆ। ਬਸ ਇੰਨਾ ਹੀ ਕਹਿਣਾ ਸੀ। ਧੰਨਵਾਦ ਜੀ ਬਹੁਤ ਬਹੁਤ। ਰਾਜਸਥਾਨੀ ਸਾਹਿਬ, ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਵਕਿਰਨ ਦਾ ਬਹੁਤ ਹੀ ਵਧੀਆ ਉਹਨਾਂ ਨੇ ਅਨਾਲਿਸਿਸ ਕਰ ਦਿੱਤਾ ਵੈਸੇ ਤਾਂ, ਤੇ ਬਹੁਤ ਹੀ ਸਿਆਣਾ ਪੱਤਰਕਾਰ ਆ ਨਵਕਿਰਨ। ਧੰਨਵਾਦ ਜੀ। ਹਾਂਜੀ, ਦੇਖੋ ਇਹ ਜਿਹੜੇ ਮੇਰੇ ਵਿਚਾਰ ਹੁੰਦੇ ਆ, ਆਪਣੇ ਵਿਚਾਰ ਹੁੰਦੇ ਆ, ਆਪਣੀ ਮਨ ਦੀ ਭੜਾਸ ਜਾਂ ਕੋਈ ਦਿਮਾਗ। ਜੈ ਪ੍ਰਕਾਸ਼ ਨਾਰਾਇਣ ਦੇ ਮੂਵਮੈਂਟ ਵਿੱਚ ਜਿਹੜੀ ਨਹਿਰੂ ਜਾਂ ਇੰਦਰਾ ਜਾਂ ਕਾਂਗਰਸ ਸਰਕਾਰ ਸੀ, ਉਹਨੇ ਅੱਤ ਜ਼ੁਲਮ ਦੀ ਚੱਕ ਲਿਆ ਸੀਗਾ, ਸਭ ਜੇਲ੍ਹਾਂ 'ਚ ਸਿੱਟਦੇ ਸੀ, ਹਿਊਮਨ ਰਾਈਟਸ ਦੀ ਲੰਘਣਾ, ਰਾਸ਼ਟਰਪਤੀ ਸ਼ਾਸਨ, ਤੇ ਉਹ ਫਿਰ ਸਰਕਾਰ ਹਾਰ ਗਈ ਸੀਗੀ। ਇਹ ਸੇਮ ਸਟੋਰੀ ਬਣ ਗਈ ਹੁਣ ਉਸ ਦੀਆਂ ਚਾਲਾਂ ਤੇ। ਇਹ ਜਿਹੜੀ BJP ਸਰਕਾਰ ਆ, ਇਹ 19-21 ਹੈਗੀ ਆ। 19 ਕਾਂਗਰਸ, 21 ਕਾਂਗਰਸ, ਇਹ 19-21 ਦਾ ਫਰਕ ਆ ਦੋਹਾਂ ਦਾ। ਹੁਣ ਇਹਦੇ ਵਿੱਚ ਜਿਹੜੀ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਹੈਗੀ ਆ, ਉਹ ਸਿਰੇ ਲਾਤੀ ਇਹਨਾਂ ਨੇ ਕਿਸਾਨਾਂ ਦੇ ਉੱਤੇ। ਕੀ ਨਹੀਂ ਕੀਤਾ ਦੱਸੋ? ਮਤਲਬ ਅੰਤ ਤੋਂ ਅੰਤ ਨੀਚ, ਮਤਲਬ ਗਿਰ ਗਈ ਸਰਕਾਰ ਵੀ। ਉਹੀ ਪਿਛਲੀ ਉਦਾਹਰਨ ਦੁਬਾਰਾ ਦੁਹਰਾ ਦਿੱਤਾ ਗਿਆ। ਅੱਛਾ, ਇਹ ਸਰਕਾਰ ਦਾ ਅੰਤ ਨਿੰਦਨੀय ਕਾਰਨ ਹੋਇਆ। ਇਸ ਗੱਲ ਦੀ ਨਿੰਦਿਆ ਹੋਈ ਸਾਰੇ ਵਿਸ਼ਵ ਦੇ ਵਿੱਚ ਵੀ ਕਿਸਾਨਾਂ ਦੇ ਉੱਤੇ ਤਸ਼ੱਦਦ, ਪੈਰਾਮਿਲਟਰੀ ਤੇ ਖਤਮ ਕਰਨ ਦਾ, ਇਹਨੂੰ ਉਹਨਾਂ ਦਾ ਅਧਿਕਾਰ ਜਿਹੜਾ ਸੀ ਉਹਨੂੰ ਕਿਸ ਤਰ੍ਹਾਂ ਸ਼ਾਮ ਦਾ ਬੇਦੰਡ ਲਾ ਕੇ ਵੀ ਇਸ ਮੂਵਮੈਂਟ ਨੂੰ ਖਤਮ ਕੀਤਾ ਜਾਵੇ। ਤੋ ਹੁਣ ਜਿਹੜੀ ਨਵਕਿਰਨ ਨੇ ਕਿਹਾ ਨਾ ਵੀ ਡਕੈਤ ਨੇ ਕਿਹਾ ਵੀ ਨਹੀਂ ਤਾਂ ਫਿਰ ਸਰਕਾਰ ਜਾਊ ਤੁਹਾਡੀ। ਦੇਖੋ ਇਹ ਇਸ਼ਾਰਾ ਦਿੱਤਾ ਉਹਨੇ ਵੀ ਜੇ ਨਹੀਂ ਤਾਂ ਸਰਕਾਰ ਜਾਊਗੀ, ਫਿਰ ਉਹ ਪਿਛਲਾ ਉਦਾਹਰਨ ਇੰਦਰਾ ਗਾਂਧੀ ਵਾਲਾ ਦੁਹਰਾਇਆ ਜਾਊਗਾ, ਤੇ ਨਹੀਂ ਤਾਂ ਫਿਰ ਨਹੀਂ। ਜਿਹੜੀ ਅੰਦਾ ਤਾਂ ਹੈਗਾ, ਰੋਟੀ ਦਾ ਸਵਾਲ ਹੈਗਾ। ਇੱਕ ਰੋਟੀ ਜਿੱਦਾਂ ਵੀ ਕਣਕ ਦਾ ਮੁੱਲ ਕੀ ਹੈਗਾ, ਅੰਦਾਜ਼ੇ ਦਾ ਤੁਸੀਂ ਮੰਨ ਲਓ ਇਹ ਗੱਲ। ਅੱਛਾ, ਦੂਜਾ ਮੈਂ ਕਹਿੰਦਾ ਹੁੰਦਾ ਵੀ ਘਰ ਘਰ ਭੇਤੀ ਲੰਕਾ ਢਾਵੇ। ਜਿਹੜੇ ਪੰਜਾਬ ਦੇ ਅਸੀਂ ਲੋਕ ਹੈਗੇ ਆ, ਬਾਹਰ ਅੰਦਰ ਬੈਠੇ ਆ, ਸਾਡੀ ਜਿਹੜੀ ਮਨ ਦੀ ਭੜਾਸ ਆ, ਰਾਤਾਂ ਨੂੰ ਨੀਂਦ ਨਹੀਂ ਆਉਂਦੀ ਵੀ ਪੰਜਾਬ ਵਸਦਾ ਰਹੇ, ਪੰਜਾਬ ਵਸਦਾ ਰਹੇ, ਪੰਜਾਬ ਮਜ਼ਬੂਤ ਹੋਵੇ, ਤੇ ਜਿਹੜੀ ਸਾਡੀ ਹਿਸਟਰੀ ਹੈਗੀ ਆ ਉਹ ਸੰਸਾਰ ਦੇ ਵਿੱਚ ਚਮਕਦੀ ਰਹੇ। ਲੇਕਿਨ ਉਹਨੂੰ ਜਿਹੜੀ ਮੈਂ ਕਹਿੰਦਾ ਹੁੰਦਾ ਵੀ ਅੰਦਰ ਗਤੀ, ਘਰ ਘਰ ਭੇਤੀ, ਉਹਨੂੰ ਅਸੀਂ ਆਪਦੇ ਜਿਹੜੇ ਸਾਡੇ ਲੀਡਰ ਸੀ ਪੰਜਾਬ ਦੇ, ਅੱਜ ਤੱਕ ਤੁਸੀਂ ਦੇਖ ਲਓ ਜਿਉਂ ਪੰਜਾਬੀ ਬਣਿਆ, ਇਹਨੂੰ ਆਪ ਹੀ ਖਰਾਬ ਕਰਦੇ ਰਹੇ ਔਰ ਪੰਜਾਬ ਨੂੰ ਪਿੱਛੇ ਲੈ ਗਏ ਔਰ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ। ਆਪਾਂ ਦੂਜਿਆਂ ਤੇ ਇਲਜ਼ਾਮ ਲਾ ਦਿੰਦੇ ਆ, RS ਤੇ, ਇੰਦਰਾ ਗਾਂਧੀ ਤੇ, ਫਲਾਣੀ ਹੈ ਧਮਕੜੀ, ਪਰ ਘਰ ਨਹੀਂ ਕਦੇ ਫਰੋੜਿਆ। ਅੱਛਾ ਲੀਡਰ ਪੰਜਾਬ ਨੂੰ ਅੱਜ ਤੱਕ ਨਹੀਂ ਮਿਲਿਆ, ਤੇ ਪੰਜਾਬ ਸਾਰੇ ਸੂਬਿਆਂ ਦੇ ਪਛੜ ਗਿਆ, 67ਵੇਂ ਨੰਬਰ ਤੇ ਚਲ ਗਿਆ। ਇਹਦੀ ਇਕਨੋਮੀ ਫੇਲ ਹੋ ਗਈ।
ਅੱਛਾ, ਅੱਜ ਦੀ ਜਿਹੜੀ ਸਥਿਤੀ ਹੈਗੀ ਆ, ਜੇ ਖਤਰਾ ਹੋਊਗਾ ਤਾਂ ਇੱਥੇ ਜਿਹੜੇ ਪੰਜਾਬ ਦੇ ਲੀਡਰ ਹੈਗੇ ਆ ਇਹ ਤਲਾਸ਼ ਕਰ ਰਹੇ ਹੈਗੇ ਆ ਗਿੱਲ ਸਾਹਿਬ ਵੀ ਸਾਡਾ ਜਿਹੜਾ ਚੰਡੀਗੜ੍ਹ ਦੀ ਕੁਰਸੀ ਕਿਹਨੂੰ ਮਿਲੇ। ਉਹਨਾਂ ਨੂੰ ਇਹ ਨਹੀਂ ਚਿੰਤਾ ਹੈ, ਜਿਹੜੇ ਪੰਜਾਬ ਦੇ ਲੀਡਰ ਆ ਉਹਨਾਂ ਨੂੰ ਤਾਂ ਇਹ ਹੈਗਾ ਵੀ ਇਸ ਮੂਵਮੈਂਟ ਨੂੰ ਹਾਈਜੈਕ ਕਰੀਏ, ਸਾਨੂੰ ਪੰਜਾਬ ਦੀ ਕੁਰਸੀ ਕਿਹਨੂੰ ਮਿਲੇ, ਇਸ ਚੀਜ਼ ਤੇ ਖੜੇ ਹੈਗੇ। ਜੇ ਇਹ ਚੀਜ਼ ਇਹ ਛੱਡ ਦੇਣ ਤੇ ਇਸ ਵੇਲੇ ਪੰਜਾਬ ਨੂੰ ਕੋਈ ਚੰਗਾ ਲੀਡਰ ਮਿਲ ਜਾਵੇ, ਆਉਣ ਵਾਲੇ ਸਮੇਂ 'ਚ ਕੋਈ ਇਹਦੇ ਵਿੱਚੋਂ ਕੋਈ ਨਿਕਲ ਆਵੇ, ਕੋਈ ਜਿਵੇਂ ਆਮ ਆਦਮੀ ਪਾਰਟੀ ਨਿਕਲੀ ਸੀ, ਤੇ ਫਿਰ ਸਾਡਾ ਭਲਾ ਹੋ ਸਕਦਾ ਹੈਗਾ। ਸੋ ਇੰਨੇ ਕੁ ਵਿਚਾਰ ਹੈਗੇ ਜੀ। ਧੰਨਵਾਦ ਜੀ। ਸ਼ਾਹ ਅਮਰਜੀਤ ਸਿੰਘ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਿੱਧੂ ਬਾਰੇ ਗੱਲ ਕਰਨੀ ਹੈ ਜੀ। ਮੂਵੀ ਐਕਟਿੰਗ ਨੂੰ ਐਕਟਿੰਗ ਚੰਗੀ ਤਰ੍ਹਾਂ ਕਰਨੀ ਆਉਂਦੀ ਆ। ਉਹ ਕਿਤੇ ਬਿਹਾਰ 'ਚ ਨਹੀਂ ਬੈਠਾ, ਕਿਤੇ ਭਈਆਂ ਕੋਲ ਨਹੀਂ ਬੈਠਾ। ਇੰਨਾ ਤਾਂ ਨਹੀਂ ਰਿਹਾ ਬਈ ਬਾਂਦਰ ਵਾਂਗੂ ਕੇਲੇ ਤੇ ਖਿੱਲਾ ਖਾਈ ਜਾਂਦਾ, ਦਿਖਾਈ ਜਾਂਦਾ ਮੂਵੀ 'ਚ ਮੇਰਾ ਬਹੁਤ ਬੁਰਾ ਹਾਲ ਆ, ਮੈਂ ਖਿੱਲਾ ਖਾਂਦਾ, ਕੇਲੇ ਖਾਂਦਾ। ਪਹਿਲਾਂ ਉਹ ਕਹਿੰਦਾ ਸੀ ਮੈਂ ਸ਼ੰਭੂ ਬਾਰਡਰ ਦੇ ਕੋਲੇ ਬੈਠਾ, ਮੈਂ ਕਿਤੇ ਨਹੀਂ ਗਿਆ। ਉਹਨੂੰ ਲਾਗੇ ਥੇ ਨਹੀਂ ਲੱਭਾ। ਹੁਣ ਕੱਚੇ ਜਿਹਾ ਕੋਠੇ 'ਚ ਬਹਿ ਕੇ ਪਾਟੀ ਜਾਂ ਕੰਬਲੀ ਲੈ ਕੇ ਤਾਂ ਮੈਂ ਬਿਹਾਰੀਆਂ 'ਚ ਬੈਠਾ ਕੇ ਏਡੀ ਦੂਰ ਨੱਠ ਗਿਆ। ਇਹ ਜੀ ਐਕਟਾਂ ਕਰਦੇ ਆ, ਇਹ ਨਹੀਂ ਫੁਕਰੇ ਬੰਦੇ ਲੱਖਾਂ ਤੇ ਇਹ ਨਹੀਂ ਪੰਗੇ ਪਾਇਓ ਆ। ਖੈਰ ਤੁਹਾਨੂੰ ਇੰਨਾ ਦਾ ਅਧਿਕਾਰ ਹੈ ਨਹੀਂ ਵੀ ਤੁਸੀਂ ਫੁਕਰੇ ਉਹਨਾਂ ਨੂੰ ਕਹੋ, ਇਹ ਨਹੀਂ ਮੈਂ ਅਧਿਕਾਰ ਤੁਹਾਨੂੰ ਦਿੰਦਾ। ਤੁਸੀਂ ਗੱਲ ਕਹਿ ਸਕਦੇ ਹੋ, ਲਕਬ ਨਾ ਦਿਓ ਕਿਸੇ ਨੂੰ। ਜੇ ਤੁਹਾਡੀ ਨਿਗਾਹ ਉਹਨਾਂ ਨੂੰ ਫੁਕਰੇ ਕਹਿਣ ਤੇ ਹੈ ਤਾਂ ਤੁਹਾਡੀ ਅਜ਼ਮਤ ਕਿਹੋ ਜਿਹੀ ਹੋਣੀ ਆ ਤੁਸੀਂ ਵੀ ਵੇਖੋ। ਕੋਈ ਦੂਸਰਾ ਕਾਦਰ ਆ ਕੇ ਤੁਹਾਨੂੰ ਕਹੇਗਾ। ਸ਼ਬਦ ਸਿੱਧੇ ਰੱਖੋ, ਗੱਲ ਜਿਹੜੀ ਮਰਜ਼ੀ ਕਰੋ। ਸੁਰਿੰਦਰ ਮਾਂਗੜ ਜੀ, ਲਾਈਨ ਨੰਬਰ 4। ਹਾਂਜੀ, ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਸ਼ੁਕਰੀਆ ਤੁਹਾਡਾ, ਤੁਸੀਂ ਪਹਿਰੇਦਾਰੀ ਸਹੀ ਕਰ ਰਹੇ ਹੋ। ਤੁਸੀਂ ਜਿਵੇਂ ਜਵਾਬ ਦਿੱਤਾ, ਕਿਸੇ ਵਾਸਤੇ ਵੀ ਕੋਈ ਇਹੋ ਜਿਹੀ ਗੱਲ ਸ਼ਬਦ ਵਰਤਣੇ ਮਾੜੀ ਗੱਲ ਆ, ਚਾਹੇ ਅਸੀਂ ਉਹਨਾਂ ਨਾਲ ਸਹਿਮਤ ਹੋਈਏ ਚਾਹੇ ਨਾ ਹੋਈਏ। ਬਿਲਕੁਲ। ਤੇ ਇਹੋ ਜਿਹੇ ਅਲੰਕਾਰ ਤਾਂ ਜਿਹੜੇ ਬੰਦੇ ਇੰਨੇ ਚਿਰ ਤੋਂ ਲੜਾਈ ਲੜ ਰਹੇ ਨੇ ਉਹਨਾਂ ਵਾਸਤੇ ਇਹੋ ਜਿਹੀ ਗੱਲ ਆ, ਕਿਉਂਕਿ ਅਸੀਂ ਬਰੀਕੀ ਨਾਲ ਜਾਣਦੇ ਹੀ ਨਹੀਂ। ਅਸੀਂ ਇੱਥੇ ਬੈਠੇ ਆਪਣੇ ਹਿਸਾਬ ਲਾਈ ਜਾਂਦੇ ਹਾਂ। ਬਾਕੀ ਗੱਲ ਇਹ ਆ, ਜਿਹੜਾ ਸੰਘਰਸ਼ ਦੀ ਗੱਲ ਆ ਜੀ, ਉਹ ਜੇ ਆਪਾਂ ਪੁਰਾਣਾ ਇਤਿਹਾਸ ਫਰੋਲੀਏ ਉਹ ਤੋਂ ਲੈ ਕੇ ਤਾਂ ਆਪਾਂ ਸ਼ਾਇਦ ਬਹੁਤ ਪੁਰਾਣੇ ਇਤਿਹਾਸ ਦੇ ਵਿੱਚ ਸੰਘਰਸ਼ ਹੋਊਗਾ। ਪਰ 100 ਸਾਲਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿੰਨੀ ਵਾਰੀ ਸੰਘਰਸ਼ ਹੋਇਆ, ਕਿੰਨੀ ਵਾਰੀ ਉੱਠੇ ਫੇਰ ਬਹਿ ਗਏ ਫੇਰ ਉੱਠੇ, ਇਹ ਚੱਲਦਾ ਰਿਹਾ। ਤੇ ਮੈਨੂੰ ਤਾਂ ਲੱਗਦਾ ਵੀ ਜਿਵੇਂ ਆਪਣੇ ਗੁਰੂਆਂ ਨੇ 10 ਜਾਮਿਆਂ ਦੇ ਵਿੱਚ ਸੰਘਰਸ਼ ਕੀਤਾ, ਉਹ ਆਪਾਂ ਨੂੰ ਵਿਰਾਸਤ ਇਹੀ ਦੇ ਗਏ ਕਿ ਤੁਸੀਂ ਯੋਧੇ ਹੋ। ਤੁਸੀਂ ਜਿੱਥੇ ਵੀ ਕਿਤੇ ਕੋਈ ਗਲਤ ਗੱਲ ਹੋਊਗੀ, ਜਿੱਥੇ ਵੀ ਕਿਤੇ ਕੋਈ ਬੇਇਨਸਾਫੀ ਹੋਊ, ਤੁਸੀਂ ਖੜੋਗੇ। ਉਹ ਆਪਾਂ ਨੂੰ ਜਿਹੜਾ ਆਸ਼ੀਰਵਾਦ ਸੰਘਰਸ਼ ਦਾ ਹੀ ਆ। ਜਿਹੜਾ ਰਾਜ ਦੀ ਸਥਾਪਤੀ ਵਾਲੀ ਗੱਲ ਆ, ਉੱਥੇ ਆ ਕੇ ਫਿਰ ਦੇਖ ਲਓ ਜਿਵੇਂ ਹੁਣ ਆਪਾਂ ਨੂੰ ਕੋਈ ਪ੍ਰਾਪਤੀ ਹੋਣੀ ਸੀ, ਹੁਣ ਦੇਖ ਲਾ ਆਪਸ ਦੇ ਵਿੱਚ ਲੜਾਈ ਪਾ ਕੇ ਬਹਿ ਗਏ। ਤੇ ਬਾਕੀ ਗੱਲ ਇਹ ਆ ਗਿੱਲ ਸਾਹਿਬ, ਜਿਹੜਾ ਪੰਜਾਬ ਦੇ ਵਿੱਚ ਸਾਨੂੰ ਕੋਈ ਇਹੋ ਜਿਹਾ ਲੀਡਰ ਨਹੀਂ ਮਿਲਿਆ ਜਿਹੜਾ ਬੌਧਿਕ ਪੱਧਰ ਦੇ ਉੱਤੇ ਬਹੁਤ ਚੇਤਨ ਹੋਵੇ, ਪਰ ਉਹਦੀ ਜਿਹੜੀ ਭਾਸ਼ਾ ਹੋਵੇ ਉਹ ਆਮ ਲੋਕਾਂ ਵਰਗੀ ਹੋਵੇ। ਜਿਵੇਂ ਲੱਖਾ ਗੱਲਾਂ ਕਰਦਾ, ਜਿਵੇਂ ਹੋਰ ਵੀ ਬਹੁਤ ਗੱਲਾਂ ਕਰਦੇ ਨੇ। ਭਾਵੇਂ ਆਪਾਂ ਚੱਲ ਬਾਦਲ ਨਾਲ ਸਹਿਮਤ ਨਹੀਂ, ਬਾਦਲ ਨੇ ਵੀ ਮੋਮੋ ਠਗਣੀਆਂ ਗੱਲਾਂ ਕੀਤੀਆਂ ਜਿਨ੍ਹਾਂ ਨਾਲ ਲੋਕ ਜੁੜਦੇ ਸੀ। ਭਗਵੰਤ ਮਾਨ ਵੀ ਗੱਲਾਂ ਕਰਦਾ ਰਿਹਾ, ਉਹਨਾਂ ਨਾਲ ਲੋਕ ਤਾਂ ਹੀ ਜੁੜੇ ਕਿ ਇਹ ਸਾਡੇ ਵਰਗਾ ਬੰਦਾ ਸਾਡੇ ਵਰਗੀ ਗੱਲ ਕਰਦਾ। ਪਰ ਨਾਲ ਦੀ ਨਾਲ ਇਹ ਉਹਦੇ ਵਿੱਚ ਗੁਣ ਹੋਣ ਨਾਲ ਜੇ ਕਿਤੇ ਨਾਲ ਬੌਧਿਕ ਤੌਰ ਤੇ ਵੀ ਉਹ ਚੇਤਨ ਹੋਵੇ ਬੰਦਾ, ਫੇਰ ਪੰਜਾਬ ਨੂੰ ਕੋਈ ਨਾ ਕੋਈ ਦਿਸ਼ਾ ਮਿਲ ਸਕਦੀ ਆ। ਕਿਉਂਕਿ ਇਹ ਜਿਹੜਾ ਕੁਛ ਵੀ ਹੁਣ ਉੱਥੇ ਹੋਇਆ, ਲੱਖੇ ਉਹਨਾਂ ਨੇ ਪੂਰਾ ਜ਼ੋਰ ਲਾਇਆ, ਪੂਰਾ ਐਨ ਜਿਵੇਂ ਕਹਿੰਦੇ ਪੈਰ ਕੱਢ ਕੇ ਜ਼ੋਰ ਲਾਇਆ। ਪਰ ਉਹ ਜੇ ਕਿਤੇ ਬੌਧਿਕ ਪੱਧਰ ਤੇ ਇੰਨੇ ਕੁ ਤੇਜ਼ ਹੁੰਦੇ, ਉਹ ਆਪਣੇ ਨਾਲ ਲੋਕਾਂ ਨੂੰ ਜੋੜਦੇ, ਆਪਣਾ ਸੰਗਠਨ ਬਣਾ ਲੈਂਦੇ। ਤੇ ਉਹਨਾਂ ਨੂੰ ਆਏ ਕਿਤੇ ਮੱਖਣੀ ਚੋਂ ਬਾਲ ਵਾਂਗੂ ਕੱਢ ਕੇ ਛੱਡ ਦਿੰਦੇ। ਉਹ ਸੱਚੇ ਦਿਲੋਂ ਲੱਗੇ ਹੋਏ ਸੀ, ਉਹਨਾਂ ਨੇ ਕੋਈ ਸੰਗਠਨ ਨਹੀਂ ਬਣਾਇਆ। ਸੱਚੇ ਦਿਲ ਵਾਲਾ ਜਦੋਂ ਬੰਦਾ ਅਗਵਾਈ ਕਰਦਾ, ਉਹਨੂੰ ਇਹ ਜਿਹੜੇ ਜਿਨ੍ਹਾਂ ਨੂੰ ਇਹ ਆਉਂਦੀਆਂ ਨੇ ਗੱਲਾਂ ਦੋਗਲੀਆਂ ਤਰ੍ਹਾਂ ਦੀਆਂ, ਚਾਹੇ ਬਾਦਲ ਵੇਲੇ ਤੋਂ ਲੈ ਕੇ ਹੁਣ ਤੱਕ ਜਿਹੜੇ ਵੀ ਲੀਡਰ ਉੱਠੇ ਨੇ, ਉਹਨੂੰ ਭਗਾ ਕੇ ਪਰੇ ਮਾਰ ਦੇਣ, ਉਹਨੂੰ ਭਾਟ ਨਹੀਂ ਦੇ ਦਿੰਦੇ ਨੇ। ਸੱਚਾ ਵਿਚਾਰਾ ਬੰਦਾ ਬੈਠਾ ਰਹਿ ਜਾਂਦਾ। ਥੈਂਕ ਯੂ ਜੀ। ਧੰਨਵਾਦ ਜੀ। ਕਰਨ ਬਸਰਾਂ ਜੀ, ਲਾਈਨ ਨੰਬਰ 5। ਗਿੱਲ ਸਾਹਿਬ ਸਤਿਕਾਰ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਐਂਡ ਹਾਂਜੀ, ਗੱਲ ਤਾਂ ਗਿੱਲ ਸਾਹਿਬ ਦੇਖੋ ਇਹ ਹੈਗੀ ਆ ਕਿ ਪੰਜਾਬ 'ਚ ਜੰਮਿਆਂ ਨੂੰ ਕਹਿੰਦੇ ਨਿਤ ਮੁਹਿੰਮਾਂ। ਸੋ ਗੱਲ ਤਾਂ ਇੱਥੇ ਕਿ ਖੜੀ ਹੁੰਦੀ ਹੈ। ਦੇਖੋ ਸੰਘਰਸ਼ ਬਾਰੇ ਮੈਂ ਕੋਈ ਜ਼ਿਆਦਾ
ਕਿਉਂਕਿ ਜਿੰਨੀ ਆਪਾਂ ਜ਼ਿਆਦਾ ਹਨਾ ਆਪਣੇ ਆਪ ਨੂੰ वेदांती ਬਣਨ ਦੀ ਕੋਸ਼ਿਸ਼ ਕਰਦੇ ਉਨੀ ਜ਼ਿਆਦਾ ਕੰਟਰੋਵਰਸੀ ਕ੍ਰੀਏਟ ਕਰਦੇ ਆ। ਹਰੇਕ ਦੇ ਆਪਣੇ ਆਪਣੇ ਹੈਗੇ। ਮੈਂ ਇੱਕ ਸਕਾਲਰ ਸਾਡੇ ਵੀਰ ਹੈਗੇ ਆ, ਮੈਂ ਬੇਨਤੀ ਕਰਦਾ ਕਿ ਕਿਸੇ ਨੂੰ ਵੀ ਜੇ ਤੁਸੀਂ ਭੰਡਣਾ ਹੈਗਾ ਸੱਭਿਅਕ ਭਾਸ਼ਾ ਦਾ ਉਪਯੋਗ ਕਰੋ ਪਲੀਜ਼। ਐ ਕਿਸੇ ਨੂੰ ਮਤਲਬ ਕਿ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈਗੀ। ਸੰਸਦੀय ਭਾਸ਼ਾ ਜਿਹੜੀ ਹੁੰਦੀ ਆ ਉਹਦੇ ਨਾਲ ਹੀ ਤੁਸੀਂ ਆਪਣੀ ਗੱਲ ਕਹਿ ਸਕਦੇ ਹੈਗੇ ਆ। ਸੋ ਪਾਰਲੀਮੈਂਟਰੀ ਲੈਂਗੁਏਜ ਦਾ ਇਹੀ ਮਤਲਬ ਹੁੰਦਾ ਗਿੱਲ ਸਾਹਿਬ। ਚਾਹੇ ਤੁਸੀਂ ਕਿਸੇ ਨਾਲ ਨਹੀਂ ਵੀ ਲੱਕੇ ਸਿਧਾਣੇ ਨਾਲ ਜਾਂ ਦੀਪ ਸਿੱਧੂ ਨਾਲ ਕਿਸੇ ਦਾ ਮਨਮੁਟਾਵ ਹੋਊਗਾ, ਬਟ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਨਾ ਮਤਲਬ ਕਹੋ। ਪਤਾ ਨਹੀਂ ਕੱਲ ਨੂੰ ਹਾਲੇ ਵਿੱਚੋਂ ਕੀ ਨਿਕਲਣਾ ਹੈਗਾ ਜੀ। ਫੇਰ ਕਹਿੰਦੇ ਹੁੰਦੇ ਆ ਮੂੰਹੋਂ ਕਹੀ ਹੋਈ ਗੱਲ ਆ ਜਿਹੜੀ ਨਾ ਉਹ ਮੁੜ ਕੇ ਤੀਰ ਕਮਾਨ ਚੋਂ ਤੇ ਬੋਲ ਜਵਾਨ ਚੋਂ ਨਿਕਲਿਆ ਮੁੜ ਕੇ ਨਹੀਂ ਆਉਂਦਾ ਹੈਗਾ। ਬਾਕੀ ਗਿੱਲ ਸਾਹਿਬ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨੀ ਆ ਕਿ ਸਾਡੀ ਕੌਮ ਬਾਰੇ ਬਹੁਤ ਕੁਝ ਦੱਸ ਕੇ ਗਏ ਆ ਬਾਈ ਜੀ ਹੁਣੀ, ਕਿਉਂਕਿ ਸਾਨੂੰ ਆਬਾਦੀ ਸਰਦਾਰੀ ਮਿਲੀ ਹੋਈ ਹੈ ਜਿਹੜੀ। ਸੋ ਸਰਦਾਰ ਦਾ ਮਤਲਬ ਹੁੰਦਾ ਲੀਡਰ। ਹੁਣ ਆਪਾਂ ਜਿਹੜੀ ਡਾਕੂ ਹੁੰਦੇ ਸੀ ਫਿਲਮਾਂ ਵਿੱਚ ਉਹਨਾਂ ਦਾ ਜਿਹੜਾ ਲੀਡਰ ਹੁੰਦਾ ਸੀ ਉਹਨੂੰ ਕਹਿੰਦੇ ਯਾਰ ਸਰਦਾਰ। ਸੋ ਇਹ ਸਰਦਾਰੀ ਤੋਂ ਭਾਵ ਇਹ ਹੈਗਾ ਹੁਣ ਜਿੱਥੇ ਸਾਰੇ ਸਰਦਾਰ ਹੋ ਜਾਣੇ ਫਿਰ ਉੱਥੇ ਕੁਛ ਨਾ ਕੁਛ ਤਾਂ ਹੁਣ ਏਦਾਂ ਦਾ ਖੜਕਾ ਚੱਲੀ ਜਾਣਾ ਹੈਗਾ ਜੀ। ਇਹ ਗੁਰੂ ਦੀਆਂ ਬਖਸ਼ਾਂ ਹੈਗੀਆਂ। ਬਾਕੀ ਪ੍ਰਮਾਤਮਾ ਭਲੀ ਕਰੂਗਾ। ਮੌਕੇ ਦੀਆਂ ਹਾਕਮ ਸਰਕਾਰਾਂ ਨੂੰ, ਚਾਹੇ ਉਹ ਕਾਂਗਰਸ ਸੀਗੀ ਚਾਹੇ ਉਹ ਬੀਜੇਪੀ ਆ, ਕੋਈ ਵੀ ਆ, ਜਿਹੜਾ ਚੰਗਾ ਕੰਮ ਕਰੂਗਾ ਮੈਂ ਉਹਦੀ ਚੰਗੀ ਦੀ ਵੀ ਆਪਣੇ ਵਧੀਆ ਉਹਨੂੰ ਕਹੂੰਗਾ, ਜੇ ਕੋਈ ਮਾੜੀ ਕਹੂਗਾ ਮਾੜੀ ਵੀ ਕਹਾਂਗੇ। ਔਰ ਇੱਕ ਗਿੱਲ ਸਾਹਿਬ ਬੇਨਤੀ ਹੈ ਛੋਟੀ ਜਿਹੀ, ਇੱਥੇ ਸਾਡੇ ਨਾ ਬਹੁਤ ਸੂਝਵਾਨ ਕਲਰ ਹੈਗੇ ਆ, ਉਹ ਹਮੇਸ਼ਾ ਹੀ ਆ ਕੇ ਪੰਜਾਬ ਨੂੰ, ਸਾਡੇ ਪੰਜਾਬੀਆਂ ਨੂੰ, ਸਾਡੇ ਲੀਡਰਾਂ ਨੂੰ ਜੀ ਇਹਨਾਂ ਨੂੰ ਚੰਡੀਗੜ੍ਹ ਦੀ ਕੁਰਸੀ ਮੈਂ ਬੇਨਤੀ ਕਰਦਾ ਰਾਜਸਥਾਨੀ ਸਾਹਿਬ ਨੂੰ, ਵੈਸੇ ਬਹੁਤ ਸਿਆਣੇ ਹੈਗੇ ਆ, ਬਜ਼ੁਰਗ ਹੈਗੇ ਆ, ਬਟ ਉਹ ਇਸ ਤਰ੍ਹਾਂ ਕਹਿੰਦੇ ਵੀ ਪੰਜਾਬ ਦੇ ਜਿਹੜੇ ਲੀਡਰ ਆ ਉਹ ਕਮਲੇ ਆ, ਜਨਤਾ ਵੀ ਕਮਲੀ ਆ। ਜਿੰਨੀ ਅਕਲ ਹੈਗੀ ਸਾਰੀ ਰਾਜਸਥਾਨੀਆਂ ਕੋਲ ਹੀ ਆ, ਜਾਂ ਰਾਜਸਥਾਨ ਦੇ ਵਿੱਚ ਸਾਰੀ ਹੈਗੀ ਅਕਲ। ਮੈਨੂੰ ਸਮਝ ਨਹੀਂ ਆਉਂਦੀ ਇਹ ਕਿਹੜੇ ਬਿੱਲੇ ਕਿੱਥੇ ਇਹ ਡੀਲ ਕਰਾਉਂਦੇ ਸੀਗੇ। ਕਦੇ ਕਹਿੰਦੇ ਕੈਪਟਨ ਵੀ ਸਾਡਾ ਬੰਦਾ ਆ, ਕਦੇ ਕਹਿੰਦੇ ਚੰਡੀਗੜ੍ਹ ਲੁਧਿਆਣੇ ਤੋਂ ਬਿੱਟੂ ਨੂੰ ਵੀ ਅਸੀਂ ਜਿਤਾਇਆ। ਇਹ ਮੈਨੂੰ ਸਮਝ ਨਹੀਂ ਆਉਂਦੀ ਗੱਲ, ਇਹ ਕਿਹੜੀ ਹੈਸੀਅਤ 'ਚ ਬਿਆਨ ਦਿੰਦੇ ਇੱਦਾਂ ਦੇ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਆ ਕੇ। ਸੋ ਪੰਜਾਬ ਇਹਨਾਂ ਨੂੰ ਪੁੱਛੋ ਕਿ ਪੰਜਾਬ ਦੇ ਵਿੱਚ ਗੌਰਮੈਂਟ ਚੱਲਣ ਦਿੱਤੀ ਪਹਿਲਾਂ? ਪ੍ਰਤਾਪ ਸਿੰਘ ਕਹਿਰਾਂ ਤੋਂ ਬਾਅਦ ਜਦੋਂ ਪੰਜਾਬੀ ਸੂਬਾ ਮਿਲਿਆ ਉਸ ਵੇਲੇ ਛਾਂਗਦਾ ਪੰਜਾਬ ਨੂੰ ਸਾਰਿਆਂ ਨੂੰ। ਜੇ ਕਿਤੇ ਪੰਜਾਬ ਅਕਾਲੀ ਗੌਰਮੈਂਟ ਬਣ ਗਈ ਕਮਿਊਨਿਸਟਾਂ ਨਾਲ ਰਲ ਕੇ ਜਾਂ ਕਿਸੇ ਨਾਲ ਰਲ ਕੇ ਜਾਂ ਜਨਸੰਘੀ ਨਾਲ ਰਲ ਕੇ, ਉਹ ਮੇਰੇ ਖਿਆਲ 6 ਮਹੀਨੇ 1.5 ਮਹੀਨੇ ਤੋਂ ਵੱਧ ਨਹੀਂ ਚੱਲਣ ਦਿੱਤੀ। ਅੱਜ ਆਪਾਂ ਗੱਲ ਕਰਦੇ ਸੀਗੇ ਨਕੋਦਰ ਕਾਂਡ ਦੀ, ਉਸ ਵੇਲੇ ਗਵਰਨਮੈਂਟ ਕਿਹਦੀ ਸੀਗੀ? ਸ਼੍ਰੋਮਣੀ ਅਕਾਲੀ ਦਲ ਦੀ ਜੀ। ਨਹੀਂ, ਉਸ ਵੇਲੇ ਬਰਨਾਲਾ ਸਰਕਾਰ ਸੀਗੀ, ਬਰਨਾਲਾ ਸਰਕਾਰ ਸੀਗੀ। ਔਰ ਖਹਿਰਾ ਸਾਹਿਬ ਜਿਹੜੇ ਗੱਲ ਕਰਦੇ ਇਹਨਾਂ ਦੇ ਫਾਦਰ ਸਾਹਿਬ ਉਹਦੇ ਮਿਨਿਸਟਰ ਸੀਗੇ। ਜਾਂ ਤਾਂ ਗੱਲ ਨੂੰ ਕਲੀਅਰ ਕਰੋ, ਉਹ ਵੀ ਲੋਕੀ ਬਾਦਲ ਦੇ ਮੱਥੇ ਮਰ ਦਿੰਦੇ ਆ। ਦੇਖੋ ਬਾਦਲ ਸਾਹਿਬ ਨੇ, ਗਿੱਲ ਸਾਹਿਬ, ਜਦੋਂ ਤੁਹਾਨੂੰ ਪਤਾ ਇੰਨਾ ਜ਼ੋਰ ਜ਼ਬਰ ਸੀਗਾ ਜਿਸ ਵੇਲੇ ਅਜਨਾਲੇ ਵਾਲੀ ਸੀਟ ਜਿੱਤੀ ਆ ਬੇਅੰਤ ਸਿੰਘ ਦੇ ਵੇਲੇ, ਔਰ ਗਿੱਦੜਵਾਹੇ ਤੋਂ ਜਿਹੜਾ MLA ਬਣਾਏ ਸੀਗੇ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ, ਪੌੜੀ ਦਾ ਉਹਨਾਂ ਨੇ ਚੜਾਇਆ ਨਾ। ਬਾਅਦ ਵਿੱਚ ਹੁਣ ਚਲੋ ਤਾਏ ਭਤੀਜੇ ਦੀ ਵਿਗੜ ਗਈ ਜਾਂ ਕੁਛ ਵੀ ਹੈਗਾ ਆ, ਬਟ ਜਿਹੜੀ ਅਸਲੀਅਤ ਆ। ਸੋ ਪੰਜਾਬ ਦੇ ਲੀਡਰ ਇਹ ਦੱਸਣ ਕਿ ਕਿਹੜਾ ਲੀਡਰ ਨੇ ਜਾ ਕੇ ਕੁਰਸੀ ਲੈ ਲਈ ਦਿੱਲੀ ਦੀ। MLA ਤੋਂ ਬਗੈਰ ਕੁਰਸੀ ਨਹੀਂ ਮਿਲਦੀ, ਨਾ ਕੋਈ ਸੈਂਟਰ ਦਿੰਦਾ। ਸੈਂਟਰ ਨੇ ਦਿੱਤੀ ਆ, ਜਿੱਦਾਂ ਆਪਣੇ ਉਸ ਵੇਲੇ ਰੱਸੀ ਪਿੱਛੋਂ ਪੌੜੀ ਖਿੱਚ ਲਈ। ਚਰਨ ਸਿੰਘ ਗਵਰਨਮੈਂਟ ਬਣਾਈ ਸੀਗੀ ਕਾਂਗਰਸ ਨੇ, ਪੌੜੀ ਖਿੱਚ ਲਈ। ਥੈਂਕ ਯੂ। ਇਹਨਾਂ ਦਾ ਬਹੁਤ ਬਹੁਤ ਬੇਨਤੀ, ਥੋੜਾ ਆਪਣੇ ਸ਼ਬਦਾਂ ਨੂੰ ਸਹੀ ਕਰਨ। ਥੈਂਕ ਯੂ, ਧੰਨਵਾਦ ਜੀ। ਬਿਲਕੁਲ ਸਾਰੇ ਨਾਲ ਇੱਕ ਸਟੇਟ ਨੂੰ ਤੁਸੀਂ ਗਦਾਰ ਨਹੀਂ ਕਹਿ ਸਕਦੇ, ਸਟੇਟ ਦੀ ਰਾਜਨੀਤੀ। ਹੁਣ ਮੈਂ ਵੇਟ ਤੁਹਾਨੂੰ ਕਰਨੀ ਪੈਣੀ ਹੈ ਸਾਰੇ ਕਾਲਰਸ ਨੂੰ ਜੀ। ਟਾਪ ਆਫ ਆਵਰ ਨਿਊਜ਼ ਚਲਾਉਣੀ ਹੈ ਤੇ ਉਹਦੇ ਬਾਅਦ ਆ ਕੇ ਸਾਰਿਆਂ ਦੀਆਂ ਕਾਲਸ ਲੈਣਾ ਜੀ। ਸਾਡੇ ਸਤਿਕਾਰਯੋਗ ਕਾਲਰਾਂ ਨੂੰ ਲੈਣ ਤੋਂ ਪਹਿਲਾਂ ਇੱਕ ਦੱਸਦੇ ਹਾਂ ਕਿ ਸ਼ੇਰੇ ਪੰਜਾਬ ਰੇਡੀਓ ਤੇ ਸਵੇਰੇ 7 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਿਹੜਾ 15 ਘੰਟੇ ਲਾਈਵ ਟਾਕ ਸ਼ੋਅ ਚੱਲਦੇ ਨੇ। ਸਵੇਰ ਦੇ ਸਮੀਰ ਕੌਸ਼ਲ ਸਾਹਿਬ ਦੇ ਪ੍ਰੋਗਰਾਮ ਤੋਂ ਸ਼ੋਅ ਤੋਂ ਸ਼ੁਰੂ ਹੋ ਕੇ ਆਖਰੀ ਸ਼ੋਅ ਜਿਹੜਾ 8 ਵਜੇ ਮਨਪ੍ਰੀਤ ਰੰਧਾਵਾ ਪੰਜਾਬ ਤੋਂ ਪੇਸ਼ ਕਰਦੇ ਨੇ। ਜਦ ਉੱਥੇ ਦਿਨ ਚੜ੍ਹਦਾ ਤੁਸੀਂ ਰਾਤ ਨੂੰ ਪੈਣ ਤੋਂ ਪਹਿਲਾਂ ਸਾਰੀਆਂ ਖਬਰਾਂ ਜਿਹੜੀਆਂ ਸੁਣ ਕੇ ਫਿਰ ਪੈ ਸਕਦੇ। ਤੁਹਾਡੇ 8 ਵਜੇ ਉੱਥੇ ਸਵੇਰ ਦੇ 9:30 ਵਜੇ ਨੇ। ਇੱਕੋ ਇੱਕ ਰੇਡੀਓ ਸਟੇਸ਼ਨ ਆ ਸ਼ੇਰੇ ਪੰਜਾਬ, ਜਿਹਦੇ ਤੇ 15 ਘੰਟੇ ਕੰਟੀਨਿਊ ਟਾਕ ਸ਼ੋਅ ਤੇ ਨਿਊਜ਼ ਚੱਲਦੀਆਂ ਸਵੇਰੇ 7 ਤੋਂ ਰਾਤ ਨੂੰ 10 ਵਜੇ ਤੱਕ। ਸਰ ਸਵਰਨਜੀਤ ਸਿੰਘ, ਲਾਈਨ ਨੰਬਰ 6। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਈ ਗੱਲ ਇਹ ਆ ਜਾਂ ਨਿਊਜ਼ਾਂ ਸੁਣ ਰਹੇ ਸੀ ਅਸੀਂ ਅੱਜ, ਤੇ ਮੋਦੀ ਦਾ ਭਰਾ ਮੇਰਾ ਖਿਆਲ ਲਖਨਊ ਉਤਰਿਆ ਸੀਗਾ ਤੇ ਉਹਨੂੰ 100 ਬੰਦਾ ਅੱਗਾਂ ਲੈਣ ਗਿਆ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੁੜ ਕੇ ਉਹਦਾ ਭਰਾ ਉੱਥੇ ਧਰਨਾ ਮਾਰ ਕੇ ਬਹਿ ਗਿਆ ਵੀ ਪਹਿਲਾਂ ਮੇਰੇ ਬੰਦੇ ਛੱਡੋ ਫਿਰ ਮੈਂ ਜਿੱਦਾਂ ਕਹਾਂ ਜਾਊਂਗਾ। ਉਹ ਕੋਈ ਮੀਟਿੰਗ ਕਰਨ ਗਿਆ ਸੀਗਾ। ਸੋ ਕਿਸਾਨ ਜਥੇਬੰਦੀਆਂ ਨੂੰ ਵੀ ਇੱਦਾਂ ਹੀ ਚਾਹੀਦਾ ਵੀ ਜਿਹੜੇ 26 ਵਾਲੇ ਦਿਨ ਦੇ ਕੇਸ ਬਣੇ ਆ, ਟਰੈਕਟਰ ਅੰਦਰ ਹੈ, ਬੰਦੇ ਅੰਦਰ ਹੈ, ਵੀ ਗੱਲਬਾਤ ਹੀ ਫੇਰ ਕਰਨੀ ਆ। ਪਹਿਲਾਂ ਉਹ ਸਾਰਿਆਂ ਨੂੰ ਛੱਡੋ ਤੇ ਮਾਹੌਲ ਨੂੰ ਵਧੀਆ ਬਣਾਓ, ਮਤਲਬ ਫੇਰ ਹੀ ਗਾਹਾਂ ਗੱਲਬਾਤ ਹੋ ਰਹੀ ਹੈ। ਕਿਉਂਕਿ ਪੰਜਾਬ ਦੇ ਵਿੱਚੋਂ ਦਿੱਲੀ ਜਾ ਕੇ ਕੇਸ ਤਰੀਕਾ ਪੈਣੀਆਂ ਤੇ ਕੇਸ ਚ ਕਰਨੇ ਇੰਨੀ ਦੂਰ ਜਾ ਕੇ ਔਖਾ ਬਹੁਤ ਹੈ।
ਤੇ ਨੰਬਰ 2 ਤੇ ਕਿਤੇ ਹੋਇਆ ਤਾਂ ਤੁਸੀਂ ਲੱਖੇ ਹੋਣਾ ਨੂੰ, ਜਿੱਦਾਂ ਵੀਰ ਜੀ ਹੋਣਾ ਨੂੰ ਕਿਤੇ ਟਰਾਈ ਕਰੋ ਵੀ ਜਿੱਦਾਂ 에ਅਰ ਤੇ ਲਿਆ ਕੇ ਤੇ ਮਤਲਬ ਉਹਨਾਂ ਦੀ ਕੋਈ ਗੱਲਬਾਤ ਕਰਾਓ, ਕਿਉਂਕਿ ਦੁਨੀਆ ਤਕਰੀਬਨ ਅੱਧੋ ਅੱਧੀ ਹੋਇਆ ਪਿਆ ਕੰਮ। ਦੁਨੀਆ ਉਹਨਾਂ ਨੂੰ ਚਾਹਣ ਵਾਲੇ ਬਹੁਤ ਆ ਲੋਕ ਜਿੱਦਾਂ, ਸੋ ਉਹਨਾਂ ਨੂੰ ਵੀ ਕਿਤੇ ਹਾਜ਼ਰੀ ਉਹਨਾਂ ਦੀ ਲਵਾਓ। ਤੇ ਮੈਂ ਵੀਰ ਜੀ ਨੂੰ ਬੇਨਤੀ ਕਰਦੇ ਜਿਹੜੇ ਪਹਿਲਾਂ ਕਹਿ ਗਏ ਸੀ ਵੀ ਕੇਲੇ ਤੇ ਛਿੱਲਾ ਖਾਣ ਵਾਲੇ ਬੰਦੇ, ਹਰ ਬੰਦਾ ਬਾਂਦਰ ਨਹੀਂ ਹੁੰਦਾ। ਕੇਲੇ ਤੇ ਛਿੱਲਾ ਉਹ ਵੀ ਖਾਂਦੇ ਹੋਣੇ ਆ, ਮਤਲਬ ਖਿੱਲਾ ਉਹ ਵੀ ਖਾਂਦਾ ਹੋਊਗਾ ਆਪ, ਇਹਦਾ ਮਤਲਬ ਬਾਂਦਰ ਥੋੜ੍ਹੀ ਆ। ਸੋ ਥੋੜ੍ਹੀ ਸੀ ਭਾਸ਼ਾ ਜਿਹੜੀ ਉਹ ਸੱਭਿਆ ਰੱਖਣੀ ਚਾਹੀਦੀ ਆ। ਉਹ ਗੱਲ ਥੋੜ੍ਹੀ ਜਿਹੀ ਗਲਤ ਗੱਲ ਅਸੀਂ ਜਿਹੜੀ ਆ ਉਹ ਕਹਿ ਗਏ, ਤੇ ਉਹ ਇੱਦਾਂ ਨਹੀਂ ਚਾਹੀਦਾ ਜਿੱਦਾਂ। ਥੈਂਕ ਯੂ ਜੀ। ਬਿਲਕੁਲ ਜੀ, ਧੰਨਵਾਦ। ਤੇ ਬਹਿ ਕੇ ਗੱਲਾਂ ਬੜੀਆਂ ਕਰਨੀਆਂ ਸੌਖੀਆਂ ਇੱਥੋਂ। ਨਾਲੇ ਉਹਨਾਂ ਨੇ ਇਹ ਨਹੀਂ ਕਿਹਾ ਮੈਂ ਬਿਹਾਰ ਬੈਠਾ, ਉਹਨਾਂ ਨੇ ਕਿਹਾ ਬਿਹਾਰੀ ਬੰਦਿਆਂ ਕੋਲ ਬੈਠਾ। ਸੁਣ ਲਿਆ ਕਰੋ ਪਹਿਲਾਂ, ਤੇ ਬੋਲਣ ਤੋਂ ਪਹਿਲਾਂ ਆਪਣੇ ਸ਼ਬਦ ਨਾਪ ਲਿਆ ਕਰੋ। ਸਾਰਿਆਂ ਨੂੰ ਸਤਿਕਾਰ ਮਿਲਦਾ ਹੈ, ਤੁਸੀਂ ਵੀ ਸਤਿਕਾਰ ਆਪਣਾ ਰੱਖੋ, ਪਰ ਗਲਤ ਨਾ ਬੋਲੋ ਬਿਲਕੁਲ। ਸਰਦਾਰ ਜਸਵੀਰ ਸਿੰਘ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ, ਪਹਿਲਾਂ ਤੇ ਤੁਹਾਡਾ ਧੰਨਵਾਦ ਵੇ। ਮੈਂ ਨਿਊਯਾਰਕ ਤੋਂ ਬੋਲ ਰਿਹਾ ਵੀ ਤੁਸੀਂ ਮੇਰੇ ਫੇਵਰਟ ਹੋ, ਤੇ ਤੁਹਾਨੂੰ ਸਲੂਟ ਹੈ ਵੀ ਤੁਸੀਂ ਇੱਕੋ ਫੇਵਰਟ ਵੀ ਆਪੀ, ਤੇ ਬਾਕੀ ਤੇ ਜਿੱਧਰ ਹਵਾ ਆਈ ਉਧਰ ਚਲੇ ਜਾਂਦੇ ਨੇ ਹੋਸਟ ਵੀ। ਮੇਰਾ ਸਲੂਟ ਹੈ, ਤੁਸੀਂ ਬੜੀ ਬੈਲੈਂਸ ਨਾਲ ਗੱਲ ਕਰਨੇ ਹੋ। ਅੱਛਾ, ਮੈਂ ਗੱਲ ਕਰਨੀ ਚਾਹੁੰਦਾ ਅੱਜ ਦੇ ਆਪਣੇ ਸੰਘਰਸ਼ ਦੇ ਜਿਹੜਾ ਉਤਰਾਅ ਚੜ੍ਹਾਅ ਆ ਰਿਹਾ, ਜਿਹੜੀ ਹਮਾਇਤ ਮਿਲ ਰਹੀ, ਉਹਦੇ ਤੇ ਗੱਲ ਕਰਨੀ ਚਾਹੁੰਦਾ। ਵੇਖੋ, ਜਿਹੜੀ ਹੁਣ ਕਿਸਾਨੀ ਸੰਘਰਸ਼ ਨੂੰ ਇੰਟਰਨੈਸ਼ਨਲ ਪਰਸਨੈਲਿਟੀਆਂ ਵੱਲੋਂ ਜਿਹੜੇ ਟਵਿੱਟਰ ਰਾਹੀਂ ਹਮਾਇਤ ਮਿਲ ਰਹੀ ਹੈ ਨਾ, ਸੱਚ ਜਾਣਿਓ ਮੈਂ ਤਾਂ ਗੁਰੂ ਦਾ ਬੰਦਾ, ਗੁਰੂ ਤੇ ਭਰੋਸਾ ਰੱਖਦਾ। ਸਾਰੀ ਹਮਾਇਤ ਜਿਹੜਾ 26 ਜਨਵਰੀ ਤੋਂ ਲਾਲ ਕਿਲੇ ਤੇ ਖਾਲਸੇ ਦਾ ਝੰਡਾ ਚੜਿਆ ਨਾ, ਉਹਦੇ ਕਰਕੇ, ਉਹਦੀ ਕਿਰਪਾ ਗੁਰੂ ਦੀ। ਕਿਉਂਕਿ ਜਦੋਂ 26 ਨੂੰ ਇਹ ਝੰਡਾ ਚੜਿਆ ਸੀ ਨਾ, 26 ਦੀ ਸ਼ਾਮ ਨੂੰ 3-4 ਵਜੇ ਜਿਹੜੇ ਝੰਡਾ ਚਾੜਨ ਵਾਲੇ ਸੀ ਜਾਂ ਜਿਹੜੇ ਰਿਪੋਰਟਰ ਸੀ, ਉਹਨਾਂ ਨੇ ਪੁੱਠੀਆਂ ਛਾਲਾਂ ਮਾਰਨੀਆਂ ਸ਼ੁਰੂ ਕਰਤੀਆਂ। ਬੜਾ ਵੱਡਾ ਨੁਕਸਾਨ ਹੋ ਗਿਆ। ਦੀਪ ਸੰਧੂ ਨੇ ਝੰਡਾ ਚਾੜ ਕੇ ਢਾਹ ਲਾਤੀ। ਸੰਘਰਸ਼ ਦੀ ਜਿਹੜੀ ਇੰਟਰਨੈਸ਼ਨਲ ਨਿਊਜ਼ ਬਣਨੀ ਸੀ ਉਹ ਨਹੀਂ ਬਣੀ, ਜਾਣ ਕੇ ਦੀਪ ਸੰਧੂ ਨੇ ਢਾਹ ਲਾਤੀ। ਵੇਖੋ, ਉਸ ਦਿਨ 26 ਨੂੰ 27 ਨੂੰ ਇੰਟਰਨੈਸ਼ਨਲ ਨਿਊਜ਼ ਤੁਸੀਂ ਵੇਖ ਲਓ, ਨਿਊਜ਼ ਬਣੀ ਸੀਗੀ, ਬੜੀ ਵੱਡੇ ਲੈਵਲ ਤੇ ਬਣੀ ਸੀਗੀ। ਤੇ ਹੁਣ ਤੁਸੀਂ ਵੇਖੋ, ਹੁਣ ਇੰਟਰਨੈਸ਼ਨਲ ਪਰਸਨੈਲਿਟੀ ਜਿਹੜੇ ਉਸੇ ਨਿਊਜ਼ ਦੇ ਆਧਾਰ ਤੇ ਜਿਹੜੀਆਂ ਵਧੇਰ ਟਵੀਟ ਕਰ ਰਹੀਆਂ, ਹਮਾਇਤ ਕਰ ਰਹੀਆਂ, ਸਾਰਿਆਂ ਨੂੰ ਇਹ ਕਹਿ ਰਹੇ ਨੇ ਇਹ ਜਾਣ ਕੇ ਖਾਲਿਸਤਾਨੀ ਨੇ ਜਾਂ ਸਿੱਖ ਫॉर ਜਸਟਿਸ ਦੇ ਸੰਪਰਕ ਚ ਨੇ, ਸਿੱਖ ਫॉर ਜਸਟਿਸ ਇਹਨਾਂ ਤੋਂ ਕੰਮ ਲੈ ਲਈਏ। ਦੇਖੋ, ਗੱਲ ਮੈਂ ਕਲੀਅਰ ਕਰਦਾ, ਮੈਂ ਸਿੱਖ ਫॉर ਜਸਟਿਸ ਦਾ ਵਲੰਟੀਅਰ ਹਾਂ, ਮੈਂ ਲੁਕਾਉਂਦਾ ਨਹੀਂ। ਠੀਕ ਜੀ। ਇਸ ਟਾਈਮ ਤੱਕ ਸਿੱਖ ਫॉर ਜਸਟਿਸ ਨੇ ਕਿਸੇ ਨਾਲ ਲਿੰਕ ਨਹੀਂ ਕੀਤਾ, ਨਾ ਇਹ ਸਾਰੇ ਖਾਲਿਸਤਾਨੀ ਨੇ। ਪਰ ਇੱਕ ਗੱਲ ਯਾਦ ਰੱਖ ਲੈਣ ਸਾਰੇ ਸੁਣਨ ਵਾਲੇ ਵੀ, ਟਾਈਮ ਆਉਣ ਵਾਲਾ ਜਦੋਂ ਰਿਫੰਡਨ ਆ ਸਾਲ ਹੋ ਜਾਣਾ, ਕਿਉਂ ਜਿਹੜਾ ਰਿਫੰਡਨ ਹੈ, ਜਿਹੜਾ ਖਾਲਿਸਤਾਨ ਹੈ, ਇੰਟਰਨੈਸ਼ਨਲ ਲੈਵਲ ਦਾ ਹਿਊਮਨ ਰਾਈਟ ਇਸ਼ੂ ਹੈਗਾ। ਇਸੇ ਤਰ੍ਹਾਂ ਇਹ ਸਾਰੇ ਦੇ ਸਾਰੇ ਜਾਂ ਅੱਧੇ, ਕੋਈ ਤੁਸੀਂ ਯਾਦ ਰੱਖੋ, ਜੇ ਟਵਿੱਟਰ ਰਾਹੀਂ ਖਾਲਿਸਤਾਨ ਰਿਫੰਡਨ ਦੀ ਹਮਾਇਤ ਕਰਨਗੇ, ਤਕੜੇ ਹੋ ਜਾਓ, ਇੱਕ ਆਪਣੀ ਵੋਟ ਬਣਾਓ ਤੇ ਤੁਸੀਂ ਰਿਫੰਡਨ ਦੇ ਹੱਕ ਚ ਪਾਓ ਜੀ। ਮਿਹਰਬਾਨੀ ਸਰਦਾਰ ਸਾਹਿਬ, ਗੱਜ ਦੇ ਵਾਸਤੇ ਰਹੋ। ਮਿਹਰਬਾਨੀ। ਧੰਨਵਾਦ ਜੀ ਸਰਦਾਰ ਜੀ ਜਸਵੀਰ ਸਿੰਘ ਜੀ। ਸਰਦਾਰ ਰਣਜੀਤ ਸਿੰਘ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਬਾਕੀ ਸਾਰਿਆਂ ਨੇ, ਕਾਲਰ ਨੇ ਬਹੁਤ ਵਧੀਆ ਵਿਚਾਰ ਦਿੱਤੇ, ਪਰ ਮੇਰੀ ਇੱਕ ਇਸ ਮੰਚ ਤੋਂ ਅਪੀਲ ਹੈ ਕਿ ਸਾਰੇ ਪੰਜਾਬੀਆਂ ਨੂੰ ਜਿੱਥੇ ਜਿੱਥੇ ਸੁਣਦੇ ਆ ਵੀ ਆਹ ਜਿਹੜੇ ਇੱਕ ਪੋਸਟਾਂ ਦੇ ਉੱਤੇ ਕਿਸੇ ਨੂੰ ਗਦਾਰ, ਕਿਸੇ ਦਾ 57 ਦਿਨਾਂ ਦਾ ਹਿਸਾਬ ਲੈਣਾ, ਕਦੀ ਲੱਖੇ ਸਿਧਾਣੇ ਨੂੰ, ਇਹ ਬੰਦ ਕੀਤਾ ਜਾਵੇ, ਹੈ ਨਾ। ਦੂਸਰੀ ਗੱਲ ਇਹ ਹੈ ਵੀ ਇਹਨਾਂ ਨੂੰ ਯੰਗ ਆਇਆ ਸੀ ਵੀ ਸਾਨੂੰ ਵੀ ਸਮਝਣਾ ਚਾਹੀਦਾ, 3-4 ਸਟੇਟਾਂ 'ਚ ਜੰਗ ਇਕੱਲੇ ਪੰਜਾਬ 'ਚ ਨਹੀਂ ਸੀਗੇ, ਗੁੱਸੇ ਵਾਲੀ ਗੱਲ ਨਹੀਂ ਗੀ। ਦੇਖੋ, ਉਹਨਾਂ ਨੇ ਵੀ ਜੀਂਦ ਵਾਲੀ ਰੈਲੀ ਤੇ ਟਕੈਤ ਨੇ ਵੀ ਕਹਿਤਾ ਪੰਜਾਬ ਹੀ ਲੀਡ ਕਰੂਗਾ, ਹਨਾ। ਜੇ ਉਦੋਂ ਲਾਲ ਕਿਲੇ ਵਾਲੀ ਗੱਲ, ਚਲੋ ਝੰਡਾ ਚੜਾਉਣ ਵਾਲੀ ਜਿੱਦ ਸੀ ਜਾਂ ਸੋਚ ਸੀਗੀ, ਵਧੀਆ ਹੋ ਗਿਆ, ਚਲ ਚੜਾ, ਪਰ ਬਾਅਦ ਚ ਬੰਦਿਆਂ ਨੂੰ ਵੀ ਆ ਕੇ ਦੁਬਾਰਾ ਬਾਰਡਰ ਤੇ ਖੜਨਾ ਚਾਹੀਦਾ। ਸਾਰੇ ਚਾਲੇ ਪਾ ਗਏ ਸੀਗੇ, ਹਨਾ। ਤੇ ਗੱਲ ਇਹ ਹੈ ਕਿ ਉਹਨਾਂ ਨੇ ਤਾਂ ਆ ਕੇ, ਚਲੋ ਬਜ਼ੁਰਗ ਸੀ ਜਿਹੜੇ ਉਗਰਾਹਾਂ ਜਾਂ ਰਾਜੇਵਾਲ ਜਾਂ ਡੱਲੇ ਵਾਲੇ, ਇਹ ਤਾਂ ਫੇਰ ਜੀਂਦ ਵਾਲੀ ਰੈਲੀ ਤੇ ਚੜੂਣੀ ਆ ਕੇ ਖੜ ਗਏ, ਅੱਜ ਤਾਈਂ ਖੜੇ ਨਹੀਂ ਗਏ ਆ ਕੇ, ਹਨਾ। ਸੋ ਸਾਰਿਆਂ ਨੂੰ ਅਪੀਲ ਹੈ ਵੀ ਸਰਟੀਫਿਕੇਟ ਨਾ ਦੇਣ। ਦੂਜਾ, ਦੀਪ ਸਿੱਧੂ ਨੇ ਵੀ ਫੋਟੋਆਂ ਪਾ ਕੇ ਲੋਕਾਂ ਨੂੰ ਕਾਰਡ ਛਾਪੇ ਆ ਵੀ ਮੈਂ ਧਰਮਿੰਦਰ ਨਾਲ, ਫਲਾਨੇ ਨਾਲ। ਧਰਮਿੰਦਰ ਸਨੀ ਉਹਨਾਂ ਦਾ ਵੀ ਸਾਰਿਆਂ ਨੂੰ ਪਤਾ ਹੈ, ਹਨਾ, ਵੀ ਕਿੱਥੇ ਗਏ ਆ। ਸੋ ਇਦਾਂ ਦੀਆਂ ਚੀਜ਼ਾਂ ਹੈ ਵੀ ਇਹ ਵੀ ਕਲੀਅਰ ਇਹਨਾਂ ਨੂੰ ਕਰਨਾ ਚਾਹੀਦਾ ਆ ਵੀ ਆ ਕੇ ਜੇ ਤੁਰ ਗਏ ਕੋਈ ਗੱਲ ਨਹੀਂ, ਫਿਰ ਕੀ ਆ ਕੇ ਬਾਰਡਰ ਤੇ ਦੁਬਾਰਾ ਖੜ ਬਹਿ ਜਾਂਦੇ। ਟਕੈਤ ਵੀ ਬੈਠ ਹੀ ਗਿਆ ਸੀਗਾ, ਉਹਨੂੰ ਕਿਹੜਾ ਚੱਕ ਕੇ ਲੈ ਗਏ। ਧੰਨਵਾਦ ਜੀ ਵੀਰ ਜੀ। ਕੋਸ਼ਿਸ਼ ਕਰ ਰਹੇ ਹਾਂ ਜੀ, ਮੈਂ ਉਹਨਾਂ ਦਾ ਕੋਈ ਫੋਨ ਨਹੀਂ ਚੱਲਦਾ, ਨਹੀਂ ਤਾਂ ਤੁਹਾਡੇ ਸਨਮੁਖ ਸਾਰਿਆਂ ਦੇ ਕਰਾਂ, ਤੁਸੀਂ ਗੱਲਬਾਤ ਕਰੋ, ਪਰ ਉਹਨਾਂ ਦੇ ਫੋਨ ਜਿਹੜੇ ਨੰਬਰ ਸੀ ਉਹ ਚੱਲ ਨਹੀਂ ਰਹੇ ਜੀ। ਕਿਸੇ ਕੋਲ ਹੋਵੇ ਕੰਟੈਕਟ ਤਾਂ ਮੈਨੂੰ ਭੇਜਿਓ, ਮੈਂ ਲੈ ਕੇ ਆਵਾਂ ਜਦੇ। ਲਾਈਨ ਨੰਬਰ 4, ਸਰਦਾਰ ਇੰਦਰਜੀਤ ਸਿੰਘ। ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ ਕਰਦੀ ਕਲਾ ਜੀ। ਗਿੱਲ ਸਾਹਿਬ, ਛੇਤੀ ਨਿਬੇੜ ਦੀਏ, ਹੋਰ ਵੀ ਕਾਲਰ ਲਾਈਨ ਜੀ ਜੀ ਜੀ। ਪਹਿਲਾਂ ਬੇਨਤੀ ਆ ਸਤਿਕਾਰਯੋਗ ਸਰੋਤਿਆਂ ਨੂੰ
ਅਸੀਂ ਬਹੁਤ ਆਪਣੇ ਆਪ ਨੂੰ ਕਹਿੰਦੇ ਆਪਾਂ ਵੀ ਇੱਕ ਵਿਕਸਿਤ ਦੇਸ਼ 'ਚ ਰਹਿੰਦੇ ਹਾਂ। ਜਦੋਂ ਆਪਾਂ 에ਅਰ ਤੇ ਗੱਲ ਕਰਨੇ ਆਪਣੀ ਭਾਸ਼ਾ ਤੇ ਕੰਟਰੋਲ ਰੱਖਿਆ ਕਰਨ ਜੀ, ਕਿਸੇ ਦੇ ਆਪਣੇ ਆਪ ਨੂੰ ਨਾ ਬਣਿਆ ਕਰਨ। ਦੂਜੀ ਗੱਲ ਗਿੱਲ ਸਾਹਿਬ, ਇੰਡੀਅਨ ਹਕੂਮਤ ਇੰਨਾ ਆਪਣਾ ਜਲੂਸ ਕਢਾ ਰਹੀ ਆ ਇੰਟਰਨੈਸ਼ਨਲ ਲੈਵਲ ਤੇ। ਉਹ ਗ੍ਰੇਟਾ ਥਨਬਰਗ 9 ਸਾਲ ਦੀ ਕੁੜੀ ਆ, ਹੱਦ ਕਰਤੀ ਉਹਨਾਂ ਨੇ, ਉਹ ਮਜ਼ਾਕ ਦਾ ਪਾਤਰ ਬਣ ਗਏ, ਉਹਦੇ ਤੇ ਪਰਚਾ ਕਰਤਾ ਉਹਨਾਂ ਦੀ। ਤੁਸੀਂ ਇੱਥੋਂ ਉਹਨਾਂ ਲੋਕਾਂ ਦੀ ਮੈਂਟੈਲਿਟੀ ਆਪਾਂ ਨੂੰ ਤਾਂ ਚਲੋ ਕਿਸੇ ਉਹਦੀ ਪ੍ਰਮਾਣ ਦੀ ਲੋੜ ਨਹੀਂ, ਜਿਹੜੇ ਇਹਨਾਂ ਦਾ ਹੱਕ ਪੂਰਦੇ ਨੇ। ਸੌਰੀ ਟੂ ਸੇ, ਇੱਥੇ ਕਈ ਹੋਸਟ ਵੀ ਵਿਚਾਰੇ ਉਹ ਕਹਿੰਦੇ ਨੇ ਵੀ ਅਸੀਂ ਠੀਕ ਆ, ਸਾਨੂੰ ਬੋਲਣ ਦਾ ਬਹੁਤ ਵਧੀਆ ਤਜਰਬਾ ਤੇ ਸਾਡੀ ਸੋਚ ਬੜੀ ਚੰਗੀ ਹੈ। ਉਹਨਾਂ 'ਚ ਸਾਰੀਆਂ ਕੁਆਲਿਟੀਆਂ ਨੇ, ਬਾਕੀ ਸਾਰੇ ਮਾੜੇ ਨੇ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸ਼ਾਇਦ ਸਰੋਤਿਆਂ ਨੂੰ ਪਤਾ ਲੱਗ ਗਿਆ ਹੋਣਾ, ਕਈ ਏਦਾਂ ਪ੍ਰਟੈਂਡ ਵੀ ਕਰਦੇ ਨੇ। ਤੇ ਦੂਸਰੀ ਗੱਲ ਇਹ ਹੈ ਜੀ, ਬੜੀ ਚੜ੍ਹਦੀ ਕਲਾ 'ਚ ਉੱਥੇ ਮੋਰਚਾ ਚੱਲ ਰਿਹਾ। ਜਿਹੜੇ ਪਿੰਡਾਂ 'ਚੋਂ ਉਮੀਦ ਤੱਕ ਨਹੀਂ ਸੀ, ਮੇਰਾ ਆਪਣਾ ਖੰਨਾ ਏਰੀਆ ਸੇਮ ਹੈ ਜੀ, ਖੱਟੜਾ ਪਿੰਡ ਆ ਮੇਰਾ, ਤੇ ਆਪਣਾ ਏਰੀਆ ਦੇ ਆਲੇ ਦੁਆਲੇ ਥੋੜੇ ਜਿਹੇ ਪਿੱਛੇ ਸੀਗੇ ਜਦੋਂ ਇਹ ਚੱਲਿਆ ਮੋਰਚਾ, ਪਰ ਕਮਾਲ ਕਰਤੀ ਜੀ। ਹਰ ਪਿੰਡ ਦੇ ਵਿੱਚੋਂ ਪੰਚਾਇਤਾਂ ਮਤੇ ਪਾ ਰਹੀਆਂ ਨੇ, ਫੰਡਸ ਜਿੱਥੇ ਤੱਕ ਉਹ ਇਕੱਠੇ ਕਰ ਸਕਦੇ ਨੇ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਰਹੇ ਨੇ। ਚੜ੍ਹਦੀ ਕਲਾ 'ਚ ਮੂਵਮੈਂਟ ਜਾ ਰਹੀ ਆ। ਇਹ ਲਾਉਣੇ ਬਿਆਨਬਾਜ਼ੀਆਂ ਛੱਡੋ, ਸਾਡੇ ਵੀਰ ਨੇ ਦੀਪ ਤੇ ਲੱਖੇ ਹੋਣੀ, ਜੋ ਉਹ ਕਰ ਗਏ ਉਹ ਵੀ ਸਮੇਂ ਦੀ ਲੋੜ ਸੀ, ਜੋ ਜਥੇਬੰਦੀਆਂ ਕਰ ਰਹੀਆਂ ਨੇ ਉਹ ਵੀ ਸਮੇਂ ਦੀ ਲੋੜ ਆ। ਇੰਨਾ ਧੰਨਵਾਦ ਜੀ। ਹਕੂਮਤ ਨੇ ਆਪਣਾ ਜਲੂਸ ਆਪੇ ਕੱਢ ਰਹੀ ਆ। ਟਵਿੱਟਰ ਜੇ ਰਿਹਾਨਾ ਉਹਨਾਂ ਨੇ ਪਾਤੇ ਤਾਂ ਇਹਨਾਂ ਦਾ ਜਲੂਸ ਕੱਢਦਾ। ਸਾਰਿਆਂ ਨੂੰ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਵੀ ਪੂੰਛਾਂ ਨੂੰ ਅੱਗ ਲੱਗੀ ਪਈ ਆ ਉਹਨਾਂ ਦੇ। ਇੰਡੀਅਨ ਹੋਮ ਅਫੇਅਰ ਟਵੀਟ ਕਰ ਰਿਹਾ ਹੈਸ਼ਟੈਗ ਕਰਕੇ। ਰਵਿਸ਼ ਕੁਮਾਰ ਕਹਿੰਦਾ ਹੈਸ਼ਟੈਗ ਚੈਨਲਸ ਦਾ ਕੰਮ ਹੁੰਦਾ, ਇਹਨਾਂ ਦਾ ਕੰਮ ਨਹੀਂ ਹੁੰਦਾ, ਹੋਮ ਮਿਨਿਸਟਰੀਆਂ ਦਾ ਕੰਮ ਨਹੀਂ ਹੁੰਦਾ ਕਿਸੇ ਨੂੰ ਹੈਸ਼ਟੈਗ ਕਰਕੇ ਉਹ ਗਾਣਾ। ਤਾਂ ਇੱਥੋਂ ਆਪਾਂ ਅਨੁਮਾਨ ਲਾ ਸਕਦੇ ਹਾਂ ਜੀ। ਚੜ੍ਹਦੀ ਕਲਾ ਚਲੋ, ਕਿਸਾਨ ਏਕਤਾ ਜਿੰਦਾਬਾਦ। ਸਤਿ ਸ਼੍ਰੀ ਅਕਾਲ ਜੀ। ਨਾਲ ਹੀ ਰਿਹਾਨਾ ਦੇ ਟਵੀਟ ਤੋਂ ਬਾਅਦ ਜਿਹੜਾ ਕੰਗਣਾ ਨੇ ਸਰਦਾਰ ਜਗਮੀਤ ਸਿੰਘ ਉਹਨਾਂ ਨੂੰ ਟੈਰਰਿਸਟ ਕਿਹਾ, ਖਾਲਿਸਤਾਨੀ ਕਿਹਾ, ਉਹ ਵੀ ਉਹਦੇ ਵੱਲ ਵੀ ਨਿਗਾਹ ਮਾਰਨੀ ਚਾਹੀਦੀ ਹੈ। ਸਰਦਾਰ ਮਨਜੀਤ ਸਿੰਘ, ਲਾਈਨ ਨੰਬਰ 5। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਵੀਰ ਜੀ, ਮੋਰਚਾ ਬਹੁਤ ਚੜ੍ਹਦੀ ਕਲਾ 'ਚ। ਮੈਂ ਤਾਂ ਜਸਟ ਆਪਾਂ ਤਾਂ ਸਿੰਪਲ ਜਿਹੇ ਬੰਦੇ ਆ, ਇਹੀ ਗੱਲ ਕਹਿਣੀ ਸੀ ਵੀ ਸਰਟੀਫਿਕੇਟ ਸਾਡੇ ਵੀ ਲਿਖ ਕੇ ਰੱਖੇ ਪਏ ਆ, ਚੀਜ਼ ਨੂੰ ਕਿਹਨੂੰ ਕਿਹੜਾ ਦੇਣਾ। ਪਰ ਜੋ ਵੀ ਕਿਸੇ ਨੂੰ ਕੋਈ ਗਲਤ ਭਾਸ਼ਾ ਦਾ ਸਰਟੀਫਿਕੇਟ ਦਿੰਦਾ ਜਾਂ ਗਦਾਰ ਦਾ ਦਿੰਦਾ ਜਾਂ ਫੁਕਰਿਆਂ ਦਾ ਦਿੰਦਾ, ਉਹ ਆਪਣਾ ਸਾਂਭ ਕੇ ਰੱਖ ਲਓ ਤੁਸੀਂ ਟਾਈਮ ਆਉਣ ਤੇ। ਕਿਉਂ ਕਈ ਵਾਰੀ ਚੀਜ਼ਾਂ ਜਿਹੜੀਆਂ ਇਤਿਹਾਸ ਆਪਾਂ ਨੂੰ ਸਿਖਾਉਂਦਾ, ਸੱਚ ਤੇ ਝੂਠ ਦਾ ਨਤਾਰਾ ਇਤਿਹਾਸ ਕਰਦਾ, ਜਦੋਂ ਉਹ ਬੀਤ ਜਾਂਦਾ ਨਾ, ਜਿਵੇਂ ਹੁਣ 84 ਦੇ ਵਿੱਚ ਅਟੈਕ ਹੋਇਆ ਸੀ, ਤੇ ਹੁਣ ਭਿੰਡਰਾਂ ਵਾਲੇ ਸੰਤਾਂ ਇੱਕ ਹੀਰੋ ਵਜੋਂ ਉੱਭਰਿਆ, ਜਿਹੜੇ ਇਹਨਾਂ ਨੇ ਪ੍ਰਾਪੇਗੰਡਾ ਕਰਕੇ ਉਹਨਾਂ ਨੂੰ ਟੈਰੋਰਿਸਟ ਬਣਾਤਾ ਸੀ ਉਸ ਟਾਈਮ ਤੇ 1992 ਦੇ ਵਿੱਚ। ਹੁਣ ਉਹ ਸਾਡੇ ਹੀਰੋ ਨੇ ਨਾ। ਇਸੇ ਤਰ੍ਹਾਂ ਇਸ ਟਾਈਮ ਦਾ ਵੀ ਸਮਾਂ ਨਤਾਰਾ ਕਰੂਗਾ, ਆਉਣ ਵਾਲਾ ਸਮਾਂ, ਕਿ ਜਿਹੜੇ ਹੁਣ ਸਟੇਜਾਂ ਤੇ ਖੜੇ ਝੂਠੇ ਨਾਅਰੇ ਬੁਲਵਾ ਰਹੇ ਆ ਉਹ ਸੱਚੇ ਆ ਕਿ ਇਹ ਦੀਪ ਤੇ ਲੱਖੇ ਹੋਣੀ ਬਾਈ ਹੁਣੀ ਇਹ ਸੱਚੇ ਆ। ਆਪਾਂ ਕਿਸੇ ਦੇ ਫੇਵਰ 'ਚ ਨਹੀਂ ਅਸੀਂ। ਮੈਂ ਆਪਣੀ ਤਾਂ ਇਹੀ ਰਿਕੁਐਸਟ ਆ ਬਾਈ ਜੀ ਵੀ ਇੱਕ ਚੁੱਪ ਰਹੋ, ਆਪਣੇ ਸਰਟੀਫਿਕੇਟ ਆਪਣੇ ਜੇਬਾਂ ਦੇ ਵਿੱਚ ਲਿਖ ਕੇ ਰੱਖ ਲਓ, ਜਦੋਂ ਸਮਾਂ ਆਊਗਾ ਉਹਨਾਂ ਨੂੰ ਵੰਡ ਦਿਓ ਜਿਹਨੂੰ ਵੰਡਣੇ ਹੋ। ਧੰਨਵਾਦ ਜੀ। ਥੈਂਕ ਯੂ ਜੀ। ਧੰਨਵਾਦ ਸਰਦਾਰ ਮਨਜੀਤ ਸਿੰਘ ਜੀ, ਜਸਵੀਰ ਸਿੰਘ ਜੀ। 18 ਮਿੰਟ ਹੋ ਗਏ ਤੁਹਾਨੂੰ ਵੇਟ ਕਰਦਿਆਂ ਨੂੰ। ਧੰਨਵਾਦ ਤੁਹਾਡਾ, ਸਾਰਿਆਂ ਦਾ ਦੇਣਾ ਨਹੀਂ ਦੇ ਸਕਦਾ ਮੈਂ। ਗਰੇਵਾਲ ਜੀ, ਲਾਈਨ ਨੰਬਰ 6। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਤਾਂ ਪਹਿਲੀ ਵਾਰ ਹੀ ਫੋਨ ਲੱਗਿਆ ਤੁਹਾਨੂੰ ਕਰਨ ਜੀ। ਧੰਨਵਾਦ ਬਹੁਤ ਬਹੁਤ। ਮੈਂ ਤਾਂ ਇਹ ਅੰਦੋਲਨ ਦੇ ਬਾਰੇ ਮੈਨੂੰ ਇੱਕ ਜੱਜ ਸਾਹਿਬ ਨੇ ਗੱਲ ਦੱਸੀ ਸੀ, ਉਹ ਦੱਸਣੀ ਚਾਹੁੰਦਾ, ਜੇ ਆਖੋ ਤਾਂ ਮੈਂ ਦੱਸ ਦਿੰਦਾ। ਦੱਸ ਦਿਓ। 1944-45 ਦੇ ਵਿੱਚ ਲਾਹੌਰ ਮੁੰਡਾ ਉਹ ਪੜ੍ਹਦਾ ਸੀ, ਮੈਂ ਵੀ ਪਾਕਿਸਤਾਨ ਚੋਂ ਆਇਆ। ਉਹ ਇੱਧਰ ਆ ਕੇ ਵਕੀਲ ਬਣ ਕੇ ਜੱਜ ਸਾਹਿਬ ਬਣ ਗਏ ਸੀ। ਅੱਛਾ ਜੀ। ਉੱਥੇ ਕਿਸੇ ਬੁੱਧੀਜੀਵੀ ਨੇ ਕਿਤਾਬ ਛਾਪੀ ਸੀ, ਗੋਰੇ ਨੇ। ਉਹਨੇ ਦੱਸਿਆ ਸੀ ਵੀ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ, ਇੱਥੇ ਵਾਤਾਵਰਨ ਕਿਹੋ ਜਿਹਾ ਰਹੂ। ਅੱਛਾ ਜੀ। ਉਹਨਾਂ ਨੇ ਫਿਰ ਦੱਸਿਆ ਸੀ ਵੀ ਇੱਥੇ ਮੂਰਖਾਂ ਦੀ ਹਕੂਮਤ ਹੋਊ ਤੇ ਲੋਕ ਕਮਲੇ ਹੋਣਗੇ। ਤੇ ਉਹ ਗਾਹਾਂ ਭਾਸ਼ਣ ਕਰਦਾ ਵੀ ਇੰਨਾ ਭੱਦਾ ਲਫ਼ਜ਼। ਉਹ ਕਹਿੰਦਾ ਵੀ ਜਿਨ੍ਹਾਂ ਦੇ ਹੱਥ 'ਚ ਹਕੂਮਤ ਜਾਣੀ ਆ, ਦੇਸ਼ ਇਹ ਬਹੁਤ ਗੁਲਾਮ ਰਿਹਾ ਪਹਿਲਾਂ, ਵੀ ਉਹਨਾਂ ਨੂੰ ਨਾ ਦੇਸ਼ ਨਾਲ ਪਿਆਰ, ਨਾ ਪਬਲਿਕ ਨਾਲ, ਕਿਸੇ ਨਾਲ ਪਿਆਰ ਨਹੀਂ ਹੋ। ਉਹ ਜਾਣੀ ਗੱਲ ਮੁਕਾਉਣੇ ਆ ਵੀ ਉਹ ਕਹਿੰਦਾ ਵੀ ਫਿਰ ਵੀ ਲੋਕਾਂ ਦਾ ਵੀ ਉਹਨੇ ਲੱਥਿਆ ਸੀ ਵੀ ਸਰਪੰਚ ਤੋਂ ਲੈ ਕੇ ਇਹਨਾਂ ਨੂੰ ਨੁਮਾਇੰਦੇ ਨਹੀਂ ਚੁਣਨੇ ਆਉਣੇ। ਉਹ ਅਸੀਂ ਮੈਂ ਤਾਂ ਆਪਦੀ ਜ਼ਿੰਦਗੀ ਤੇ ਹੰਢਾ ਚੁੱਕੇ ਆ ਆਪਾਂ ਸਾਰੇ। ਅੱਛਾ। ਉਹ ਕਹਿੰਦਾ ਵੀ ਫਿਰ ਇਹਦਾ ਫੈਸਲਾ ਕਿਵੇਂ ਹੋਊ। ਉਹ ਕਹਿੰਦਾ ਜੀ 100 ਸਾਲ ਦੀ ਜਦੋਂ ਜੁਗਣੀ ਮਨਾਉਣੀ ਆ ਨਾ, ਉਹ ਕਹਿੰਦਾ ਜਿਹੜਾ ਅਨਪੜ੍ਹ ਲਾਣਾ, ਹੁਣ ਜਿਵੇਂ ਅਸੀਂ ਆ, ਸਾਡੇ 5-7 ਸਾਲ ਦੇ ਬੱਚੇ, ਉਹ ਕਹਿੰਦਾ ਸਾਰੀ ਆਪਦੀ ਉਮਰ ਭੋਗ ਕੇ ਮਰ ਜਾਣਗੇ।
ਅੱਛਾ ਜੀ। ਉਹ ਕਹਿੰਦਾ ਫੇਰ ਇੱਥੇ ਅੰਦੋਲਨ ਚੱਲੂ, ਪੜ੍ਹੇ ਲਿਖੇ ਬੰਦੇ ਬਹੁਤ ਹੋ ਜਾਣਗੇ, ਪੜ੍ਹਾਈ ਵੱਡੀ ਚੀਜ਼ ਆ, ਅਸੀਂ ਤਾਂ ਅਨਪੜ੍ਹ ਆਦਮੀ ਆ। ਅੱਛਾ, ਉਹ ਕਹਿੰਦਾ ਫਿਰ ਇੰਨਾ ਅੰਦੋਲਨ ਚੱਲੂ, ਪੁਲਿਸ ਤੇ ਫੌਜ ਬਾਗੀ ਹੋ ਜੂ, ਉਹ ਪਬਲਿਕ ਦੇ ਹੱਥ ਚ ਆਊਗੀ। ਇਹਨਾਂ ਨੂੰ ਕਹਿੰਦਾ ਫਿਰ ਕਿਸੇ ਨੇ ਭੱਜਣ ਨਹੀਂ ਦੇਣਾ, ਇਹਨਾਂ ਨੂੰ ਫੜ ਕੇ ਅੰਦਰ ਕਰਨਗੇ। ਫੇਰ ਨਵਾਂ ਵਿਧਾਨ ਤੇ ਨਵੀਂ, ਜਿਹਨੂੰ ਆਪਾਂ ਡੈਮੋਕ੍ਰੇਸੀ ਤੁਸੀਂ ਬੜੇ ਲਿਖੇ ਕਹਿੰਦੇ ਹੋ, ਮੈਂ ਲੋਕਤੰਤਰੀ ਕਹਿ ਦੇਣਾ, ਉਹ ਮਤਲਬ ਬਈ ਫੇਰ ਆਊ। ਹੁਣ ਨਿਉ ਧਰੀ ਗਈ, ਪੰਜਾਬ ਨੇ ਨਿਉ ਧਰਤੀ, ਇਹ ਐਂ ਕਹਿ ਲੋ ਅੰਦੋਲਨ ਦੀ। 26 ਸਾਲ ਰਹਿ ਗਏ। ਹਾਂ, 26-30 ਸਾਲ ਆ। ਬੱਚੇ ਦੇਖਣਗੇ, ਜਿਹੜੇ ਬੱਚੇ ਅੱਜ 15 ਸਾਲ ਦੇ ਲੀਡਰ ਬਣਨਗੇ, ਤੇ ਇਹ ਇਨਕਲਾਬ ਆਊ ਫੇਰ। ਜਦ ਤਾਈਂ ਸਾਰੇ ਸੂਬਿਆਂ ਨੂੰ ਵੱਧ ਅਧਿਕਾਰ ਸਭ ਦਾ, ਉਦੋਂ ਇਹ ਫੈਸਲਾ ਹੋਣਾ। ਅਸੀਂ ਤਾਂ ਦੇਖਣਾ ਨਹੀਂ, ਹੋਊ ਜ਼ਰੂਰ, ਕਿਉਂਕਿ ਮੂਰਖਾਂ ਦੀ ਹਕੂਮਤ। ਆਪਾਂ ਹੁਣ ਬਾਹਲੇ ਇਹਨਾਂ ਨੂੰ ਕੀ ਕਹਿਣਾ, ਵੀ ਕੋਈ ਗੱਲ ਮੰਨਣੀ ਹੀ ਨਹੀਂ। ਇਹਨੇ ਕੀ, ਕਾਂਗਰਸ ਨੇ ਜਾਂ ਅਕਾਲੀਆਂ ਨੇ ਅੱਜ ਤਾਈਂ ਕੋਈ ਚੰਗਾ ਚੰਦ ਨਹੀਂ ਚਾੜਿਆ। ਧੰਨਵਾਦ ਜੀ ਗਰੇਵਾਲ ਸਾਹਿਬ। ਆਖਰੀ ਕਾਲਰ ਸਰ ਅਰਮਿੰਦਰ ਸਿੰਘ ਮਾਨ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਾਨ ਸਾਹਿਬ। ਗਿੱਲ ਸਾਹਿਬ, ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ ਵਾ। ਜਿੱਦਾਂ ਕਾਮੈਂਟ ਕਰ ਰਹੇ ਹੈਗੇ ਆ ਲੱਖੇ ਸਦਾਣੇ ਬਾਰੇ ਜਾਂ ਦੀਪ ਸਿੱਧੂ ਬਾਰੇ। ਦੇਖੋ, ਪਿਛੋਕੜ ਕਿਸੇ ਦਾ ਵੀ ਕਿਸੇ ਨਾਲ ਵੀ ਹੋ ਸਕਦਾ ਵਾ, ਕੋਈ ਇਹ ਬੜੀ ਵੱਡੀ ਗੱਲ ਨਹੀਂ। ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਜੀ। ਸ਼ਾਇਦ ਬਹੁਤਿਆਂ ਨੂੰ ਸ਼ਾਇਦ ਨਾ ਹੀ ਪਤਾ ਹੋਵੇ, ਪਰ ਪਤਾ ਵੀ ਹੈਗਾ ਵਾ। ਥੋੜੇ ਜਿਹੇ ਚਿਰ ਹੋਇਆ ਪਿੱਛੇ ਜੇ ਸ਼ਹੀਦ ਲਛਮਣ ਸਿੰਘ ਹੋਇਆ ਧਾਰੋਵਾਲੀ ਦੇ। ਜੀ ਜੀ। ਮੈਂ ਉੱਥੋਂ ਹਾਈ ਸਕੂਲ ਮੈਂ ਪ੍ਰਾਪਤ ਕੀਤੀ ਆ, ਉੱਥੇ ਮੇਰੇ ਨਾਲ ਹੀ ਮੇਰਾ ਪਿੰਡ ਸੀਗਾ। ਅੱਛਾ ਜੀ। ਉਹ ਵੀ 10 ਨੰਬਰ ਹੀ ਹੁੰਦਾ ਸੀ ਪਹਿਲਾਂ, ਸ਼ਾਇਦ ਇਹ ਤੇ ਕਿਸੇ ਨੂੰ ਪਤਾ ਨਹੀਂ ਗਾ। ਜਦੋਂ ਉਹਦੇ 6 ਵਜੇ ਦਿਲ ਦੇ ਉੱਤੇ, ਉਸੇ ਵੇਲੇ ਸਾਰਾ ਭੁੱਲ ਭੱਲ ਕੇ ਉਹਨੇ ਜਾ ਕੇ ਸ਼ਹੀਦੀ ਦਿੱਤੀ, ਜਾਨਣਾ ਬਣ ਕੇ ਸਾੜਿਆ ਗਿਆ ਸੀਗਾ। ਉਹਨੂੰ ਕੀ ਲੋੜ ਸੀਗਾ? ਉਹਦੇ ਵਿਚਾਰਾ ਜਿੱਦਾਂ ਕਹਿ ਲਓ ਵੀ ਬਦਮਾਸ਼ ਸੀਗਾ, ਖਾਂਦਾ ਪੀਂਦਾ, ਜਿੱਦਾਂ ਕਹਿ ਲਓ ਵੀ ਬਹੁਤ ਜ਼ਿਆਦਾ ਰੋਹਬ ਸੀਗਾ ਉਹਦਾ। ਪਿੰਡ ਕਿੱਥੇ ਆ ਜੀ ਧਾਰੋਵਾਲੀ? ਡੇਰਾ ਬਾਬਾ ਨਾਨਕ ਤੋਂ 6 ਕਿਲੋਮੀਟਰ ਪਿੱਛੇ ਆ ਜੀ। ਅੱਛਾ ਜੀ, ਠੀਕ ਆ। ਮਾਝੇ ਚ ਬਟਾਲਾ ਤੋਂ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਸ਼ਿਕਾਰ ਮਾਛੀਆਂ ਦਾ ਬੱਸ ਅੱਡਾ ਆਉਂਦਾ ਜੀ। ਉੱਥੇ ਨਾਲ ਹੀ BSF ਦਾ ਬਹੁਤ ਵੱਡਾ ਹੈੱਡਕੁਆਟਰ ਆ। ਅੱਛਾ ਜੀ। ਉੱਥੋਂ 1.5-2 ਕਿਲੋਮੀਟਰ ਆ ਜੀ ਪਿੰਡ ਇਹ। ਸ਼ਿਕਾਰ ਮਾਛੀਆਂ ਧਾਰੋਵਾਲੀ ਦੋਨੋਂ ਇਕੱਠੇ ਆ। ਠੀਕ ਠੀਕ ਜੀ, ਠੀਕ। ਸੋ ਗੱਲ ਇਹ ਹੈਗੀ ਆ ਵੀ ਕਿਸੇ ਵੇਲੇ ਵੀ ਬੰਦਾ ਭਾਵੇਂ ਪਿਛੋਕੜ ਉਹਦਾ ਕੁਛ ਵੀ ਆ, ਲੱਖਾ ਸਦਾਣਾ ਗੈਂਗਸਟਰ ਸੀਗਾ, ਮੰਨ ਲਈ ਗੱਲ, ਚਲੋ ਕੋਈ ਨਹੀਂ। ਜੇ ਹੁਣ ਇਸ ਮੂਵਮੈਂਟ ਦੇ ਵਿੱਚ ਵੈਸੇ ਬਹੁਤ ਜ਼ਿਆਦਾ ਯੋਗਦਾਨ ਹੈ ਉਹਦਾ, ਯੂਥ ਦਾ। ਉਹਦਾ ਫਤਿਹਗੜ੍ਹ ਸਾਹਿਬ ਜਾ ਕੇ ਉਹਨੇ ਬਥੇਰਾ ਯੂਥ ਨੂੰ ਇਕੱਠਿਆ ਕੀਤਾ, ਪਿੰਡਾਂ ਜਾ ਕੇ ਲੈ ਕੇ ਆਇਆ ਵਾ। ਤੇ ਐਵੇਂ ਟੈਗ ਲਾ ਦੇਣਾ ਵੀ ਉਹ ਫਲਾਣਾ ਪਿਛੋਕੜ ਉਹਦਾ ਆਹ ਸੀਗਾ। ਦੀਪ ਸਿੱਧੂ ਬਾਰੇ ਮੈਂ ਬਾਅਦ ਨਹੀਂ ਗਾ ਜਾਣਦਾ ਵੀ ਯਾਰ ਹੋ ਸਕਦਾ ਵਾ, ਉਹ ਮਤਲਬ ਹੀ ਹੋ ਸਕਦਾ ਵਾ, ਉਹ ਮਤਲਬ ਜੋ ਆਪਣਾ ਉਹ ਲੱਭਦਾ ਹੋਊਗਾ ਇਸ ਮੂਵਮੈਂਟ ਦੇ ਵਿੱਚੋਂ। ਪਰ ਲੱਖੇ ਸਦਾਣੇ ਬਾਰੇ ਜਿੰਨਾ ਉਹਨੇ ਪੰਜਾਬੀ ਦੀ ਮਾਂ ਬੋਲੀ ਬਾਰੇ ਉਹਨੇ ਆਪਣਾ ਦੇਣ ਦਿੱਤਾ ਵਾ, ਸੜਕਾਂ ਦੇ ਨਾਂ ਕਹਿ ਲਓ, ਪੰਜਾਬੀ ਦੇ ਵਿੱਚ ਕਿੰਨੇ ਉਹਨੇ ਚੇਂਜ ਕਰਵਾ ਦਿੱਤਾ। ਨਹੀਂ ਤੇ ਉਹਦੀ ਆਵਾਜ਼ ਬੁਲੰਦ ਹੋਣ ਨਾਲ ਹੀ ਇਹ ਸਭ ਕੁਝ ਹੋਇਆ ਸੀਗਾ। ਧੰਨਵਾਦ ਮਾਨ ਸਾਹਿਬ, ਥੈਂਕ ਯੂ। ਵਪਾਰਕ ਸੰਦੇਸ਼ ਲੈ ਲਵਾਂ ਜੀ, ਸਾਰਿਆਂ ਦਾ ਧੰਨਵਾਦ। ਵਪਾਰਕ ਸੰਦੇਸ਼ਾਂ ਤੋਂ ਬਾਅਦ ਰੋਮਨਪ੍ਰੀਤ ਕੌਰ ਗੱਲਬਾਤ ਕਰਨਗੇ। ਇੰਟਰਨੈਸ਼ਨਲ ਸਟੂਡੈਂਟਸ ਜਦ ਆਉਂਦੇ ਆ ਤਾਂ ਉਹਨਾਂ ਦੀਆਂ ਕੀ ਮੁਸ਼ਕਿਲਾਂ ਨੇ। ਪਿਛਲੀਆਂ 2 ਸੈਗਮੈਂਟਸ ਅਸੀਂ ਜਿਹੜੀਆਂ ਕੀਤੀਆਂ ਨੇ ਰੋਮਨਪ੍ਰੀਤ ਕੌਰ ਦੀਆਂ, ਪ੍ਰੋਡਿਊਸਰ ਹੈ ਮੇਰੇ ਸ਼ੋਅ ਦੀ। ਇਹ ਬੱਚੀ ਪੰਜਾਬ ਤੋਂ ਆਈ। 3-4 ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸਿਆ, 20-21 ਸਾਲ ਦੇ ਵਿਦਿਆਰਥੀ ਸਟੂਡੀਓ ਦੇ ਵਿੱਚ ਆਲੇ ਦੁਆਲੇ ਸਾਡੇ ਭੱਜੇ ਫਿਰਦੇ ਆ। ਚਾਅ ਸਾਨੂੰ ਸਾਡਾ ਥੰਮਿਆ ਨਹੀਂ ਜਾਂਦਾ। ਇਉਂ ਹੀ ਲੱਗਦਾ ਜਿਵੇਂ ਘਰ ਤੋਂ ਆ ਕੇ ਘਰ 'ਚ ਬੈਠੇ, ਜਿਵੇਂ ਸਾਡੇ ਧੀ ਪੁੱਤ ਨੇ ਉਸ ਤਰ੍ਹਾਂ ਹੀ ਇਹ ਭੱਜੇ ਫਿਰਦੇ ਆਲੇ ਦੁਆਲੇ। ਇੱਕ ਹਾਕ ਮਾਰੋ 2 ਭੱਜੇ ਆਉਂਦੇ ਆ। ਦੱਸੋ ਕੀ ਕਰੀਏ? ਕਿਹੜੀਆਂ ਮੁਸ਼ਕਲਾਂ ਆਪ ਰੋਮਨ ਨੇ ਵੇਖੀਆਂ, ਕਿਹੜੀਆਂ ਮੁਸ਼ਕਲਾਂ ਜਵਾਕਾਂ ਨੂੰ ਆ ਰਹੀਆਂ, ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਵਪਾਰਕ ਸੰਦੇਸ਼ਾਂ ਤੋਂ ਬਾਅਦ। ਰੋਮਨਪ੍ਰੀਤ ਕੌਰ ਮੇਰੇ ਨਾਲ ਹੈ। ਗੱਲਬਾਤ ਖਬਰਾਂ ਤੋਂ ਪਹਿਲਾਂ 2-3 ਮਿੰਟ ਕਰਦੇ ਹਾਂ, ਫਿਰ ਖਬਰਾਂ ਤੋਂ ਬਾਅਦ ਫਿਰ ਸ਼ੁਰੂਆਤ ਕਰਾਂਗੇ। ਰੋਮਨ, ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿਸਟਰ ਗਿੱਲ ਤੇ ਸਾਰੇ ਸਰੋਤਿਆਂ ਨੂੰ। ਅੱਛਾ, ਪਿਛਲੇ 2 ਸੈਗਮੈਂਟਸ ਤੋਂ ਬਾਅਦ ਅੱਜ ਆਪਾਂ ਨੈਕਸਟ ਡੇ 'ਤੇ ਜਾਣਾ ਹੈ। ਆਪਾਂ ਅੱਜ ਇੰਟਰਨੈਸ਼ਨਲ ਸਟੂਡੈਂਟਸ ਦੀ ਜਦੋਂ ਇੱਥੇ ਆ ਜਾਂਦੇ ਨੇ ਇਮੀਡੀਏਟ ਕਿਹੜੀਆਂ ਮੁਸ਼ਕਲਾਂ ਆਉਂਦੀਆਂ? ਜਦ ਤੁਸੀਂ ਉਤਰੇ ਪਹਿਲੇ ਦਿਨ, ਉਸ ਦਿਨ ਦੀਆਂ ਮੁਸ਼ਕਲਾਂ ਕੀ ਸੀ ਜਦ ਪਹੁੰਚੇ ਇੱਥੇ? ਜਦੋਂ ਮੈਂ ਤੁਹਾਨੂੰ ਫਸਟ ਸ਼ੋਅ ਵਿੱਚ ਦੱਸਿਆ ਸੀਗਾ ਕਿ ਮੇਰਾ ਇੱਥੇ ਕੋਈ ਰਿਸ਼ਤੇਦਾਰ ਨਹੀਂ ਸੀਗਾ। ਮੈਂ ਆਪਣੇ ਇੱਕ ਫਰੈਂਡ ਨੂੰ ਕਿਹਾ ਹੋਇਆ ਸੀਗਾ ਕਿ ਜੇ ਮੇਰੀ ਅਕੋਮੋਡੇਸ਼ਨ ਦਾ ਕੁਝ ਹੋ ਸਕਦਾ ਵਾ ਉੱਥੇ ਤੇ ਮੇਰੀ ਕਿਸੇ ਦੇ ਨਾਲ ਗੱਲ ਕਰਾ ਦੇ। ਤਾਂ ਫਿਰ ਕੁੜੀ ਸੀਗੀ, ਉਹਨੇ ਮੈਨੂੰ ਪਹਿਲਾਂ ਤਾਂ ਮੈਂ 에ਅਰਪੋਰਟ ਤੇ ਜਦੋਂ ਆਈ, ਲੈਂਡ ਹੋਈ, ਮੈਨੂੰ ਕੁਝ ਨਾ ਪਤਾ ਲੱਗੇ। ਮੈਨੂੰ ਲੱਗੇ ਮੈਂ ਆ ਕਿੱਥੇ ਗਈ ਆ, ਘਰ ਤੋਂ ਇੰਨਾ ਦੂਰ। ਪਹਿਲਾਂ ਤਾਂ ਕਿੰਨੀ ਉਮਰ ਸੀ ਜਦ? ਮੇਰੀ ਜੀ 18 ਸਾਲ ਸੀਗੀ।
ਤੇ ਪਹਿਲਾਂ ਤਾਂ ਮੈਨੂੰ ਯਕੀਨ ਨਾ ਹੋਵੇ, ਰੋਮਨ ਤੂੰ ਸੱਚੀ ਛੱਡ ਕੇ ਆ ਗਈ, ਘਰਦਿਆਂ ਨੂੰ ਛੱਡ ਕੇ ਆ ਗਈ, ਇੰਡੀਆ ਛੱਡ ਕੇ ਆ ਗਈ, ਤੂੰ ਪਹੁੰਚ ਗਈ ਆ। ਤੇ ਜਦੋਂ ਮੈਂ ਆਲੇ ਦੁਆਲੇ ਦੇਖਾਂ ਮੈਨੂੰ ਲੱਗੇ ਸਾਰਾ ਓਪਰਾ, ਹੋਰ ਵੀ ਵਿਦਿਆਰਥੀ ਸੀਗੇ, ਜਿਹੜੀ ਮੇਰੀ ਫਲਾਈਟ 'ਚ ਹੋਰ ਵੀ ਕਾਫੀ ਵਿਦਿਆਰਥੀ ਸੀਗੇ, ਕਿਸੇ ਨੂੰ ਕੁਛ ਨਹੀਂ ਪਤਾ, ਇੱਕ ਝੁੰਡ ਜੇ ਵਾਂਗੂ ਬਸ ਅਸੀਂ ਫਲਾਈਟ ਤੋਂ ਉਤਰੇ ਆ, ਝੁੰਡ ਜੇ ਤੁਰੀ ਜਾ ਰਹੇ ਸੀ, ਕੁਛ ਨਹੀਂ ਪਤਾ ਕਿੱਧਰ ਨੂੰ ਜਾਣਾ, ਕੀ ਹੋਣਾ। ਪਹਿਲੀ ਗੱਲ ਤਾਂ ਆ ਕੇ ਮੇਰਾ ਫੋਨ ਬੰਦ ਹੋ ਗਿਆ, ਬਿਕੋਜ਼ ਜਦੋਂ ਆਪਣੀ ਇੰਡੀਆ ਵਾਲੀ ਸਿਮ ਹੁੰਦੀ ਹੈ ਇੱਥੇ ਆ ਕੇ ਚੱਲਦੀ ਨਹੀਂ, ਮੇਰਾ ਫੋਨ ਬੰਦ ਹੋ ਗਿਆ ਤੇ ਮੈਨੂੰ ਸਮਝ ਨਾ ਆਵੇ ਮੈਂ ਕੰਟੈਕਟ ਕਿੱਦਾਂ ਕਰਾਂ। ਫਿਰ ਮੈਂ ਕਿਸੇ ਤਰੀਕੇ ਦੇ ਨਾਲ ਵਾਈਫਾਈ ਅਟੈਚ ਕੀਤਾ ਤਾਂ ਫਿਰ ਮੈਂ ਜਿਹੜੀ ਕੁੜੀ ਨੇ ਮੈਨੂੰ ਲੈਣ ਆਉਣਾ ਸੀਗਾ ਮੈਨੂੰ ਫੋਨ ਕੀਤਾ ਕਿ ਮੈਂ ਆ ਗਈ ਹਾਂ। ਅੱਗੇ ਉਹਦੀ ਉਹ ਮੈਨੂੰ ਕਵੇ ਅੱਛਾ ਤੂੰ ਏਅਰਪੋਰਟ ਲੈਂਡ ਹੋ ਗਈ, ਹਾਲੇ ਤਾਂ ਤੈਨੂੰ 2 ਘੰਟੇ ਲੱਗੂਗੇ ਆਉਂਦੀ ਨੂੰ। ਮੈਂ ਏਅਰਪੋਰਟ ਤੇ ਆ ਗਈ ਤੇ ਹਲੇ ਮੈਨੂੰ 2 ਘੰਟੇ ਲੱਗੂਗੇ, ਬਿਕੋਜ਼ ਉੱਥੇ ਇਮੀਗ੍ਰੇਸ਼ਨ ਹੋਣੀ ਆ, ਆਪਾਂ ਨੂੰ ਸਟੱਡੀ ਪਰਮਿਟ ਮਿਲਣਾ ਆ, ਸਾਰਾ ਕੁਝ ਏਅਰਪੋਰਟ ਤੇ ਹੀ ਹੁੰਦਾ ਵਾ। ਪਹਿਲਾਂ ਕਸਟਮਸ ਕੋਲ ਜਾਣਾ, ਕਸਟਮਸ ਤੁਹਾਡੇ ਤੋਂ ਕੁਐਸਚਨ ਪੁੱਛਦੇ, ਉਹਨਾਂ ਨੇ ਵੀ ਵੈਰੀਫਾਈ ਕਰਨਾ ਹੁੰਦਾ ਵਾ ਕਿ ਹਾਂਜੀ ਪੜ੍ਹਨ ਆਏ ਹੋ, ਲੈਜਿਟ ਆ, ਉਹਨਾਂ ਨੇ ਡਾਕੂਮੈਂਟਸ ਚੈੱਕ ਕਰਨੇ, ਫਿਰ ਨਾਲ ਹੀ ਤੁਹਾਨੂੰ ਇਮੀਗ੍ਰੇਸ਼ਨ ਵੱਲ ਭੇਜ ਦਿੰਦੇ ਆ ਕਿ ਤੁਸੀਂ ਆਪਣਾ ਸਟੱਡੀ ਪਰਮਿਟ ਉੱਥੋਂ ਹੀ ਲੈ ਕੇ ਆਉਣਾ ਵਾ। ਤੇ ਫਿਰ ਇੱਦਾਂ ਹੀ ਆ ਗਈ ਮੈਂ ਕਾਲ ਕੀਤੀ ਕਿ ਮੈਂ ਆ ਗਈ ਹਾਂ, ਫਿਰ ਲਾਈਨ 'ਚ ਲੱਗੇ ਰਹੇ। ਉੱਥੇ ਜਿੱਦਾਂ ਹੀ ਏਅਰਪੋਰਟ ਤੇ ਲੈਂਡ ਹੁੰਦੇ ਆ ਉੱਥੇ ਫਾਰਮ ਭਰਨਾ ਹੁੰਦਾ, ਕਸਟਮ ਫਾਰਮ। ਉੱਥੇ ਪਹਿਲਾਂ ਤਾਂ ਇੱਕ ਬੰਦਾ ਆ ਗਿਆ ਦੂਜੇ ਦੇਸ਼, ਬੰਦਾ ਘਬਰਾ ਜਾਂਦਾ। ਪਹਿਲਾਂ ਉਹ ਫਾਰਮ ਦੇ ਇੱਕ ਸਾਈਡ ਤੇ ਸੀ ਇੰਗਲਿਸ਼, ਦੂਜੇ ਸਾਈਡ ਤੇ ਸੀ ਫਰੈਂਚ। ਮੈਂ ਫਰੈਂਚ ਵਾਲੀ ਸਾਈਡ ਖੋਲ ਲਈ, ਮੈਂ ਕਹਾਂ ਲਿਖਿਆ ਕੀ ਆ, ਮੈਨੂੰ ਕਰਨਾ ਕਿੱਦਾਂ ਵਾ। ਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਆਲੇ ਦੁਆਲੇ ਕਿ ਕੀ ਕਰਦੇ ਪਏ। ਇੰਨਾ ਤਾਂ ਮਾਣ ਸੀ ਵੀ ਭਾਸ਼ਾ ਆਉਂਦੀ, ਅੰਗਰੇਜ਼ੀ ਆਉਂਦੀ ਆ, ਕੋਈ ਨਹੀਂ ਸੀ। ਨਹੀਂ ਤੇ ਮੈਂ ਭਰਤਾ ਫਾਰਮ, ਉਹ ਵੀ ਬੜੀ ਮੁਸ਼ਕਿਲਾਂ ਦੇ ਨਾਲ ਭਰਿਆ ਗਿਆ। ਮੈਂ ਪਹਿਲਾਂ ਤਾਂ ਲੱਭਾ, ਮੈਂ ਡਰਦਾ ਬੰਦਾ ਕੀ ਲਿਖਾਂ ਹੈ। ਹਾਂਜੀ ਮੈਨੂੰ ਇਹ ਕੁਝ ਗਲਤ ਹੋ ਗਿਆ। ਉੱਥੇ ਇੱਕ ਆ ਗਿਆ ਡੇਟ ਦਾ ਕਾਲਮ ਕਿ ਤੁਸੀਂ ਕਿੰਨੇ ਦਿਨ ਰਹੋਗੇ। ਹੁਣ ਮੈਨੂੰ ਕੀ ਪਤਾ ਕਿ ਮੈਂ ਤੇ ਕਿੰਨੇ ਦਿਨ ਰਹਿਣਾ, ਪਰ ਬਾਬਾ ਜੀ ਦੀ ਮਿਹਰ ਦੇ ਨਾਲ ਜਿੱਥੇ ਮੈਂ ਉਹ ਆਈ ਸੀ ਕਿਸੇ ਨੇ ਮੇਰੀ ਹੈਲਪ ਕੀਤੀ ਸੀ ਏਅਰਪੋਰਟ ਤੇ ਉਸ ਟਾਈਮ, ਉਸ ਪੋਜੀਸ਼ਨ ਤੇ ਜਿਹੜੀ ਉੱਥੇ ਕਸਟਮਰ ਸਰਵਿਸ ਵਾਲੇ। ਮੈਂ ਪਿਛਲੇ ਸਾਲ ਪੂਰੇ 1 ਸਾਲ ਮੈਂ ਉਹ ਸੇਵਾ ਪ੍ਰਦਾਨ ਕੀਤੀ। ਆਈ ਵਾਸ ਕਸਟਮਰ ਸਰਵਿਸ ਅੰਬੈਸਡਰ ਫॉर YVR एयरपोर्ट itself। ਵਾਹ ਜਾ ਕੇ, ਹਾਂਜੀ ਜੀ ਵਾਹ। ਅੱਛਾ ਫਿਰ ਉੱਥੋਂ ਸਰੀ ਪਹੁੰਚ ਗਿਆ। ਆ ਕੇ ਸਰੀ ਪਹੁੰਚਣ ਤੱਕ ਵੀ ਪਹਿਲਾਂ ਮੈਂ ਵਰਕ ਪਰਮਿਟ ਦੀ ਲਾਈਨ ਵਿੱਚ ਲੱਗੀ, ਅੱਧਾ ਘੰਟਾ ਉੱਥੇ ਲੱਗੀ, ਵਾਰੀ ਨਾ ਆਵੇ। ਫਿਰ ਕਸਟਮ ਆਫਿਸ ਕੋਲ ਚਲ ਗਏ, ਇਮੀਗ੍ਰੇਸ਼ਨ ਵਾਲੇ ਜਿਹੜੇ ਆਫਿਸਰ ਬੈਠੇ ਸੀਗੇ ਉਹ ਪੁੱਛੀ ਜਾਣ, ਉਹ ਸਾਰੀਆਂ ਡੀਟੇਲਸ ਪੁੱਛਦੇ ਆ, ਤੁਸੀਂ ਕਿਹੜੇ ਕਾਲਜ ਜਾਣਾ। ਮਤਲਬ ਉੱਥੇ ਬੰਦਾ ਕਈ ਵਾਰ ਘਬਰਾ ਜਾਂਦਾ ਵਾ ਕਿ ਮੈਨੂੰ ਇੰਨਾ ਕੁਝ ਪੁੱਛੀ ਜਾਂਦੇ, ਕਈ ਵਾਰ ਪਤਾ ਨਾ ਲੱਗੇ, ਪਰ ਚਲੋ ਮੈਨੂੰ ਮਿਲ ਗਿਆ। ਫਿਰ ਮੈਂ ਆ ਗਈ, ਰਾਤ ਸੀਗੀ, ਕੋਈ ਰਸਤਾ ਨਹੀਂ ਪਤਾ ਲੱਗਿਆ, ਆ ਕੇ ਘਰੇ ਪਹੁੰਚ ਗਏ ਸਹੀ ਸਲਾਮਤ। ਫਿਰ ਏਅਰਪੋਰਟ ਤੋਂ ਕਿਵੇਂ ਪਹੁੰਚੇ ਸਰੀ? ਉਹ ਫਿਰ ਜਿਹੜੀ ਕੁੜੀ ਸੀਗੀ ਉਹ ਆਪਣੀ ਮਾਸੀ ਨੂੰ ਲੈ ਕੇ ਆਈ ਸੀਗੀ ਕਿ ਚੱਲ ਲੈ ਜਾਂਦੇ। ਉਹ ਕੁੜੀ ਨੂੰ ਮੈਂ ਜਾਣਦੀ ਨਹੀਂ ਸੀ, ਪਰ ਤਾਂ ਵੀ ਉਹ ਮੈਨੂੰ ਲੈਣ ਆਈ ਤੇ ਮੈਨੂੰ ਘਰ ਤੱਕ ਉਹਨੇ ਪਹੁੰਚਾਇਆ। ਖਬਰਾਂ ਸੁਣਾ ਦਈਏ ਫਿਰ, ਤੁਹਾਡਾ ਹੀ ਸ਼ੋਅ ਆ, ਤੁਸੀਂ ਕਹਿਣਾ ਖਬਰਾਂ ਲੇਟ ਹੋ ਗਈਆਂ। ਆ ਕੇ ਫਿਰ ਆਪਾਂ ਗੱਲ ਕਰਾਂਗੇ। ਜ਼ਰੂਰ ਮਿਸਟਰ ਗਿੱਲ। ਰੋਮਨ ਆਪਣੀ ਗੱਲਬਾਤ ਕਰ ਰਹੀ ਹੈ, ਖੁਸ਼ ਹੈ। ਮੈਨੂੰ ਗੱਲ ਉਹ ਬਹੁਤ ਮਾਣ ਲੱਗੀ ਵੀ ਜਿੱਥੇ ਮੈਂ ਤੰਗ ਹੋਈ ਵੀ ਮੈਨੂੰ ਪਤਾ ਨਹੀਂ ਸੀ ਲੱਗਦਾ ਮੈਂ ਫਾਰਮ ਕਿਵੇਂ ਭਰਾਂ, ਉੱਥੇ ਫਿਰ ਮੈਂ 1 ਸਾਲ ਅੰਬੈਸਡਰ ਬਣ ਕੇ ਕੰਮ ਕੀਤਾ। ਇਹ ਨੇ ਕਹਾਣੀਆਂ। ਹੁਣੇ ਮੁੜ ਕੇ ਆਏ। ਰੋਮਨਪ੍ਰੀਤ ਕੌਰ ਗੱਲ ਕਰ ਰਹੀ ਹੈ, ਬੱਚੀ ਸਾਡੀ ਜਿਹੜੀ ਇੱਥੇ ਆਈ 18 ਸਾਲ ਦੀ ਉਮਰ ਦੇ ਵਿੱਚ, ਘਰੇ ਸਰੀ ਪਹੁੰਚ ਗਈ। ਅੱਛਾ ਉੱਥੋਂ ਰੋਮਨ ਫਿਰ ਦੂਜਾ ਜਿਹੜਾ ਪਹਿਲਾ ਦਿਨ ਸੀ ਕੈਨੇਡਾ ਦਾ, ਮਾਪਿਆਂ ਨੂੰ ਫੋਨ ਨਹੀਂ ਹੋਇਆ 2 ਦਿਨ, 3 ਦਿਨ, ਡੈਡੀ ਨੂੰ 3 ਦਿਨ ਫੋਨ ਨਹੀਂ ਹੋਇਆ। ਨਹੀਂ ਫੋਨ ਕਿਵੇਂ ਹੋਇਆ ਫਿਰ? ਪਹਿਲਾਂ ਇੱਦਾਂ ਹੋਇਆ, ਕੁੜੀ ਮੈਨੂੰ ਘਰੇ ਤਾਂ ਲੈ ਗਈ, 14878 ਤੇ ਘਰ ਲਿਆ ਸੀ। ਉਹ ਕਹਿੰਦੀ ਕਿ 2 ਬੈਡਰੂਮ ਦੀ ਬੇਸਮੈਂਟ ਹੈ, ਤੂੰ ਇੰਨਾ ਕਿਰਾਇਆ ਦੇ ਦੀ, ਮੈਂ ਇੰਨਾ ਕਿਰਾਇਆ ਦੇ ਦੂੰਗੀ। ਮੈਂ ਕਿਹਾ ਠੀਕ ਆ, ਮੈਂ ਉਹਨੂੰ ਆਂਦੇ ਪੈਸੇ ਫੜਾਤੇ। ਤਾਂ ਉਸ ਤੋਂ ਬਾਅਦ 'ਚ ਰਾਤੀ ਕੁਛ ਨਹੀਂ, ਨਾ ਮੈਟਰਸ ਆ ਨਾ ਕੁਛ ਹੈਗਾ, ਚਾਦਰ ਵਿਛਾ ਕੇ ਪਹਿਲੇ ਦਿਨ ਸੁੱਤੇ ਆ। ਉਹਨੇ ਮੈਗੀ ਬਣਾਈ, ਮੈਗੀ ਖਾ ਲਈ, ਸੋ ਗਏ। ਸਵੇਰੇ ਉੱਠੀ ਆ, ਉਹ ਘਰੇ ਹੀ ਹੈ ਨਹੀਂ। ਪੂਰੇ ਮੈਂ ਇਦਾਂ ਦੀ ਸੀ, ਕਿੱਧਰ ਨੂੰ ਜਾਣਾ ਹੁਣ ਪਤਾ ਨਹੀਂ। ਮੈਨੂੰ ਰਾਤੀ ਆਈ ਆ, ਨਾ ਮੈਂ ਸੜਕਾਂ ਦੇਖਿਆ ਨਾ ਕੁਛ। ਮੈਂ ਪਹਿਲਾਂ ਤਾਂ ਦੇਖੀ ਜਾਵਾਂ ਕਿ ਕਿਤੋਂ ਮੈਨੂੰ ਵਾਈਫਾਈ ਮਿਲ ਜਾਵੇ, ਨਾ ਮੈਂ ਓਨਰਸ ਨੂੰ ਜਾਣਦੀ ਸੀਗੀ, ਮੇਰਾ ਫੋਨ ਵੀ ਨਾ ਚੱਲੇ, ਕੁਛ ਨਹੀਂ। ਫਿਰ ਮੈਂ ਹਿੰਮਤ ਕਰਕੇ ਪਹਿਲਾਂ 2 ਘੰਟੇ ਮੈਂ ਬਾਹਰ ਜਾਵਾਂ ਨਾ ਜਾਵਾਂ, ਜੇ ਮੈਂ ਗਵਾਚ ਗਈ, ਮੈਂ ਕਿਤੇ ਚਲ ਗਈ ਤੇ ਮੈਂ ਗਵਾਚ ਗਈ। ਪਰ ਹਿੰਮਤ ਕਰਕੇ 2 ਘੰਟਿਆਂ ਤੱਕ ਮੈਂ ਬਾਹਰ ਆਈ ਹਾਂ। ਮੈਂ ਬਾਹਰ ਦੇਖਿਆ, ਮੌਸਮ ਸੋਹਣਾ, ਮਤਲਬ ਵਧੀਆ ਲੱਗਿਆ ਕਿ ਬਹੁਤ ਡਿਫਰੈਂਟ, ਜਿੱਦਾਂ ਇੱਕ ਸੋਚਦੇ ਹੁੰਦੇ ਆਪਾਂ ਇਹ ਜਗ੍ਹਾ ਆ, ਉਹ ਮੇਰੇ ਸਾਹਮਣੇ ਆ ਗਈ ਸੀ। ਫਿਰ ਉਸ ਤੋਂ ਬਾਅਦ ਉੱਥੇ ਸਾਡੇ ਨਾਲ ਦੇ ਘਰੇ ਇੱਕ ਬਜ਼ੁਰਗ ਅੰਕਲ ਰਹਿੰਦੇ ਹੁੰਦੇ ਸੀਗੇ, ਮੈਂ ਉਹਨਾਂ ਦੇ ਨਾਲ ਗੱਲ ਕੀਤੀ। ਮੈਂ ਕਿਹਾ ਅੰਕਲ ਜੀ ਇੱਦਾਂ। ਉਹ ਪੁੱਛ ਰਹੇ ਕਿੱਥੋਂ ਆਏ ਆ, ਨਵੇਂ ਆਏ ਆ। ਫਿਰ ਅੰਕਲ ਜੀ ਨੇ ਮੈਨੂੰ ਮੈਟਰਸ ਦਿੱਤਾ ਆਪਣੇ ਘਰੋਂ।
ਅੰਕਲ ਕਹਿੰਦੇ ਗੁੱਡੀ ਤੂੰ ਇਦਾਂ ਕਰ, ਮੇਰੇ ਕੋਲ ਪਿਆ ਵਾ ਤੇ ਅਸੀਂ ਚਕਾ ਕੇ ਰੱਖ ਦਿੰਨੇ ਆ। ਅੰਕਲ ਤੇ ਉਹਨਾਂ ਦੇ ਮੁੰਡੇ ਨੇ ਸਾਨੂੰ ਮੈਟਰਸ ਦਿੱਤਾ। ਉਹ ਮੈਟਰਸ ਮੇਰੇ ਤੋਂ ਅੱਜ ਵੀ ਪਿਆ, ਭਾਵੇਂ ਮੈਂ ਨਵਾਂ ਲੈ ਆਈ ਪਰ ਮੈਂ ਉਹ ਵੀ ਰੱਖਿਆ ਪਿਆ ਵਾ ਆਪਣੇ ਕੋਲ। ਇੱਦਾਂ ਨਾ ਇੱਕ ਹੌਸਲਾ ਮਿਲਿਆ ਦਿਲ ਨੂੰ, ਕੋਈ ਹੈਗਾ। ਉਹ ਵੀ ਦਿਨ ਇੱਦਾਂ ਹੀ ਨਿਕਲ ਗਿਆ। ਕੁੜੀ ਘਰੇ ਆਈ, ਮੈਂ ਕਿਹਾ ਮੇਰੀ ਘਰੇ ਗੱਲ ਕਰਾ ਦੇ, ਤਾਂ ਫਿਰ ਕਹਿੰਦੀ ਮੇਰੇ ਫੋਨ 'ਚ ਇੰਡੀਆ ਕਾਲਿੰਗ ਨਹੀਂ ਹੁੰਦੀ। ਮਤਲਬ ਉਹ ਮੂੰਹ ਨੂੰ, ਮੇਰੇ ਫਰੈਂਡ ਦੇ ਮੂੰਹ ਨੂੰ ਮੈਨੂੰ ਲੈ ਆਈ ਸੀਗੀ, ਪਰ ਉਹਨੂੰ ਸੀਗਾ ਕਿ ਮੈਂ ਕਿੰਨਾ ਕੁ ਕਰੀ ਜਾਵਾਂ। ਤਾਂ ਫੇ ਨਹੀਂ ਗੱਲ ਹੋਈ। ਅਗਲੇ ਦਿਨ ਹੋ ਗਿਆ, ਤੀਜਾ ਦਿਨ ਆ ਗਿਆ। ਪਹਿਲੇ ਦਿਨ ਆ ਗਏ, ਦੂਜਾ ਦਿਨ ਇੱਦਾਂ ਨਿਕਲ ਗਿਆ, ਤੀਜਾ ਦਿਨ ਉਹ ਫੇਰ ਸਵੇਰੇ ਸਵੇਰੇ ਚਲ ਗਈ। ਮੈਂ ਕਿਹਾ ਮੈਨੂੰ ਮੇਰੀ ਯੂਨੀਵਰਸਿਟੀ ਦੱਸ ਦੇ ਕਿੱਥੇ ਆ, ਮੈਂ ਜਾ ਆਉਂਦੀ ਹਾਂ, ਕਿੱਦਾਂ ਜਾਣਾ, ਕੁਛ ਨਾ ਦੱਸੇ। ਉਹ ਫਿਰ ਉਹ ਮੈਨੂੰ ਜਲਦੀ ਆ ਇੱਦਾਂ ਕਰਕੇ ਨਿਕਲ ਗਈ। ਮੈਂ ਬਾਹਰ ਆਈ, ਫਿਰ ਅੰਕਲ ਬਾਹਰ ਖੜੇ ਸੀਗੇ, ਮੈਂ ਨਾਲ ਥੋੜ੍ਹੀ ਦੇਰ ਗੱਲ ਕੀਤੀ। ਤਾਂ ਫਿਰ ਮੈਂ ਅੰਕਲ ਤੋਂ ਪੁੱਛਿਆ, ਅੰਕਲ ਇੱਥੇ ਆਲੇ ਦੁਆਲੇ ਕੀ? ਅੰਕਲ ਕਹਿੰਦੇ ਉਹ ਤੂੰ ਥੱਲੇ ਜਾਊਂਗੀ ਨਾ, ਗੁਰਦੁਆਰਾ ਵਾ ਉੱਥੇ, ਤੂੰ ਗੁਰਦੁਆਰੇ ਜਾਇਆ। ਮੈਂ ਕਿਹਾ ਠੀਕ ਆ। ਮੈਂ ਤੁਰੀ ਗਈ ਜਿਹੜਾ 152 ਤੇ ਸਮਥਿੰਗ ਦੇ ਗੁਰਦੁਆਰਾ ਵਾ, ਹਾਂਜੀ 68 ਤੇ। ਮੈਂ ਗੁਰਦੁਆਰੇ ਪਹੁੰਚ ਗਈ, ਮੈਂ ਮੱਥਾ ਟੇਕਿਆ। ਮੈਂ ਥੋੜ੍ਹਾ ਪਹਿਲੇ ਦਿਨ ਤਾਂ ਮੈਂ ਰਾਤੀ ਬਹੁਤ ਰੋਈ, ਸਵੇਰੇ ਵੀ ਮੈਂ ਜਾ ਰਹੀ ਹਾਂ, ਤੁਰੀ ਜਾ ਰਹੀ ਹਾਂ, ਰੋਈ ਜਾ ਰਹੀ। ਮੈਂ ਕਿਹਾ ਬਾਬਾ ਜੀ ਘਰੇ ਗੱਲ ਕਰਾ ਦਿਓ, ਇੱਦਾਂ ਮੈਂ ਪ੍ਰੇ ਕਰਦੀ ਪਈ ਹਾਂ ਕੀ ਹੋ ਜਾਵੇ। ਮੈਂ ਜਾਣਦੀ ਇੱਥੇ ਕਿਸੇ ਨੂੰ ਨਹੀਂ, ਮੈਂ ਕਿਹਨੂੰ ਕਵਾਂ। ਫਿਰ ਮੈਂ ਗਈ ਤੇ ਫਿਰ ਉੱਥੇ ਮੱਥਾ ਟੇਕਿਆ, ਲੰਗਰ ਖਾਧਾ, ਬਾਹਰ ਆਈ। ਅਚਾਨਕ ਹੀ ਮੈਨੂੰ ਵਾਈਫਾਈ ਦਾ ਉਹ ਆ ਗਿਆ ਕਿ ਵਾਈਫਾਈ ਕੈਨ ਕਨੈਕਟ, ਰਾਈਟ। ਤੇ ਮੈਂ ਵਾਈਫਾਈ ਕਨੈਕਟ ਕੀਤਾ ਤੇ ਇੱਥੇ ਵੱਜੇ ਹੋਏ ਸੀਗੇ ਮੇਰੇ ਖਿਆਲ ਨਾਲ 2 ਵਜੇ ਹੋਣੇ ਆ, ਤੇ ਇੰਡੀਆ ਉਦੋਂ 2:30 ਮਤਲਬ 3:30 ਮੇ ਵੀ ਹੋਣੇ ਆ ਰਾਤ ਦੇ। ਮੈਂ ਫੋਨ ਕੀਤਾ, ਡੈਡੀ ਨੀਂਦ ਵਿੱਚ, ਫਟਾਫਟ ਡੈਡੀ ਨੇ ਚੱਕਿਆ। ਡੈਡੀ ਨੇ ਜਿੱਦਾਂ ਹੀ ਮੇਰਾ ਫੇਸ ਦੇਖਿਆ, ਡੈਡੀ ਰੋਣ ਲੱਗ ਗਏ। ਕਹਿੰਦੇ ਕਿੱਥੇ ਸੀ 3 ਦਿਨ, ਕਿੱਦਾਂ ਹੋਇਆ, ਕੀ ਹੋਇਆ? ਉਹ ਵੀ ਪਰੇਸ਼ਾਨ ਸੀਗੇ। ਅੱਧੀ ਰਾਤ ਨੂੰ ਫਿਰ ਉਦੋਂ ਡੈਡੀ ਦੇ ਨਾਲ ਗੱਲ ਹੋਈ, ਨਾਲ ਹੀ ਫਿਰ ਮੈਨੂੰ ਇੱਕ ਫੋਨ ਦਾ ਸਟੋਰ ਦਿਖ ਗਿਆ ਤੇ ਮੈਂ ਉਹਨਾਂ ਕੋਲ ਗਈ। ਮੈਂ ਕਿਹਾ ਇੱਦਾਂ ਮੈਂ ਨਵੀਂ ਆਈ ਹਾਂ, ਮਤਲਬ ਮੈਨੂੰ ਇਹ ਸੀਗਾ ਕਿ ਮੈਂ ਜਾ ਕੇ ਇੰਗਲਿਸ਼ 'ਚ ਹੀ ਬੋਲਣਾ, ਪੰਜਾਬੀ ਨਹੀਂ ਬੋਲਣਾ। ਪੰਜਾਬੀ ਕੋਈ ਨਹੀਂ ਬੋਲਦਾ। ਫਿਰ ਉੱਥੇ ਗਈ, ਮੈਂ ਕਹਾਂ ਮੈਂ ਹਲੇ ਕੱਲ ਆਈ ਹਾਂ, ਇੱਦਾਂ ਮੈਂ ਇੰਗਲਿਸ਼ ਲੱਗੀ ਪਈ। ਕਹਿੰਦਾ ਨਵੇਂ ਆਏ ਹੋ? ਮੈਂ ਖੁਸ਼। ਮੈਂ ਤੁਸੀਂ ਪੰਜਾਬੀ ਬੋਲਦੇ ਹੋ? ਕਿਤੇ ਇੱਥੇ ਸਾਰੇ ਪੰਜਾਬੀ ਬੋਲਦੇ ਆ। ਫਿਰ ਉਹਨਾਂ ਨੇ ਮੈਨੂੰ ਸਿਮ ਦਿੱਤੀ, ਮੇਰੇ ਤੋਂ ਕੋਈ ਪ੍ਰੂਫ ਨਹੀਂ ਸੀਗਾ, ID ਪ੍ਰੂਫ। ਉਹਨਾਂ ਨੇ ਫਿਰ ਮੈਨੂੰ ਸਿਮ ਦੇ ਦਿੱਤੀ, ਕਹਿੰਦੇ ਕੋਈ ਗੱਲ ਨਹੀਂ ਤੂੰ ਆ ਕਰ ਲਾ ਤੇ ਆ ਲੈ ਲਾ। ਫਿਰ ਮੇਰਾ ਫੋਨ 'ਚ ਨੈਟ ਚੱਲਿਆ, ਮੈਂ ਖੁਸ਼। ਤੇ ਫਿਰ ਉਸ ਤੋਂ ਬਾਅਦ 'ਚ ਗੱਲ ਇੱਦਾਂ ਹੋਈ, ਅਗਲੇ ਦਿਨ ਮੈਂ ਕਿਹਾ ਮੈਂ ਤਾਂ ਜਾਣਾ ਯੂਨੀਵਰਸਿਟੀ, ਰਾਈਟ। ਮੈਂ 3 ਜਨਵਰੀ ਨੂੰ ਮੇਰੀਆਂ ਕਲਾਸਿਸ ਸ਼ੁਰੂ ਹੋਣੀਆਂ ਸੀ, ਮੈਂ 29 ਦਸੰਬਰ ਨੂੰ ਆਈ ਸੀ। ਅਗਲੇ ਦਿਨ ਮੇਰੀ ਓਰੀਐਂਟੇਸ਼ਨ ਸੀ। ਇੱਕ ਦਿਨ ਪਹਿਲਾਂ ਮੈਂ ਕੀ ਕੀਤਾ, ਮੈਂ KPU ਦੀ ਡਾਇਰੈਕਸ਼ਨ ਪਾਈ। ਮੈਂ ਕਿਹਾ GPS ਕਿੱਥੇ ਯੂਜ਼ ਕਰਦੇ ਸੀ ਇੰਡੀਆ? ਮੈਂ ਕਿਹਾ ਉਹ ਬਸ ਇੰਨੀ ਕੋਲੇ, ਅਤੇ ਛੋਟੀ ਜਿਹੀ ਲਾਈਨ ਦੇਖਦੀ ਪਈ ਆ 178 ਤੋਂ ਮੈਂ 148 ਤੋਂ 78 ਤੋਂ ਹਾਂਜੀ 142 ਤੇ 127 ਤੇ ਜਾਣਾ। ਹਾਂਜੀ ਮੈਂ ਨਿਕਲ ਗਈ ਤੁਰ ਕੇ। ਮੈਨੂੰ 2 ਤੋਂ 2.5 ਘੰਟੇ ਲੱਗੇ, ਮੈਂ KPU ਪਹੁੰਚ ਗਈ। ਮੈਂ ਫਿਰ ਦੇਖਿਆ ਕਿੱਦਾਂ ਉੱਥੇ ਅਚਾਨਕ ਹੀ ਮੇਰੀ ਸਕੂਲ ਦਾ ਇੱਕ ਮੁੰਡਾ ਸੀਗਾ, ਉਹ ਮੈਨੂੰ ਦਿਖ ਗਿਆ। ਪਰ ਮੈਂ ਉਹਨੂੰ ਕਦੀ ਯੂਨੀਵਰਸਿਟੀ 'ਚ ਬੁਲਾਇਆ ਨਹੀਂ ਸੀਗਾ, ਕਾਲਜ ਸਕੂਲ ਵਿੱਚ ਬੈਕ ਇੰਡੀਆ। ਪਰ ਮੈਨੂੰ ਇੰਨਾ ਚਾਅ ਚੜਿਆ, ਮੈਂ ਕਿਹਾ ਮੇਰੇ ਸਕੂਲ ਦਾ ਬੱਚਾ। ਮੈਂ ਜਾ ਕੇ ਉਹਨੂੰ ਬੁਲਾਇਆ, ਮੈਂ ਕਿਹਾ ਕਿੱਦਾਂ। ਉਹ ਮੈਨੂੰ ਜਾਣਦਾ ਸੀ, ਸਕੂਲ ਮੈਂ ਪ੍ਰੈਜ਼ੀਡੈਂਟ ਰਹੀ ਸੀ, ਮੈਂ ਮਿਸ ਪੋਪੂਲਰ ਸੀਗੀ ਆਪਣੇ ਬੈਚ ਦੀ, ਤੇ ਉਹ ਮੈਨੂੰ ਜਾਣਦਾ ਸੀਗਾ, ਉਹਨੇ ਮੈਨੂੰ ਪਛਾਣ ਲਿਆ। ਫਿਰ ਉਹਨੇ ਮੈਨੂੰ ਥੋੜ੍ਹਾ ਬਹੁਤਾ ਦੱਸਿਆ ਕਿ ਇੱਦਾਂ ਹੁੰਦੀ। ਮੈਂ ਬਹੁਤ ਖੁਸ਼ ਕਿ ਮੈਨੂੰ ਕੋਈ ਮਿਲ ਗਿਆ, ਹੁਣ ਮੇਰਾ ਕੁਛ ਬਣੂਗਾ। ਫਿਰ ਦੁਬਾਰਾ ਘਰੇ ਤੁਰ ਕੇ ਆਈ ਮੈਂ। ਉਹ ਅੱਧੇ ਰਸਤੇ ਮੇਰੇ ਨਾਲ ਆ ਗਿਆ, ਬਟ ਉਹਨੇ ਮੈਨੂੰ ਦੱਸਿਆ ਇੱਦਾਂ ਕੰਪਸ ਕਾਰਡ ਆ, ਆਪਾਂ ਕੱਲ੍ਹ ਲੈ ਲਵਾਂਗੇ, ਕੱਲ੍ਹ ਓਰੀਐਂਟੇਸ਼ਨ ਆ। ਮੈਂ ਗਈ ਤੇ ਫਿਰ ਘਰੇ ਪਹੁੰਚ ਗਈ। ਮੈਂ ਬਹੁਤ ਖੁਸ਼, ਉਹਦਾ ਨੰਬਰ ਲੈ ਲਿਆ। ਫਿਰ ਮੈਂ ਉਹਨੂੰ ਸਵੇਰੇ ਫੋਨ ਕੀਤਾ, ਡੈਡੀ ਉਹਨਾਂ ਨਾਲ ਗੱਲ ਕੀਤੀ। ਫਿਰ ਮੈਂ ਉਹਨਾਂ ਨੂੰ ਦੱਸਿਆ ਇੱਦਾਂ ਮੈਨੂੰ ਮੁੰਡਾ ਮਿਲਿਆ, ਮੈਂ ਬਹੁਤ ਖੁਸ਼। ਤੇ ਫਿਰ ਉਸ ਤੋਂ ਬਾਅਦ 'ਚ ਅਗਲੇ ਦਿਨ ਇੱਦਾਂ ਹੋਇਆ। ਫਿਰ ਯੂਨੀਵਰਸਿਟੀ ਜਾਣ ਦਾ ਟਾਈਮ ਆ ਗਿਆ, ਓਰੀਐਂਟੇਸ਼ਨ ਸੀ। ਓਰੀਐਂਟੇਸ਼ਨ 'ਤੇ ਗਈ, ਉੱਥੇ ਇੱਕ ਹੋਰ ਮੁੰਡਾ ਮਿਲ ਗਿਆ ਜਿਹੜਾ ਇੱਕ ਸਮੈਸਟਰ, ਦੇਖੋ ਕਿੱਥੇ ਮੈਨੂੰ ਕੁਛ ਨਹੀਂ ਪਤਾ ਸੀ। ਗੁਰੂ ਘਰ ਜਾਣ ਤੋਂ ਬਾਅਦ ਕਿੱਦਾਂ ਸਭ ਕੁਛ ਆਪਣੇ ਆਪ ਅੱਗੇ ਆਈ ਗਿਆ। ਕਿੱਥੇ ਮੈਂ ਰਾਤ ਨੂੰ ਰੋ ਰਹੀ ਸੀਗੀ ਕਿ ਮੈਂ ਕੀ ਕਰੂੰਗੀ। ਆ ਤਾਂ ਗਈ ਸੀ ਪਰ ਕੁਛ ਤਾਂ ਕਰਨਾ ਸੀ। ਫਿਰ ਅਗਲੇ ਦਿਨ ਉਹਨੇ ਮੈਨੂੰ ਕਿਹਾ ਕਿ ਤੇਰੇ ਕੋਰਸਿਸ ਨਹੀਂ, ਓਰੀਐਂਟੇਸ਼ਨ ਚੱਲਦੀ ਪਈ। ਉਹ ਕਹਿੰਦਾ ਤੇਰੇ ਕੋਰਸਿਸ ਕਿਹੜੇ? ਮੈਂ ਕਿਹਾ ਮੈਨੂੰ ਨਹੀਂ ਪਤਾ। ਤਾਂ ਫਿਰ ਕਹਿੰਦਾ ਲੈਟਸ ਸੀ। ਉਹਨੇ ਮੇਰੀ ID ਵਗੈਰਾ ਲੌਗਇਨ ਵਗੈਰਾ ਕੀਤੀ। ਕਹਿੰਦਾ ਤੇਰੇ ਕੋਰਸ ਨਹੀਂ ਰਜਿਸਟਰ, ਤੇ 2 ਦਿਨ ਬਾਅਦ ਕਲਾਸਿਸ ਸ਼ੁਰੂ। ਮੈਂ ਕਿਹਾ ਹੁਣ ਕੀ ਕਰੀਏ? ਅੱਧੀ ਰਾਤ ਤੱਕ ਅਸੀਂ ਬਹਿ ਕੇ ਕੋਰਸਿਸ ਰਜਿਸਟਰ ਕੀਤੇ। ਮੈਨੂੰ 7 ਤੋਂ 10 ਵਜੇ ਵਾਲੀ ਕਲਾਸ ਮਿਲੀ ਅੱਧੀ ਰਾਤ ਨੂੰ। ਨਾਲੇ ਬਰਫ਼ ਪੈਂਦੀ ਹੋਣੀ,
ਨਾਲੇ ਮੈਂ ਤੁਰ ਕੇ ਜਾਣਾ, ਨਾਲੇ ਮੈਂ ਕਹਿਣਾ ਰੱਬਾ ਮੈਂ ਕਿੱਥੇ ਆ ਗਈ। ਅੱਛਾ, ਉੱਥੇ ਰੋਮਨ ਜਦ ਐਡਮਿਸ਼ਨਾਂ ਕਰਾਉਂਦੇ ਨੇ ਜਵਾਕ, ਉਹਨਾਂ ਨੂੰ ਆਹ ਦਿਨਾਂ ਦਾ ਤਾਂ ਨਹੀਂ ਪਤਾ ਹੁੰਦਾ ਵੀ ਆ ਕੇ ਕੀ ਹੋਣਾ? ਨਹੀਂ, ਉੱਥੇ ਬੱਚਿਆਂ ਨੂੰ, ਜਿੱਦਾਂ ਆਪਾਂ ਪਹਿਲੇ ਦਿਨ ਵੀ ਗੱਲ ਕੀਤੀ ਸੀ, ਘਰਦਿਆਂ ਨੂੰ ਬੱਚਿਆਂ ਨੂੰ ਸਿਰਫ ਇਹ ਹੁੰਦਾ ਕੈਨੇਡਾ ਜਾਣਾ, ਕਿੱਦਾਂ ਜਾਣਾ, ਕੀ ਕਰਨਾ, ਕੀ ਹੋਣਾ, ਕੁਛ ਨਹੀਂ ਪਤਾ। ਅੱਛਾ, ਆ ਕੇ ਯੂਨੀਵਰਸਿਟੀ ਸ਼ੁਰੂ ਹੋ ਗਈ, ਨਾਲ ਕੰਮ ਫਿਰ ਕਦ ਸ਼ੁਰੂ ਕੀਤਾ? ਕੰਮ ਮੈਂ ਬਾਬਾ ਜੀ ਦੀ ਕਿਰਪਾ ਦੇ ਨਾਲ ਮੈਂ 5ਵੇਂ ਦਿਨ ਕੰਮ ਤੇ ਜਾਣ ਲੱਗ ਗਈ ਸੀ। 5ਵੇਂ ਦਿਨ ਮੈਂ ਮੁੰਡੇ ਤੋਂ ਪੁੱਛਿਆ, ਮੈਂ ਕਿਹਾ ਤੇ ਕੰਮ ਦਾ ਕੀ ਹਿਸਾਬ, ਕੋਜ਼ ਮੈਨੂੰ ਪਤਾ ਸੀਗਾ ਪਹਿਲੇ ਦਿਨ ਤੋਂ ਮੇਰਾ ਇਹੀ ਸੀਗਾ ਕਿ ਰੋਮਨ ਇੱਥੇ ਆ ਗਈ ਆ, ਹੁਣ ਡੈਡੀ ਨੂੰ ਖੇਚਲ ਨਹੀਂ ਦੇਣੀ। ਤੇ ਮੈਨੂੰ 3 ਸਾਲ ਤੋਂ ਵੱਧ ਹੋ ਗਿਆ, ਟੱਚ ਵੁੱਡ, ਅੱਜ ਤੱਕ ਮੈਨੂੰ ਡੈਡੀ ਤੋਂ 1 ਪੈਸਾ ਮੰਗਾਉਣ ਦੀ ਲੋੜ ਨਹੀਂ ਪਈ। ਇੱਥੇ ਸਭ ਕੁਝ ਆਪੇ ਸਸਟੇਨੇਬਲ ਕਰਤਾ। ਹਾਂਜੀ, ਕੰਮ ਸ਼ੁਰੂ ਕਰਤਾ, ਪੜ੍ਹਾਈ ਸ਼ੁਰੂ ਹੋ ਗਈ, ਡਿਗਰੀ ਹੋ ਗਈ, ਫਿਰ ਉਸੇ 에ਅਰਪੋਰਟ ਤੇ ਕਦ ਪਹੁੰਚੇ ਐਂਬੈਸਡਰ ਬਣ ਕੇ? ਮੈਂ ਪਿਛਲੇ ਸਾਲ ਦੀ ਗੱਲ ਆ, ਮੈਂ ਕਿਤੇ ਕੰਮ ਕਰਦੀ ਸੀ ਤੇ ਉਹਨਾਂ ਦੀ ਅਵੇਲੇਬਿਲਿਟੀ ਘੱਟਦੀ ਪਈ ਸੀ ਤੇ ਮੈਂ ਇਦਾਂ ਹੀ ਦੇਖਦੀ ਪਈ ਸੀ ਜੌਬਸ ਕਿੱਦਾਂ ਕੀ ਆ। ਮੈਂ ਸ਼ੁਰੂ ਤੋਂ ਮੈਨੂੰ ਸੋਸ਼ਲ ਮੀਡੀਆ ਦਾ ਬਹੁਤ ਸ਼ੌਂਕ ਆ, ਮੈਂ ਸਨੈਪਚੈਟ ਬਹੁਤ ਯੂਜ਼ ਕਰਨਾ ਪਸੰਦ ਕਰਦੀ ਹਾਂ ਤੇ ਮੈਂ ਉੱਦਾਂ ਹੀ ਸਟੋਰੀ ਪਾਤੀ, ਜੇ ਕਿਤੇ ਕੋਈ ਕੰਮ ਅਵੇਲੇਬਲ ਆ ਤਾਂ ਮੈਨੂੰ ਦੱਸੋ। ਮੁੰਡੇ ਨੇ ਕਿਹਾ, ਕਹਿੰਦਾ ਇੱਦਾਂ ਡੈਕਸਟੇਰਾ ਕੰਪਨੀ ਆ YVR ਦੇ ਵਿੱਚ, ਵੈਸੇ ਤਾਂ ਉਹ ਪੰਜਾਬੀ ਨੇ ਹੈ ਨਹੀਂ ਗਏ ਉੱਥੇ, ਪਰ ਤੂੰ ਟਰਾਈ ਕਰ ਲਾ। ਮੈਂ ਗਈ ਆ ਉੱਥੇ, ਮੈਂ ਅਪਲਾਈ ਕਰਤਾ, ਮੈਨੂੰ 2-3 ਦਿਨ ਤੱਕ ਮੈਨੂੰ ਕਾਲ ਆ ਗਈ ਕਿ ਕਹਿੰਦੇ ਇੰਟਰਵਿਊ ਲਈ ਆ ਜਾਓ। ਮੈਂ ਇੰਟਰਵਿਊ ਤੇ ਗਈ ਆ, ਉਹ ਮੇਰੀ ਇੰਟਰਵਿਊ ਤੋਂ ਬਹੁਤ ਇੰਪ੍ਰੈਸ ਹੋ ਗਈ, ਜਿਹੜੀ ਉਹਨਾਂ ਦੀ HR ਮੈਨੇਜਰ ਸੀ। ਕਹਿੰਦੇ ਕਿ ਕਮ ਵੀ ਵਿਲ ਲਾਈਕ ਪ੍ਰੋਬੇਸ਼ਨ ਪੀਰੀਅਡ ਰੱਖਣਾ ਵਾ ਤੁਹਾਡਾ, ਕਿਉਂਕਿ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ ਇਸ ਰਿਲੇਟਡ, ਪਰ ਤੁਹਾਡਾ ਪ੍ਰੋਬੇਸ਼ਨ ਪੀਰੀਅਡ ਰੱਖਣਾ ਵਾ ਤੇ ਫਿਰ ਦੇਖਾਂਗੇ ਕਿ ਕਿੱਦਾਂ ਬਣਦਾ। ਤੇ ਮੈਨੂੰ ਕੰਮ ਮਿਲ ਗਿਆ। ਜਿਹੜੇ ਕਸਟਮ ਤੋਂ ਨਿਕਲਣ ਲਈ ਮੈਂ ਡਰਦੀ ਸੀ, ਜਿੱਦਣ ਮੈਂ ਸ਼ਿਫਟ ਤੇ ਜਾਣੀ ਸੀਗੀ, ਘੱਟੋ ਘੱਟ 3-4 ਵਾਰ ਕਸਟਮ ਕ੍ਰਾਸ ਹੁੰਦੇ ਸੀਗੇ ਮੇਰੇ। ਇਮੀਗ੍ਰੇਸ਼ਨ ਦੇ ਕੋਲ ਕੰਮ ਕਰਨਾ, US ਬਾਰਡਰ ਤੇ ਕੰਮ ਕਰਨਾ, ਕਦੀ ਇਨਫੋਰਮੇਸ਼ਨ ਕਾਊਂਟਰ ਤੇ ਹੋਣਾ, 에ਅਰਪੋਰਟ ਦੇ ਵਿੱਚ ਜਦੋਂ ਅਨਾਉਂਸਮੈਂਟਸ ਹੁੰਦੀਆਂ ਕਿ ਇਹ ਵਾਲਾ ਯਾਤਰੀ ਇੱਥੇ ਆ ਜਾਵੇ, ਉਹਨਾਂ ਨਾਲ ਗੱਲ ਕਰਨੀ ਆ, ਉਹ ਅਨਾਉਂਸਮੈਂਟਸ ਕਰਨੀਆਂ। ਮਤਲਬ ਅੱਛਾ, ਇਉਂ ਦੱਸੋ ਫਿਰ ਖੁਸ਼ੀ ਬਹੁਤ ਹੋਈ ਜਦ ਆਉਂਦੇ ਲੋਕ ਨਵੇਂ ਉਹਨਾਂ ਨੂੰ ਸਰਵ ਕਰਕੇ? ਬਹੁਤ। ਮੈਂ ਤਾਂ ਜਦੋਂ ਇੰਡੀਅਨ ਫਲਾਈਟ ਆਣੀ ਹੁੰਦੀ ਸੀ ਨਾ, ਜਿਹੜੇ ਮੇਰੇ ਮੈਨੇਜਰ ਹੁੰਦੇ ਸੀਗੇ ਉਹਨਾਂ ਨੂੰ ਵੀ ਪਤਾ ਸੀ ਜਦੋਂ ਇੰਡੀਅਨ ਫਲਾਈਟ ਆਣੀ ਹੈ ਰੋਮਨ ਨੂੰ ਪਾਓ ਇੱਥੇ। ਮੈਂ ਭੱਜ ਕੇ ਕਦੀ ਜਿਹੜੇ ਬਜ਼ੁਰਗ ਹੁੰਦੇ ਸੀ ਕਦੀ ਉਹਨਾਂ ਕੋਲ ਜਾਣਾ ਕਿ ਮੈਂ ਤੁਹਾਡੀ ਹੈਲਪ ਕਰਦੀ ਹਾਂ, ਮੈਂ ਦੱਸਦੀ ਪਾਸਪੋਰਟ ਕਿੱਦਾਂ ਸਕੈਨ ਕਰਨਾ ਤੇ ਮੈਂ ਦੱਸਦੀ ਹਾਂ ਪੇਪਰ ਕਿੱਦਾਂ ਭਰਨੇ। ਕਈ ਵਾਰ ਉਹਨਾਂ ਨੇ ਪੁੱਛਣ ਲੱਗ ਜਾਣਾ ਤੁਹਾਨੂੰ ਕਿੱਦਾਂ ਪਤਾ, ਉਹ ਜਦੋਂ ਨਵੇਂ ਨਵੇਂ ਆਉਂਦੇ ਉਹਨਾਂ ਨੂੰ ਵੀ ਆ ਕੇ ਮੇਰੇ ਕੋਲ ਉਹਨਾਂ ਨੇ ਇੰਗਲਿਸ਼ 'ਚ ਗੱਲ ਕਰਨੀ ਤੇ ਮੈਨੂੰ ਮੇਰਾ ਸਮਾਂ ਯਾਦ ਆ ਜਾਣਾ। ਮੈਂ ਵੀ ਜਾ ਕੇ ਸਾਰਿਆਂ ਦੇ ਨਾਲ ਇੰਗਲਿਸ਼ 'ਚ ਸ਼ੁਰੂ ਹੋ ਜਾਂਦੀ ਸੀ। ਫਿਰ ਮੈਂ ਉਹਨਾਂ ਨੂੰ ਦੱਸਣਾ, ਕਈਆਂ ਨੂੰ ਮੈਂ 에ਅਰਪੋਰਟ 'ਤੇ ਗਾਈਡ ਕਰਨਾ ਕਿ ਇੱਥੋਂ ਦੀ ਤੁਸੀਂ ਇੱਧਰ ਚੱਲਿਓ, ਬੈਗ ਇੱਥੋਂ ਦੀ ਮਿਲ ਜਾਣੇ ਆ, ਤੇ ਬਹੁਤ ਖੁਸ਼ੀ ਹੁੰਦੀ ਸੀਗੀ। ਰੇਡੀਓ ਦਾ ਸਫ਼ਰ ਕਿਵੇਂ ਫਿਰ ਸ਼ੁਰੂ ਹੋਇਆ? ਇਹ ਮਨ 'ਚ ਕਿਵੇਂ ਆਇਆ ਵੀ ਬ੍ਰੌਡਕਾਸਟਿੰਗ ਜਾਣਾ? ਪੜ੍ਹਾਈ ਇਹੀ ਹੋਈ ਆ? ਪੜ੍ਹਾਈ ਮੈਂ ਕੀਤੀ ਆ, ਵੈਸੇ ਮੈਂ ਆਈ ਸੀਗੀ ਹੈਲਥ ਸਾਇੰਸਿਸ ਦੇ ਵਿੱਚ, ਪਰ ਮੈਂ ਜਰਨਲ ਸਾਇੰਸਿਸ ਲੈ ਲਈ ਸੀਗੀ। ਤੇ ਵੈਸੇ ਮੈਂ ਜਰਨਲਿਜ਼ਮ ਦੇ, ਕ੍ਰਿਮਨੋਲੋਜੀ ਦੇ ਕੋਰਸਿਸ ਲਏ ਸੀਗੇ। ਤੇ ਮੈਂ ਪਹਿਲਾਂ ਆਈ ਸੀਗੀ ਰੈਡ FM। ਮੈਂ ਜਿੱਥੇ ਕੰਮ ਕਰਦੀ ਹੁੰਦੀ ਸੀਗੀ ਭਾਜੀ ਕੋਲ, ਮੈਂ ਦਸੰਬਰ 2017 ਦੇ ਵਿੱਚ ਆਈ ਤੇ ਫਰਵਰੀ ਲਾਸਟ 2018 ਵਿੱਚ ਮੈਂ ਰੈਡ FM ਤੇ ਕੰਮ ਕਰਦੀ ਪਈ ਸੀਗੀ। ਉਹ ਭਾਜੀ ਮੈਂ ਗਾਈ ਜਾਣਾ, ਮੈਂ ਕੁਛ ਕਰੀ ਜਾਣਾ। ਭਾਜੀ ਨੇ ਕਹਿਣਾ ਕਿ ਤੂੰ TV 'ਚ ਰੇਡੀਓ 'ਚ ਕਾਹਤੋਂ ਨਹੀਂ ਅਪਲਾਈ ਕਰਦੀ? ਮੈਂ ਭਾਜੀ ਦੱਸਣਾ, ਭਾਜੀ ਕਿਹੜੀਆਂ ਗੱਲਾਂ ਕਰਦੇ ਹੋ, ਮੈਂ ਹੁਣੀ ਇੰਡੀਆ ਤੋਂ, ਮੈਨੂੰ ਕਿੱਥੇ ਕੰਮ ਮਿਲ ਜੂ, ਰੇਡੀਓ ਤੇ ਕਿੱਥੇ ਕੰਮ ਮਿਲ ਜੂਗਾ ਮੈਨੂੰ। ਤੇ ਉੱਥੋਂ ਹੀ ਹਰੂਨ ਗਾਫਰ ਹੁੰਦੇ ਸੀਗੇ, ਉਹਨਾਂ ਦੇ ਫਰੈਂਡ ਹੁੰਦੇ ਸੀ, ਉਹ ਆਏ ਤੇ ਉਹਨਾਂ ਨੇ ਕਿਹਾ ਭਾਜੀ ਕਹਿੰਦੇ ਕਿ ਇਹ ਕੁੜੀ ਆ ਆਪਣੀ ਤੇ ਬਹੁਤ ਵਧੀਆ ਕੰਮ ਕਰਦੀ ਆ, ਇੱਦਾਂ ਪੜ੍ਹਦੀ ਵੀ ਆ, ਕਹਿੰਦੇ ਕੋਈ ਗੱਲ ਨਹੀਂ ਤੁਸੀਂ ਰੈਜ਼ੂਮੇ ਭੇਜ ਦਿਓ ਤੇ ਦੇਖਦੇ ਆ ਕੀ ਹੁੰਦਾ। ਤੇ ਰੈਫਰੈਂਸ ਉਸ ਟਾਈਮ ਤੇ ਮੇਰੇ ਤੋਂ ਨਾ ਐਕਸਪੀਰੀਅੰਸ ਸੀ ਨਾ ਮੇਰੇ ਤੋਂ SH ਰੈਫਰੈਂਸ ਸੀਗੀ। ਤੇ ਫਿਰ ਉਹਨਾਂ ਨੇ ਕਿਹਾ ਇਹ ਈਮੇਲ ਤੇ ਭੇਜ ਦਿਓ, ਬਟ ਉਦੋਂ ਮੈਨੂੰ ਪਤਾ ਨਾ ਲੱਗੇ ਮੈਂ ਕਾਲਮ 'ਚ ਕੀ ਲਿਖਾਂ, ਰੈਫਰੈਂਸ ਵਾਲੇ ਕਾਲਮ 'ਚ। ਹੁਣ ਜਿਹੜੀ ਪੜ੍ਹਾਈ ਕੀਤੀ ਆ ਤੇ ਆਹ ਕੰਮ, ਹੁਣ ਜਿਹੜੇ ਹਿਸਾਬ ਨਾਲ ਮੈਂ ਵੇਖ ਰਿਹਾ 3 ਮਹੀਨੇ ਦਾ ਜਦ ਆਪਾਂ ਸ਼ੇਰ ਪੰਜਾਬ ਸ਼ੁਰੂ ਕੀਤਾ, ਸਤੰਬਰ 28 ਤੋਂ ਲੈ ਕੇ ਅਕਤੂਬਰ, ਨਵੰਬਰ, ਦਸੰਬਰ, ਜਨਵਰੀ, 4 ਮਹੀਨੇ, ਇਹਦੇ 'ਚ ਮੈਂ ਜਦ ਤੁਹਾਨੂੰ ਪੱਲਵੀ ਨੂੰ, ਸਰਮੀਤ ਨੂੰ, ਦੀਪਾਲੀ ਨੂੰ, ਗੁਰਵੀਰ, ਮਨਿੰਦਰ ਹੋਣੀ 5-6 ਤੁਸੀਂ ਸਟੂਡੈਂਟ ਹੋ, ਤੁਹਾਨੂੰ ਕੰਮ ਕਰਦੇ ਵੇਖਦਾ ਮੈਨੂੰ ਇਉਂ ਲੱਗਦਾ ਸਾਡਾ ਭਵਿੱਖ ਵੀ ਬਹੁਤ ਵਧੀਆ ਤੇ ਤੁਹਾਨੂੰ ਹੁਣ ਇਹ ਰੇਡੀਓ ਦੇ ਵਿੱਚ ਹੀ ਜ਼ਿੰਦਗੀ ਲੱਗਦੀ ਹੈ। ਮੈਨੂੰ ਸ਼ੌਕ ਬਹੁਤ ਆ ਤੁਹਾਨੂੰ। ਟਰੂ ਦੈਟ। ਹਾਂ, ਇਹ ਮੈਨੂੰ ਪਹਿਲਾਂ ਤੋਂ ਹੀ ਆ,
ਜੇ ਤੁਹਾਨੂੰ ਜਿੱਦਾਂ ਪਤਾ ਵੀ ਆ, ਮੈਨੂੰ ਲਿਖਣ ਦਾ, ਮੈਨੂੰ ਗਾਣ ਦਾ, ਮੈਂ ਲਿਖਦੀ ਆ, ਮੈਂ ਰੈਪ ਵੀ ਕਰਦੀ ਆ। ਰੈਪ ਵੀ ਕਰਦੀ ਆ ਰੋਮਨ? ਬਿਲਕੁਲ, ਮੈਂ ਰੈਪ ਵੀ ਲਿਖਦੀ ਆ, ਮੈਂ ਗਿਟਾਰ ਵੀ ਵਜਾਨੀ ਆ, ਤੇ ਮੈਨੂੰ ਸ਼ੁਰੂ ਤੋਂ ਸਟੇਜ ਦਾ ਸ਼ੌਂਕ ਆ। ਤੇ ਰੋਮਨ ਨੂੰ ਹੋਸਟ ਵੀ ਬਣਾਉਣਾ ਜ਼ਰੂਰ ਜੀ। ਤੁਹਾਡੇ ਨਕਸ਼ੇ ਕਦਮ ਤੇ ਹੀ ਆ, ਤੁਸੀਂ ਗਾਈਡ ਕਰਨ ਵਾਲੇ, ਅਸੀਂ ਉਦਾਂ ਚੱਲੀ ਜਾਣਾ। ਪੁੱਤਰ, ਅਖੀਰ ਚ ਸੁਣਨ ਵਾਲਿਆਂ ਨੂੰ ਬਹੁਤ ਸਟੂਡੈਂਟ ਹੋਣਗੇ, ਬਹੁਤ ਸਟੂਡੈਂਟਾਂ ਦੇ ਮਾਪੇ ਹੋਣਗੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ 1 ਮਿੰਟ ਦੇ ਵਿੱਚ, ਅਖੀਰ ਚ? 1 ਮਿੰਟ ਦੇ ਵਿੱਚ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਦੋਂ ਤੁਸੀਂ ਆਪਣੇ ਬੱਚੇ ਨੂੰ ਭੇਜਦੇ ਹੋ, ਉਹਨੂੰ ਪਹਿਲਾਂ ਮੈਂਟਲੀ ਪ੍ਰਿਪੇਅਰ ਕਰ ਦਿਓ ਕਿ ਤੁਸੀਂ ਇੱਦਾਂ ਦੀ ਜਗ੍ਹਾ ਤੇ ਜਾ ਰਹੇ ਹੋ ਜਿੱਥੇ ਤੁਸੀਂ ਸਾਰਾ ਆਪਣਾ ਆਪ ਦੇਖਣਾ ਵਾ। ਤੁਸੀਂ ਆਪਣਾ ਕਮਾਣਾ ਵੀ ਆ, ਤੁਸੀਂ ਆਪਣਾ ਘਰ ਦਾ ਵੀ ਕਰਨਾ, ਤੁਸੀਂ ਪੜ੍ਹਨਾ ਵੀ ਆ, ਤੇ ਤੁਸੀਂ ਹੀ ਸਾਰਾ ਕੁਝ ਸਾਂਭਣਾ। ਸਿਰਫ ਉਹ ਜ਼ਿੰਮੇਵਾਰੀ ਬੱਚੇ ਤੇ ਨਹੀਂ ਉਹ ਸਿਰਫ ਜ਼ਿੰਮੇਵਾਰੀ ਘਰਦਿਆਂ ਤੇ ਨਹੀਂ ਰਹਿ ਜਾਂਦੀ, ਸਾਰੀ ਜ਼ਿੰਮੇਵਾਰੀ ਫਿਰ ਬੱਚੇ ਤੇ ਆ ਜਾਂਦੀ ਆ। ਛੋਟੀ ਉਮਰ ਦੇ ਵਿੱਚ ਜਿਹਨੂੰ ਕਹਿੰਦੇ ਆ ਕਿ ਸਮਝਦਾਰ ਹੋਣਾ, ਉਹ ਸਿਖਾਓ ਉਹਨਾਂ ਨੂੰ, ਉਹਨਾਂ ਦਾ ਚੰਗਾ ਮਾੜਾ ਉਹਨਾਂ ਨੂੰ ਮੈਂਟਲੀ ਪ੍ਰਿਪੇਅਰ ਕਰੋ, ਤਿਆਰ ਕਰਕੇ ਭੇਜੋ। ਹਾਂਜੀ। ਅੱਜ ਤੱਕ ਦੇ ਜਿਹੜੇ ਸ਼ੋਅ ਕੀਤੇ ਨੇ ਰੋਮਨ ਨੇ ਨਾਲ, ਮੈਂ ਉਹਦੀ ਜ਼ਿੰਦਗੀ ਤੇ ਇੰਟਰਨੈਸ਼ਨਲ ਸਟੂਡੈਂਟਸ ਇਮੀਗ੍ਰੇਸ਼ਨ ਦੇ ਤੇ ਨੇ। ਅਗਲੇ ਵੀਰਵਾਰ ਤੋਂ ਅਸੀਂ ਕੋਈ ਨਾ ਕੋਈ ਮੁੱਦਾ ਲਿਆ ਕਰਾਂਗੇ, ਇੱਕ ਮੁੱਦੇ ਤੇ ਡਿਸਕਸ਼ਨ ਕਰਿਆ ਕਰਾਂਗੇ। ਹਰ ਵੀਰਵਾਰ ਰੋਮਨ ਮੇਰੇ ਨਾਲ ਰਹੇਗੀ। ਕੋਈ ਵੀ ਇਹ ਇਨੀਸ਼ੀਏਟਿਵ ਮੈਂ ਤੇ ਰੋਮਨ ਨੇ ਬੈਠ ਕੇ ਹੀ ਲਿਆ, ਕਿਸੇ ਨੂੰ ਨਹੀਂ ਅਸੀਂ ਦੱਸਿਆ ਸੀਗਾ ਅਸੀਂ ਸ਼ੁਰੂ ਕਰਨੀ ਆ, ਅਸੀਂ ਕਰਨੀ ਆ। ਇੱਕ ਮੁੱਦਾ ਲੈ ਲਿਆ ਕਰਨਾ ਅਸੀਂ, ਜਿਵੇਂ ਅੱਜ ਜਿਹੜਾ ਬੱਚੇ ਦੀ ਲੈਂਗਲੀ ਦੇ ਵਿੱਚ ਜਿਹਦਾ ਕਤਲ ਹੋਇਆ, ਉਹ ਅਰਸ਼ਦੀਪ ਸਿੰਘ ਜਨਵਰੀ 26 ਨੂੰ, ਉਹ ਇੰਟਰਨੈਸ਼ਨਲ ਸਟੂਡੈਂਟ ਹੈ। ਅਗਲੇ ਵੀਰਵਾਰ ਨੂੰ ਇਸ ਵਿਸ਼ੇ ਤੇ ਹੋਰ ਅਸੀਂ ਗੱਲ ਲੱਭ ਕੇ, ਨੌਜਵਾਨ ਜਿਹੜੇ ਬੱਚੇ ਸਾਡੇ ਉੱਥੋਂ ਆਉਂਦੇ ਆ ਉਹ ਇਸ ਸੰਗਤ 'ਚ ਕਿਵੇਂ ਪੈਂਦੇ ਆ, ਇਹਦੇ ਤੇ ਗੱਲਬਾਤ ਕਰਾਂਗੇ। ਰੋਮਨ ਇਸ ਤੇ ਅਗਲੇ ਪੂਰਾ ਹਫਤਾ ਕੰਮ ਕਰੇਗੀ। ਅਗਲੇ ਵੀਰਵਾਰ ਨੂੰ ਆਪਾਂ ਇਸ ਤੇ ਗੱਲਬਾਤ ਕਰਾਂਗੇ। ਐਗਜ਼ੈਕਟਲੀ, ਆਪਾਂ ਗੈਂਗ ਇਨਵੋਲਵਮੈਂਟ, ਗਨ ਵਾਇਲੈਂਸ ਵਿੱਚ ਜਿਹੜਾ ਨਵਾਂ ਬੱਚਾ ਆਂਦਾ ਵਾ ਉਹ ਕਿਵੇਂ ਪੈਂਦਾ ਵਾ, ਉਹ ਤੋਂ ਕਿਵੇਂ ਨਿਕਲਿਆ ਜਾ ਸਕਦਾ ਵਾ, ਕਿਹੜੇ ਫੈਕਟਰਸ ਆ ਜਿਹੜੇ ਉਹਦੇ ਵਿੱਚ ਰਹਿਣ 'ਚ ਮਜਬੂਰ ਕਰਦੇ ਆ। ਆਪਾਂ ਇਹ ਸਾਰੇ ਦੇ ਅਰਾਊਂਡ ਗੱਲ ਕਰਾਂਗੇ। ਜਿੱਦਾਂ ਹੁਣ ਆਪਾਂ ਸਵੇਰੇ ਗੱਲ ਕਰਦੇ ਹੀ ਪਏ ਸੀਗੇ, ਪਿਛਲੇ 2 ਮਹੀਨਿਆਂ ਦੇ ਵਿੱਚ ਘੱਟੋ ਘੱਟ 11 ਤੋਂ 12 ਇੱਦਾਂ ਦੇ ਮੁੱਦੇ ਆ ਜਿਹੜੇ ਉਹ ਸਾਹਮਣੇ ਆ ਚੁੱਕੇ ਆ, ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਲੋਕ ਹੀ ਕਿੰਨਾ ਕੁਝ ਹੋ ਰਿਹਾ ਵਾ। ਬਿਲਕੁਲ ਠੀਕ। ਧੰਨਵਾਦ ਰੋਮਨ। ਸ਼ੋਭੇ ਸ਼ਾਮਾ ਜ਼ਿੰਦਾਬਾਦ। ਥੈਂਕ ਯੂ ਮਿਸਟਰ ਗਿੱਲ। ਰੋਮਨਪ੍ਰੀਤ ਕੌਰ ਸਾਡੀ ਮੇਰੇ ਸ਼ੋਅ ਦੀ ਪ੍ਰੋਡਿਊਸਰ ਹੈ, ਤੇ ਅਗਲੇ ਵੀਰਵਾਰ ਰੋਮਨ ਫਿਰ ਮੇਰੇ ਨਾਲ ਬੈਠੇਗੀ। ਇਹ ਸੀ ਸਾਡੀ ਰੋਮਨਪ੍ਰੀਤ ਕੌਰ, ਗੱਲਬਾਤ ਕਰਕੇ ਗਈ ਹੈ। ਤੇ ਅੱਜ ਜਿਵੇਂ ਸ਼ੁਰੂ 'ਚ ਮੈਂ ਦੱਸਿਆ ਸੀ, ਸਾਕਾ ਨਕੋਦਰ ਨੂੰ 25 ਸਾਲ ਹੋ ਗਏ। 4 ਫਰਵਰੀ 1986 ਨੂੰ ਨਕੋਦਰ ਦੇ ਵਿੱਚ ਸਾਡੇ 4 ਭਾਈ, ਸਾਡੇ ਵਰਗੇ ਜਿਹੜੇ 20 ਵਰ੍ਹਿਆਂ ਦੇ, 21 ਜਿਵੇਂ ਅਸੀਂ ਕਾਲਜਾਂ 'ਚ ਗਏ ਆ, ਉਹ ਸ਼ਹੀਦ ਹੋਏ। ਸਰਦਾਰ ਰਵਿੰਦਰ ਸਿੰਘ, ਸਰਦਾਰ ਹਰਮਿੰਦਰ ਸਿੰਘ, ਸਰਦਾਰ ਬਲਧੀਰ ਸਿੰਘ, ਸਰਦਾਰ ਝਿਲਮਣ ਸਿੰਘ। 2 ਫਰਵਰੀ 1986 ਨੂੰ 5 ਸਰੂਪ ਗੁਰੂ ਸਾਹਿਬ ਦੇ ਅਗਨ ਭੇਟ ਹੋਏ। ਉਹਦੇ ਮਜ਼ਾਰਾ ਉਸ ਦੇ ਬਾਰੇ ਕਰਨ ਲਈ ਫੈਡਰੇਸ਼ਨ ਦਾ ਜ਼ੋਰ ਸੀ। ਸੜਕਾਂ 'ਤੇ ਆਏ ਤੇ ਉਹਨਾਂ 'ਤੇ ਗੋਲੀਆਂ ਚੱਲੀਆਂ। ਇੱਕ ਯੋਧੇ ਦੇ ਤਾਂ ਮੂੰਹ ਦੇ ਵਿੱਚ ਰਿਵਾਲਵਰ ਪਾ ਕੇ ਜਸਕੀਰਤ SHO ਨੇ, ਸਵਰਨ ਘੋਟੜੇ ਬੁੱਚੜ ਨੇ, ਉਸ ਸਮੇਂ DSP ਸੀ, ਜਸਕੀਰਤ SSP ਰਿਟਾਇਰ ਹੋਇਆ, ਉਹਨੇ ਹਰਮਿੰਦਰ ਸਿੰਘ ਪ੍ਰਧਾਨ ਖਾਲਸਾ ਕਾਲਜ ਜਲੰਧਰ ਦੇ ਮੂੰਹ 'ਚ ਗੋਲੀਆਂ ਮਾਰੀਆਂ। ਅਣਪਛਾਤੇ ਕਹਿ ਕੇ ਬੁੱਚੜਾਂ ਨੇ ਸੰਸਕਾਰ ਕੀਤੇ, ਮ੍ਰਿਤਕ ਦੇਹਾਂ ਵਾਰਸਾਂ ਨੂੰ ਨਹੀਂ ਦਿੱਤੀਆਂ। ਜਿਹੜਾ ਉਹਦੇ 'ਤੇ ਕਮਿਸ਼ਨ ਬਣਾਇਆ ਉਹਨੇ ਰਿਪੋਰਟ ਦਿੱਤੀ। ਅੱਜ ਤੱਕ ਪੰਜਾਬ ਸਰਕਾਰ ਨੇ ਉਹ ਰਿਪੋਰਟ ਨਹੀਂ ਦਿੱਤੀ। ਅਕਾਲੀ ਵੀ ਆ ਗਏ, ਕਾਂਗਰਸ ਵੀ ਆ ਗਏ। ਸਰਦਾਰਨੀ ਪਰਮਜੀਤ ਕੌਰ ਖਾਲੜਾ ਨੇ ਅੱਜ, ਖਾਲਸਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਕਿਹਾ, ਚੀਫ ਜੱਜ ਨੂੰ, ਘੱਟੋ ਘੱਟ ਰਿਪੋਰਟ ਤਾਂ ਦੇ ਦਿਓ। ਆਹੀ ਗੱਲ ਸਰਦਾਰ ਖਾਲੜਾ ਕਹਿੰਦਾ ਸੀ, ਉਹ ਘੱਟੋ ਘੱਟ ਸਵਾਹ ਤਾਂ ਦੇ ਦਿਓ ਪੁੱਤਾਂ ਦੀ, ਅਸੀਂ ਕਿਤੇ ਪਾ ਤਾਂ ਦਈਏ। ਜਦ ਇਹਨਾਂ ਦੀਆਂ ਗੱਲਾਂ ਕਰਨੀਆਂ ਫਿਰ ਇਉਂ ਲੱਗਦਾ ਇੱਕ ਪਾਸੜ ਦੀਆਂ ਗੱਲਾਂ ਹੁੰਦੀਆਂ। ਇਹ ਵੀ ਖਬਰ ਹੈ ਅੱਜ ਸਵੇਰ ਦੀ, ਤੇ ਸਾਰਾ ਹੀ ਮੀਡੀਆ ਸਵੇਰ ਦਾ ਡੱਫ ਵਜਾਉਣ ਲੱਗਿਆ ਹੋਇਆ। ਇਹ ਵੀ ਯਾਦ ਕਰਾ ਦਿਆ ਕਰੋ ਉਹਨਾਂ ਨੂੰ, ਐਥਿਕਸ ਜਿਹੜੇ ਜਰਨਲਿਜ਼ਮ ਦੇ ਕਹਿੰਦੇ ਆ ਨਾ, ਉਹਨਾਂ ਨੂੰ ਵੀ ਦੱਸ ਦਿਆ ਕਰੋ ਵੀ ਨਕੋਦਰ 4 ਫਰਵਰੀ 1986 ਨੂੰ ਕੀ ਹੋਇਆ। ਇਹ ਸੀ ਜੀ ਅੱਜ ਦਾ ਪ੍ਰੋਗਰਾਮ।